ਸਤਿ ਸ਼੍ਰੀ ਅਕਾਲ ਦੋਸਤੋ। ਗੁਰਪ੍ਰੀਤ ਸਿੰਘ ਨਿੱਜਰ ਹਾਜ਼ਰ ਹਾਂ। ਅੱਜ ਦਾ ਪ੍ਰੋਗਰਾਮ ਵੀਕਐਂਡ ਦਾ ਪ੍ਰੋਗਰਾਮ ਲੈ ਕੇ ਇਨਫੋਟੇਨਮੈਂਟ ਸੈਚਰਡੇ, ਜਿਹਦੇ ਵਿੱਚ ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਨਾਲ ਸਾਂਝ ਪਾਈਦੀ ਹੈ। ਸੋ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਕਿ ਸਵਰਗਾਂ ਵਰਗੇ ਮੁਲਕਾਂ 'ਚ ਰਹਿਣ ਵਾਲੇ ਨਰਕੀ ਜੀਵ, ਜਾਂ ਇਦਾਂ ਕਹਿ ਲਓ ਕਿ ਸਵਰਗਾਂ ਵਰਗੇ ਮੁਲਕਾਂ 'ਚ ਲੋਕਾਂ ਦੇ ਨਰਕੀ ਕਾਰੇ। ਭਾਵ ਕਿ ਇਹੋ ਜਿਹੇ ਵਧੀਆ ਮੁਲਕ ਜਿਨ੍ਹਾਂ ਦੇ ਇੰਨੇ ਵਧੀਆ ਸਿਸਟਮ, ਇੱਥੇ ਆ ਕੇ ਵੀ ਕੁਝ ਲੋਕ ਇਹੋ ਜਿਹੇ ਕੰਮ ਕਰਦੇ ਆ ਕਿ ਆਪਣੀ ਕਮਿਊਨਿਟੀ ਦਾ ਸਿਰ ਵੀ ਝੁਕਦਾ ਤੇ ਦੂਜਿਆਂ ਦੀ ਨਜ਼ਰ ਦੇ ਵਿੱਚ ਆਪਣੀ ਇਮੇਜ ਡਾਊਨ ਹੁੰਦੀ ਹੈ। ਲੋਕੀ ਚੰਗੇ, ਸਾਰੀ ਕਮਿਊਨਿਟੀ ਨੂੰ ਫਿਰ ਚੰਗੀ ਨਜ਼ਰ ਨਾਲ ਨਹੀਂ ਦੇਖਦੇ। ਉਹਨਾਂ ਨੂੰ ਲੱਗਦਾ ਕਿ ਸਾਰੇ ਸ਼ਾਇਦ ਇਹੋ ਜਿਹੇ ਹੀ ਆ। ਤੇ ਜਦੋਂ ਜਦੋਂ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ ਆ ਤੇ ਸਾਰੇ ਮੀਡੀਆ ਨੇ ਇਹਦੇ ਬਾਰੇ ਕਿਹਾ ਕਿ ਗਲਤ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਜਿਹੜੇ ਇੱਥੇ ਆਪਣੇ ਲੋਕ ਆ ਨਾ, ਉਹ ਇੱਥੇ ਆ ਕੇ ਬਹੁਤ ਸਿਆਣੇ ਹੋ ਗਏ, ਸਮਝਦਾਰ ਹੋ ਗਏ। ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਰਹਿਣਾ। ਪਰ ਕੁਛ ਇੱਕ ਨੇ ਜਿਹੜੇ ਸਮਝ ਨਹੀਂ ਪਾ ਰਹੇ ਜਾਂ ਸਮਝਣਾ ਚਾਹੁੰਦੇ ਨਹੀਂ ਕਿ ਉਹ ਆਪਣਾ ਇੰਡੀਆ ਨਾਲ ਹੀ ਲੈ ਆਏ ਉੱਥੋਂ ਚੱਕ ਕੇ। ਸੋ ਜੇ ਆਪਣੇ ਬਹੁਤੇ ਬੰਦਿਆਂ ਨੇ ਇੱਥੇ ਅਸਾਈਲਮ ਦੇ ਕੇਸ ਲਾਏ ਆ, ਜੇ ਕਿਸੇ ਦਾ ਅਸਾਈਲਮ ਦਾ ਕੇਸ ਲੱਗਾ ਆ ਔਰ ਜੱਜ ਨੂੰ ਹੁਣ ਇਹ ਰਾਈਟ ਆ ਕਿ ਹੋਰ ਬੇਸ਼ੱਕ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ, ਜੱਜ ਨੂੰ ਸਿਰਫ ਇਹ ਲੱਗੇ ਕਿ ਬੰਦਾ ਸਹੀ ਨਹੀਂ, ਇਹਦਾ ਬਿਹੇਵੀਅਰ ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ 'ਚ ਰਹਿਣ ਦੇ ਲਾਇਕ ਨਹੀਂ, ਸਾਡੇ ਕੰਟਰੀ 'ਚ ਰਹਿਣ ਦੇ ਲਾਇਕ ਨਹੀਂ, ਤੇ ਇਸੇ ਗੱਲ 'ਤੇ ਉਹ ਡਿਨਾਈ ਕਰ ਸਕਦਾ। ਫਿਰ ਤੁਹਾਡੀਆਂ ਮੁਸ਼ਕਲਾਂ ਵੱਧ ਸਕਦੀਆਂ। ਦੇਖੋ, ਚਾਹੇ ਇੱਥੋਂ ਦੇ ਸਿਸਟਮ 'ਚ ਗੰਦ ਪਾਉਣਾ, ਜਾਂ ਇਹ ਕੰਟਰੀ ਦਾ ਜਿਹੜਾ ਸਾਫ਼ ਸੁਥਰਾ ਮਾਹੌਲ ਹੈ ਉਹਦੇ 'ਚ ਗੰਦ ਪਾਉਣਾ, ਜਾਂ ਇੱਥੋਂ ਦੀ ਜੋ ਥਿੰਕਿੰਗ ਹੈ ਲੋਕਾਂ ਦੀ ਸੋਚਣੀ ਉਹਦੇ 'ਚ ਗੰਦ ਪਾਉਣਾ, ਉਹ ਸਾਰਾ ਇੱਕ ਬਰਾਬਰ ਹੀ ਆ। ਆਪਾਂ ਹਰ ਚੀਜ਼ ਨੂੰ ਪੋਲਿਊਟ ਕਰ ਰਹੇ ਹਾਂ ਜੇ ਇਹ ਗਲਤ ਕਰ ਰਹੇ ਹਾਂ। ਮੈਂ ਪਹਿਲਾਂ ਇੱਕ ਕਹਾਣੀ ਪੜ੍ਹੀ ਸੀ ਕਿ ਕੋਈ ਬੰਦਾ ਸੀ, ਉਹ ਕਿਤੇ ਜੌਬ ਕਰਦਾ ਸੀ ਤੇ ਉਹਦੀ ਬੇਟੀ ਸੀ, ਕੋਈ ਬੇਟੀ ਦਾ ਬਰਥਡੇ ਸੀ ਤੇ ਉਹਦੇ ਕੋਲ ਪੈਸੇ ਇੰਨੇ ਐਨਫ ਹੈ ਨਹੀਂ ਸੀਗੇ ਕਿ ਉਹ ਉਹਦੇ ਲਈ ਕੋਈ ਗਿਫਟ ਖਰੀਦ ਸਕੇ। ਬੇਟੀ ਨੇ ਕਿਹਾ ਵੀ ਅੱਜ ਮੇਰੇ ਲਈ ਗਿਫਟ ਲੈ ਕੇ ਆਉਂਗੇ? ਕਹਿੰਦਾ ਹਾਂ ਜ਼ਰੂਰ ਲੈ ਕੇ ਆਉਂਗਾ। ਜਦੋਂ ਉਹ ਆਪਣੇ ਆਫਿਸ ਗਿਆ ਤੇ ਉੱਥੇ ਉਹਨੂੰ ਉਹਦਾ ਇੱਕ ਗੁਆਂਢੀ ਮਿਲਣ ਆਇਆ, ਨੇੜੇ ਰਹਿੰਦਾ ਸੀ। ਉਹ ਗੁਆਂਢੀ ਕਹਿੰਦਾ ਵੀ ਮੈਨੂੰ, ਉਹ ਬੰਦੇ ਦੀ ਡਿਊਟੀ ਸੀ ਜਿੱਥੇ ਲਾਇਸੈਂਸ ਦਿੰਦੇ ਸੀ ਕਾਰਾਂ ਦੀ ਜਾਂ ਹੋਰ। ਉਹ ਕਹਿੰਦਾ ਮੇਰਾ ਬੇਟਾ ਹੁਣੇ ਹੋਇਆ, ਮਤਲਬ 18 ਸਾਲ ਤੋਂ ਉੱਪਰ, ਤੇ ਉਹਨੂੰ ਲਾਇਸੈਂਸ ਚਾਹੀਦਾ ਤੇ ਤੂੰ ਉਹਨੂੰ ਲਾਇਸੈਂਸ ਦੇ ਦੇ। ਉਹ ਕਹਿੰਦਾ ਜੋ ਥੋਰਲੀ ਪ੍ਰੋਸੀਜਰ ਆ ਉਹ ਅਡੋਪਟ ਕਰੋ, ਉਹਦੇ ਕਰਕੇ ਤਾਂ ਲਾਇਸੈਂਸ। ਕਹਿੰਦਾ ਨਹੀਂ, ਮੈਂ ਅਮੀਰ ਆਦਮੀ ਹਾਂ, ਮੇਰੇ ਕੋਲ ਇੰਨਾ ਟਾਈਮ ਨਹੀਂ, ਨਾ ਮੇਰੇ ਬੇਟੇ ਕੋਲ ਟਾਈਮ ਹੈ ਕਿ ਉਹ ਸਿੱਖੇ ਕਲਾਸਾਂ ਲਾਵੇ, ਮੇਰੇ ਕੋਲ ਘਰ ਦੀਆਂ ਗੱਡੀਆਂ ਬੜੀਆਂ, ਤੇ ਤੂੰ ਜਸਟ ਇੱਕ ਉਹਨੂੰ ਇਸ਼ੂ ਕਰ ਦੇ ਲਾਇਸੈਂਸ, ਮੈਂ ਸਿਖਾ ਤੇ ਉਹਨੂੰ ਆਪ ਹੀ ਦੇਣੀ ਹੈ। ਤੇ ਉਹ ਬੰਦਾ ਪਹਿਲਾਂ ਮੰਨਿਆ ਨਹੀਂ, ਬਾਅਦ ਵਿੱਚ ਜਦੋਂ ਉਹਨੇ ਫਿਰ ਉਹਨੂੰ 200-400 ਉਹਦੇ ਵਿੱਚ ਜੈਨ ਲਿਖਿਆ ਸੀ, ਪਤਾ ਨਹੀਂ ਕਿਹੜੀ ਹੈਗੀ ਹੈ, 200-400 ਜੈਨ ਦਿਖਾਏ ਉਹਨੂੰ, ਤੇ ਉਹ ਬੰਦਾ ਐਗਰੀ ਹੋ ਗਿਆ ਕਿਉਂਕਿ ਉਹਨੂੰ ਸੀ ਵੀ ਚੱਲ ਜੇ 200-400 ਜੈਨ ਜਿਹੜਾ ਮੈਂ ਆਪਣੀ ਬੇਟੀ ਲਈ ਖਰੀਦ ਲਊਂਗਾ ਤੋਹਫਾ ਵਰਤਣੇ ਲਈ। ਉਹਨੇ ਉਹ ਲੈ ਕੇ ਤੇ ਉਹਨੂੰ ਇਸ਼ੂ ਕਰ ਦਿੱਤਾ ਲਾਇਸੈਂਸ। ਲੈ ਕੇ ਪੈਸੇ ਫਿਰ ਉਹਨੇ ਗਿਫਟ ਖਰੀਦਿਆ। ਸ਼ਾਮੀ ਜਦੋਂ ਘਰ ਆਇਆ ਤਾਂ ਬੇਟੀ ਉਹਦੀ ਉਡੀਕ ਰਹੀ ਸੀ ਕਿ ਕਿਹੜੇ ਵੇਲੇ ਮੇਰਾ ਬਾਪ ਘਰ ਆਵੇ। ਉਹ ਜਦੋਂ ਹੀ ਉਹਨੇ ਦੇਖਿਆ ਕਿ ਉਹਦੇ ਬਾਪ ਦੀ ਗੱਡੀ ਆ ਕੇ ਰੁਕੀ, ਉਹ ਭੱਜ ਕੇ ਬਾਹਰ ਨਿਕਲੀ ਘਰੋਂ, ਇਹ ਫਾਦਰ ਆਇਆ ਲੈ ਕੇ ਗਿਫਟ। ਉਹਨੇ ਨੂੰ ਦੂਜੇ ਪਾਸੇ ਇੱਕ ਗੱਡੀ ਆਉਂਦੀ ਸੀ ਤੇਜ਼, ਉਹ ਗੱਡੀ ਤੋਂ ਰੁਕੀ ਨਹੀਂ ਤਾਂ ਉਹ ਬੱਚੀ ਨੂੰ ਕੁਚਲਦੀ ਗੱਡੀ ਲੰਘੀ। ਉਹ ਜਦੋਂ ਦੇਖਿਆ, ਉੱਠ ਕੇ ਉਹਨੇ ਦੇਖਿਆ ਤਾਂ ਬੱਚੀ ਤਾਂ ਵਿਚਾਰੀ ਖਤਮ ਹੋ ਗਈ। ਬਾਅਦ ਵਿੱਚ ਉਹਨੇ ਦੇਖਿਆ ਵੀ ਉਹ ਕੌਣ ਸੀ ਜਿਹੜਾ ਗੱਡੀ ਦੇ ਵਿੱਚ ਕੁਚਲਦਾ ਲੰਘਿਆ। ਉਹ ਉਹੀ ਅਮੀਰ ਬੰਦਾ ਜਿਹੜਾ ਉਹਨੂੰ 200-400 ਜੈਨ ਦੇ ਕੇ ਉਹਦੇ ਕੋਲੋਂ ਲਾਇਸੈਂਸ ਲੈ ਕੇ ਆਇਆ ਸੀ ਨਾ, ਉਹ ਆਪਣੇ ਬੇਟੇ ਨੂੰ ਗੱਡੀ ਸਿਖਾ ਰਿਹਾ ਸੀ ਉੱਤੇ ਘਰਾਂ ਦੇ ਅੰਦਰ ਹੀ।
ਤੇ ਉਹ ਬੇਟੇ ਨੂੰ ਪਤਾ ਹੈ ਨਹੀਂ ਸੀ ਕਿ ਬ੍ਰੇਕ ਲਾਉਣੀ ਆ, ਉਹਨੇ ਰੇਸ ਦੱਬ ਦਿੱਤੀ ਤੇ ਬੇਟੀ ਕੁਚਲੀ ਗਈ। ਉਸ ਬੰਦੇ ਨੂੰ ਬੜਾ ਦੁੱਖ ਹੋਇਆ ਕਿ ਮੈਂ ਇਹ ਕੀ ਕੀਤਾ, ਕਿ ਪੈਸਿਆਂ ਦੇ ਨਾਲ, ਥੋੜ੍ਹੇ ਜਿਹੇ ਪੈਸਿਆਂ ਦੇ ਚੱਕਰ ਦੇ ਵਿੱਚ ਆਪਣੀ ਬੇਟੀ ਗਵਾ ਬੈਠਾ। ਉਹਨੇ ਉਹਨੂੰ ਕਿਹਾ, ਬੰਦੇ ਨੂੰ, ਜਿਹੜਾ ਕੋ ਅਮੀਰ ਬੰਦਾ ਸੀ, ਵੀ ਤੂੰ ਮੇਰੀ ਜ਼ਿੰਦਗੀ ਤਬਾਹ ਕਰਤੀ ਕਿਉਂਕਿ ਮੇਰੀ ਬੇਟੀ ਸੀ ਉਹਦੀ ਤੂੰ ਜ਼ਿੰਦਗੀ ਲੈ ਲਈ। ਉਹ ਕਹਿੰਦਾ ਤੂੰ ਮੇਰੀ ਜ਼ਿੰਦਗੀ ਤਬਾਹ ਕਰਤੀ ਕਿ ਮੇਰਾ ਬੇਟਾ ਸੀ, ਹੁਣ ਇਹ ਜੇਲ੍ਹ ਜਾਊਗਾ, ਤੂੰ ਇਹਦੀ ਵੀ ਤਬਾਹ ਕਰ ਦਿੱਤੀ। ਮਤਲਬ ਉਹਦਾ ਕਨਕਲੂਜਨ ਉਹ ਕੱਢਿਆ ਸੀ ਕਿ ਜੇ ਸਿਸਟਮ ਨੂੰ ਅਸੀਂ ਖਰਾਬ ਕਰਦੇ ਨਾ ਕਿਤੇ ਜਾ ਕੇ ਸਾਨੂੰ ਹੀ ਪੇ ਕਰਨਾ ਪੈਂਦਾ, ਸਾਨੂੰ ਹੀ ਉਹਦਾ ਮੁੱਲ ਤਾਰਨਾ ਕਿਸੇ ਨਾ ਕਿਸੇ ਰੂਪ 'ਚ ਪਊਗਾ ਜ਼ਰੂਰ। ਹੋ ਸਕਦਾ ਕਿਤੇ ਅਸੀਂ ਬਾਜੀਏ, ਸਾਡੇ ਕਿਸੇ ਹੋਰ ਨੂੰ ਕਰਨਾ ਪਵੇ। ਸੋ ਇਹ ਤਾਂ ਗੱਲ ਉੱਥੇ ਹੀ ਆਉਣੀ। ਹੁਣ ਦੇਖੋ, ਇੰਡੀਆ ਦੇ ਵਿੱਚ ਜਦੋਂ ਪੈਸੇ ਦੇ ਕੇ ਸਿਫਾਰਸ਼ਾਂ ਨਾਲ, ਰਿਸ਼ਵਤਾਂ ਨਾਲ, ਜਾਂ ਕੋਈ ਹੋਰ ਤਰੀਕੇ ਜਿਹੜੇ ਬਣਾਏ ਕੋਈ ਰਿਜ਼ਰਵੇਸ਼ਨ ਦੇ, ਜਿਹੜੇ ਬੰਦੇ ਕੰਪੀਟੈਂਟ ਹੈ ਨਹੀਂ ਗੇ, ਜਿਹੜੇ ਨਹੀਂ ਹੈ ਕਾਬਲ, ਉਹ ਉੱਥੇ ਪਹੁੰਚ ਜਾਂਦੇ ਆ। ਡਾਕਟਰ ਹੀ ਲਾ ਲਓ, ਜੇ ਡਾਕਟਰ ਬਣ ਜਾਂਦੇ। ਹੁਣ ਇੰਡੀਆ ਦੇ ਜਿਹੜੇ ਜਿੰਨੇ ਵੀ ਹੈਗੇ ਆ ਲੀਡਰ ਆ, ਉਹ ਇਲਾਜ ਕਿਉਂ ਨਹੀਂ ਉੱਥੇ ਕਰਾਉਂਦੇ? ਕਿਉਂਕਿ ਉਹਨਾਂ ਨੂੰ ਪਤਾ ਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਕੰਪੀਟੈਂਟ ਹੈ ਨਹੀਂ ਗਏ। ਪਰ ਇੱਕ ਮੈਂ ਕਿੱਸਾ ਛੋਟਾ ਜਿਹਾ ਸੁਣਾਉਣਾ। ਉੱਦਾਂ ਦੇ ਕਾਬਲ ਡਾਕਟਰ ਇੰਡੀਆ 'ਚ ਵੀ ਬਹੁਤ ਆ, ਪਰ ਉਹ ਬਾਹਰ ਨੂੰ ਕਿਉਂ ਭੱਜਦੇ ਆ? ਉਹਨੂੰ ਪਤਾ ਵੀ ਇੱਥੇ ਬਿਲਕੁਲ ਐਕੂਰੇਟ ਹੋਣਾ, ਹਰ ਚੀਜ਼, ਹਰ ਇੱਕ ਵਧੀਆ। ਆਪਣੀ ਜਾਨ ਨਾਲ ਖਿਲਵਾੜ ਨਹੀਂ ਕਰਦੇ, ਲੋਕਾਂ ਦੀ ਜਾਨ ਨਾਲ ਕਰੀ ਜਾਂਦੇ। ਵੇਖੋ, ਲੀਡਰ ਸੀ ਉੱਥੇ ਦਾ, ਬੜਾ ਮਸ਼ਹੂਰ ਹੋਇਆ ਸੀ, ਜਿਹੜਾ ਚਾਰਾ ਘੁਟਾਲੇ ਵਾਲਾ, ਉਹ ਬਿਹਾਰ ਦਾ। ਉਹ ਬਿਮਾਰ ਹੋ ਗਿਆ ਤੇ ਉਹਨੇ ਕਿਹਾ ਵੀ ਕੋਈ ਮਤਲਬ ਸਡਨ ਕੋਈ ਅਟੈਕ ਆਇਆ ਸੀ, ਮਾਈਨਰ ਅਟੈਕ, ਤੇ ਉਹਨੂੰ ਉਸੇ ਵੇਲੇ ਉਹ ਜਿਹੜਾ ਸੀਗਾ ਸਿਵਲ ਹਸਪੀਟਲ ਮੇਨ ਪਟਨਾ ਦਾ, ਉੱਥੇ ਲੈ ਗਏ। ਜਦੋਂ ਉੱਥੇ ਪਹੁੰਚੇ, ਉਹ ਪੁੱਛਿਆ, ਥੋੜ੍ਹੇ ਜਿਹਾ ਪਹਿਲਾਂ ਤੋਂ ਬੇਸੁੱਧ ਜਿਹਾ ਹੋ ਗਿਆ, ਪੁੱਛਿਆ ਕਿੱਥੇ ਲੈ ਕੇ ਆਏ? ਉਹ ਕਹਿੰਦਾ ਇੱਥੇ ਲੈ ਕੇ ਆਏ। ਉਹ ਕਹਿੰਦਾ मरवाना है मुझे, यहाँ कहाँ लेके? मुझे नहीं पता जहाँ सारे कैसे डॉक्टर भरे पड़े हैं, कहीं और लेके जाओ। मतलब ये आ कि फेस तक करना ही पिया, फिर चलो भज्या होर पासे। सो कहने तो भाव मेरा ये आ कि ਆਪਾਂ देखो इस स्वर्ग वर्गे मुल्क है जिन्होंने विच आप आ गए। इत्थे आके अपने नाल कोई पार्शियलिटी नहीं होंदी, आपां नूं सारियां फैसिलिटियां मिलदियां, सारे मौके मिलदे आ। अमेरिकन ड्रीम एक दुनिया दे विच सारे लिए अमेरिकन ड्रीम एक इहो जिहा ड्रीम है कि बंदा कहता कि मेरा ड्रीम पूरा हो जाए तो जिंदगी सफल है। सानू जे अमेरिकन ड्रीम पूरा करने का मौका मिल गया, असी इत्थे आ गए हैं, तो फिर क्यों इस सिस्टम को बिगाड़ते? क्यों अगले आने वाले कंडे क्यों बीजते हैं? क्यों आने वाले दूजिਆਂ ਦਾ ਰਾਹ ਔਖਾ ਕਰਦੇ हैं? ਤੁਹਾਨੂੰ ਪਤਾ ਜਿੰਨਾ ਅਸੀਂ ਇੱਥੇ ਖਰਾਬ ਕਰਦੇ ਹਾਂ ਕੰਮ, ਸਾਡੀ ਇੱਥੇ ਜਿਹੜਾ ਇਹ ਸਿਸਟਮ ਹੈ ਬੜੀ ਬਰੀਕੀ ਨਾਲ ਬਚਦਾ ਹਰ ਚੀਜ਼, ਬਹੁਤ ਹੀ ਬਰੀਕੀ ਨਾਲ। ਉਹਦੇ ਅਕੋਰਡਿੰਗਲੀ ਫਿਰ ਪਾਲਿਸੀਆਂ ਬਣਦੀਆਂ। ਇਹ ਚੀਜ਼ਾਂ ਸਲੋਲੀ ਇਫੈਕਟ ਕਰਦੀਆਂ। ਮਤਲਬ ਜੇ ਹੁਣ ਦੁਨੀਆ ਦੇ ਕਿਸੇ ਏਰੀਏ 'ਚੋਂ ਗਲਤ ਕਿਸਮ ਦੇ ਬੰਦੇ ਇੱਥੇ ਆਉਣ ਲੱਗ ਪੈਣ, ਤੇ ਤੁਹਾਡਾ ਕੀ ਖਿਆਲ ਹੈ ਸਿਸਟਮ ਅੱਖਾਂ ਮਿੱਟੀ ਰੱਖੂਗਾ? ਇਹ ਹਰ ਹੀਲਾ ਵਰਤਣਗੇ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਰੋਕਣ ਦਾ, ਕਿਸ ਤਰ੍ਹਾਂ ਕਰਨ ਦਾ। ਹੁਣ ਜਿੱਦਾਂ ਰੀਸੈਂਟਲੀ ਇੱਕ ਹੋਇਆ ਸੀ ਮਾਮਲਾ ਹਰਿਆਣਵੀਆਂ ਤੇ ਪੰਜਾਬੀਆਂ ਦਾ ਝਗੜੇ ਦਾ, ਉਹਦੇ ਸੰਬੰਧ ਵਿੱਚ ਮੈਂ ਕਿਤੇ ਸੁਣਦਾ ਸੀ, ਉਹ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ, ਆਸਟ੍ਰੇਲੀਆ ਤੋਂ ਸਟਾਰਟ ਹੋਇਆ ਸੀ। ਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਕਈ ਸਾਲ ਪਹਿਲਾਂ, ਮੈਂ ਉਦੋਂ ਇੰਡੀਆ ਹੁੰਦਾ ਸੀ, ਉਦੋਂ ਸਮੱਸਿਆ ਹੋਈ ਸੀ। ਆਪਣੇ ਜਿਹੜੇ ਸਟੂਡੈਂਟ ਗਏ ਸੀ ਉਹਨਾਂ ਨੇ ਉੱਥੇ ਜਾ ਕੇ ਹੁੱਲੜਬਾਜ਼ੀ ਕੀਤੀ ਸੀ, ਫਿਰ ਉੱਥੋਂ ਦੇ ਲੋਕ ਵੀ ਭੜਕ ਗਏ ਸੀ। ਉੱਦਾਂ ਤਾਂ ਪੀਸਫੁਲ ਲੋਕ ਛੇਤੀ ਨਹੀਂ ਭੜਕਦੇ, ਉਹ ਕਾਨੂੰਨ 'ਤੇ ਵਿਸ਼ਵਾਸ ਰੱਖਦੇ, ਪਰ ਜਦੋਂ ਗੱਲ ਜ਼ਿਆਦਾ ਅੱਗੇ ਵੱਧ ਗਈ ਉਦੋਂ ਆਪਣੇ ਲੋਕਾਂ ਦਾ ਨੁਕਸਾਨ ਵੀ ਹੋਇਆ, ਤੇ ਉਹ ਆਪਣੇ ਲੋਕਾਂ ਨੇ ਵੀ ਕਾਫੀ ਕੁਝ ਹੁੱਲੜਬਾਜ਼ੀਆਂ ਕੀਤੀਆਂ। ਉਹ ਲੋਕ ਜਿਹੜੇ ਉੱਥੇ ਦੇ ਰਹਿਣ ਵਾਲੇ ਆ ਜਾਂ ਜਿਹੜੇ ਬਾਅਦ 'ਚ ਆਏ ਆ, ਉਹ ਦੱਸਦੇ ਆ ਕਿ ਸਿਸਟਮ ਜਿਹੜਾ ਆ ਉਹਨੇ ਬਾਅਦ ਵਿੱਚ ਇੰਨੀ ਸਖਤੀ ਕੀਤੀ ਕਿ ਇੰਡੀਆ ਤੋਂ ਆਉਣ ਵਾਲਿਆਂ ਲੋਕਾਂ ਲਈ ਇੰਨਾ ਟਿਵਰੀ ਟਾਈਟ ਕਰਤੀ ਕਿ ਜਿਹੜੀ 1 ਸਾਲ ਦੇ ਵਿੱਚ ਮੂਵ ਹੋਣੀ ਸੀ ਨਾ ਫਾਈਲ ਕੋਈ ਕਿਸੇ ਦੀ, ਉਹਨੂੰ 4-4 ਸਾਲ ਲੱਗ ਗਏ। ਸੋ ਇਸ ਕਰਕੇ ਇਹ ਚੀਜ਼ਾਂ ਅਫੈਕਟ ਕਰਦੀਆਂ। ਕੁਝ ਸਮਾਂ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ, ਬੜਾ ਮਸ਼ਹੂਰ ਹੋਇਆ ਸੀ, ਕਿ DMV ਦੇ ਵਿੱਚ ਕੁਝ ਲੋਕਾਂ ਨੇ ਆਪਣਿਆਂ ਨੇ ਜਿਹੜੇ ਸਕੂਲ ਚਲਾਉਂਦੇ ਸੀ, ਡਰਾਈਵਿੰਗ ਸਕੂਲ, ਟਰੱਕ ਡਰਾਈਵਿੰਗ ਸਕੂਲ, ਉੱਥੇ ਕਿਸੇ ਮੈਕਸੀਕਨ EMPLOYE ਨਾਲ ਰਲ ਮਿਲ ਕੇ
ਪੈਸੇ ਲੈ ਕੇ ਲਾਇਸੈਂਸ ਦੇਣੇ ਸ਼ੁਰੂ ਕਰ ਦਿੱਤੇ। ਉਹ ਸਕੈਂਡਲ ਖੁੱਲਿਆ ਤੇ ਬੰਦੇ ਫੜੇ ਗਏ। ਉਹਨਾਂ ਤੋਂ ਬਾਅਦ ਜਿੱਦਾਂ ਆਟੇ ਨਾਲ ਘੁਣ ਵੀ ਪਿਸਿਆ। ਜਿਹੜੇ ਬੰਦਿਆਂ ਨੇ ਲਏ ਸੀ ਲਾਇਸੈਂਸ ਪੈਸੇ ਦੇ ਕੇ, ਉਹਨਾਂ ਦੇ ਤਾਂ ਹੋਲਡ ਕੀਤੇ ਹੀ ਲਾਇਸੈਂਸ, ਰੀਕਾਲ ਕੀਤੇ ਡਿਪਾਰਟਮੈਂਟ ਨੇ। ਬਲਕਿ ਜਿਹੜੇ ਸਕੂਲਾਂ ਦਾ ਇਹਦੇ ਵਿੱਚ ਨਾਂ ਆਇਆ, ਉਹਨਾਂ ਸਕੂਲਾਂ ਤੋਂ ਜਿਹਨੇ ਲੋਕਾਂ ਨੇ ਲਾਇਸੈਂਸ ਲਿਆ ਸੀ ਸਾਰਿਆਂ ਨੂੰ ਇਨਕੁਆਇਰੀ ਦੇ ਵਿੱਚ ਪਾ ਦਿੱਤਾ। ਕੁਝ ਦੇ ਤਾਂ ਲਾਇਸੈਂਸ ਵੀ ਹੋਲਡ ਕਰ ਲਏ। ਔਰ ਕਈ ਬੰਦੇ ਜਿਨ੍ਹਾਂ ਨੂੰ ਫਿਰ ਟਰੱਕ ਛੱਡ ਕੇ ਕਿਤੇ ਫਾਰਮਾਂ 'ਚ ਕੰਮ ਕਰਨਾ ਪਿਆ, ਕਿਸੇ ਨੂੰ ਸਟੋਰਾਂ 'ਚ ਕੰਮ ਕਰਨਾ ਪਿਆ। ਬਹੁਤ ਜ਼ਿਆਦਾ ਉਹਨਾਂ ਦਾ ਫਾਈਨੈਂਸ਼ੀਅਲੀ ਜਿਹੜਾ ਸੈਟਬੈਕ ਲੱਗਾ ਉਹਨਾਂ ਨੂੰ। ਔਰ ਉਸ ਤੋਂ ਵੱਡੀ ਗੱਲ ਕਿ ਆਪਣੇ ਉੱਤੇ ਧੱਬਾ ਕਿੱਡਾ ਵੱਡਾ ਲੱਗਾ ਕਿ ਦੇਖੋ ਇੱਥੇ ਕਿਹਨੂੰ ਨਹੀਂ ਪਤਾ, ਸਭ ਨੂੰ ਪਤਾ ਕਿ ਇੰਡੀਆ ਦਾ ਸਿਸਟਮ ਪੂਰਾ ਕਰਪਟ ਹੈ। ਉੱਥੇ ਕਰਪਸ਼ਨ ਨਾਲ ਸਭ ਕੁਝ ਚੱਲਦਾ, ਹਰ ਕੁਝ ਵੀ ਕਰਵਾ ਲਓ ਕਰਪਸ਼ਨ ਦੇ ਨਾਲ ਪੈਸੇ ਦੇ ਕੇ। ਲੇਕਿਨ ਉਹ ਜਦੋਂ ਇੱਥੇ ਸਾਹਮਣੇ ਆਉਂਦੇ ਆ ਤਾਂ ਫਿਰ ਇੱਥੇ ਦਾ ਸਿਸਟਮ, ਇੱਥੇ ਦੇ ਜਿਹੜੇ ਅਥਾਰਟੀਜ਼ ਆ, ਇਹ ਸਾਰੇ ਅਲਰਟ ਹੁੰਦੇ ਆ ਵੀ ਇਹ ਲੋਕ ਤਾਂ ਇੱਥੇ ਆ ਕੇ ਵੀ ਉਹੀ ਕੰਮ ਕਰਨ ਲੱਗ ਪਏ, ਇਹ ਤਾਂ ਖਰਾਬ ਕਰਨ ਲੱਗ ਪਏ। ਸੋ ਇਹ ਚੀਜ਼ਾਂ ਆਪਣੀ ਕਮਿਊਨਿਟੀ ਦੀ ਇਮੇਜ ਬੜੀ ਡਾਊਨ ਕਰਦੀਆਂ। ਇਸ ਤੋਂ ਇਲਾਵਾ ਹੋਰ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਵੀ, ਜਿੱਦਾਂ ਆਪਾਂ ਆਮ ਵੀਡੀਓ ਦੇਖਦੇ ਰਹਿੰਦੇ ਆ, ਮੈਂ ਦੇਖਿਆ ਸੀ ਕਿ ਟਰੱਕ ਸਟਾਪ ਦੇ ਉੱਤੇ ਕੋਈ ਬੰਦਾ ਤਾਂ ਕਿ ਉਹਨੂੰ ਪੇਚਕਸ ਨਾ ਖੋਲ ਕੇ ਉਹ ਪੂਰੇ ਦਾ ਪੂਰਾ ਨੈਪਕਿਨ ਦਾ ਰੋਲ ਇਹ ਵਿੱਚੋਂ ਕੱਢ ਕੇ ਲੈ ਜਾਣਾ। ਦੱਸੋ ਕਿੰਨੇ ਕੁ ਦਾ ਉਹ ਨੈਪਕਿਨ ਦਾ ਰੋਲ? $2 ਜਾਂ $4। ਪਹਿਲੀ ਤਾਂ ਗੱਲ, ਤੁਸੀਂ ਉਹ ਤੁਹਾਡੀ ਫੈਸਿਲਿਟੀ ਲਈ ਲੱਗਾ ਹੈ, ਹਰ ਜਗ੍ਹਾ ਮੌਜੂਦ ਹੈ। ਤੁਹਾਨੂੰ ਜੇ ਲੋੜ ਪਏ ਤੁਸੀਂ ਕੱਢਣਾ ਕਾਹਦੇ ਲਈ, ਜਦ ਉਹ ਫ੍ਰੀ ਦੇ ਵਿੱਚ ਤਾਂ ਤੁਹਾਨੂੰ ਹਰ ਜਗ੍ਹਾ ਅਵੇਲੇਬਲ ਕਰਾਉਂਦੇ ਆ। ਫ੍ਰੀ ਉੱਤੇ ਹਰ ਜਗ੍ਹਾ ਦਿੰਦੇ। ਲੋੜ ਆ 4-5 ਹੋਰ ਵਾਧੂ ਕਰਕੇ ਰੱਖ ਲਓ ਜੇ ਤੁਹਾਨੂੰ ਲੋੜ ਆ। ਪਰ ਇਹ ਕੀ ਤੁੱਕ ਬਣੀ ਪਈ, ਪੂਰੇ ਦਾ ਪੂਰਾ ਰੋਲ ਹੀ ਕੱਢ ਕੇ ਤੁਸੀਂ ਅੰਦਰ ਰੱਖ ਲਓ। ਫਿਰ ਚਲੋ ਕਰਦੇ ਰਹੇ ਪਹਿਲਾਂ, ਹੁਣ ਇਹ ਕਿਸੇ ਦੀ ਨਜ਼ਰ 'ਚ ਛੁਪਦਾ ਤਾਂ ਹੈ ਨਹੀਂ। ਬਾਅਦ ਵਿੱਚ ਕਿਸੇ ਨੇ ਵੀਡੀਓ ਬਣਾ ਕੇ ਪਾਤੀਆਂ ਇਸ ਵਿੱਚ, ਕਿੰਨੀ ਬੇਇੱਜ਼ਤੀ ਹੋਈ ਆਪਣੀ ਕਮਿਊਨਿਟੀ ਦੀ ਵੀ ਕੀ ਕੰਮ ਕਰਦੇ ਲੋਕ। ਇੱਦਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ। ਫਿਰ ਕਈ ਬੰਦਿਆਂ ਨੂੰ ਉੱਧਰ ਆਦਤ ਪਈ ਹੁੰਦੀ ਹੈ ਇੰਡੀਆ ਦੇ ਵਿੱਚ ਹੱਥ ਮਾਰਨ ਦੀ, ਵੀ ਕਿਸੇ ਦੁਕਾਨ ਤੇ ਗਏ, ਕਿਤੇ ਸ਼ੋਰੂਮ ਗਏ, ਵੀ ਕੋਈ ਨਾ ਕੋਈ ਹੱਥ ਮਾਰ ਕੇ ਜੇਬ 'ਚ ਪਾ ਕੇ, ਨੇਫੇ 'ਚ ਪਾ ਕੇ ਕੱਢ ਲਿਆਉਣਾ। ਉਹ ਆਦਤਾਂ ਇੱਥੇ ਆ ਕੇ ਛੱਡਦੇ ਨਹੀਂ, ਜਾਂਦੀਆਂ ਨਹੀਂ, ਕਿਉਂਕਿ ਇੱਥੇ ਸਾਰਾ ਕੁਝ ਖੁੱਲ੍ਹਾ ਪਿਆ, ਓਪਨ ਹੈਗੀ ਹੈ ਸਾਰੀ। ਜੋ ਸ਼ੋਪਿੰਗ ਓਪਨ ਸਮਾਨ ਪਿਆ ਚੁੱਕ ਲਓ, ਇੰਨਾ ਖਿਲਰਿਆ ਪਿਆ ਸਮਾਨ, ਪਰ ਇੱਥੇ ਕੋਈ ਕਰਦਾ ਨਹੀਂ। ਤੇ ਉਹ ਜਿਹੜੇ ਬੰਦਿਆਂ ਨੂੰ ਆਦਤ ਪਈ ਹੁੰਦੀ ਉਹਨਾਂ ਨੂੰ ਲੱਗਦਾ ਵੀ ਕੀ ਪਤਾ ਲੱਗਦਾ ਇੱਥੇ ਜੋ ਮਰਜ਼ੀ ਕਰ ਲਓ। ਪਰ ਜਗ੍ਹਾ ਜਗ੍ਹਾ ਕੈਮਰੇ ਲੱਗੇ ਆ, ਕਦੇ ਨਾ ਕਦੇ ਤਾਂ ਤੁਸੀਂ ਫਸ ਹੀ ਜਾਂਦੇ ਆ। ਔਰ ਜਦੋਂ ਤੁਸੀਂ ਫਿਰ ਫਸਦੇ ਆ, ਫਿਰ ਉਹ ਇੱਥੇ ਦੇਖੋ ਸਿਸਟਮ ਆ, ਕੋਈ ਕਿਸੇ ਨੂੰ ਡੰਡਾ ਨਹੀਂ ਮਾਰਦਾ, ਕੋਈ ਕੁਛ ਨਹੀਂ ਕਰਦਾ। ਇਹਨਾਂ ਕੋਲ ਤੇ ਦੋ ਹੀ ਚੀਜ਼ਾਂ ਆ ਜਿਹਦੇ ਸਿਰ ਤੇ ਸਾਰਾ ਸਿਸਟਮ ਚਲਾਈ ਜਾਂਦੇ ਆ, ਇੱਕ ਕ੍ਰੈਡਿਟ ਤੇ ਇੱਕ ਰੈਕਡ। ਤੁਹਾਡਾ ਕ੍ਰੈਡਿਟ ਖਰਾਬ ਹੋ ਗਿਆ ਤੇ ਤੁਹਾਨੂੰ ਨਾ ਤੁਸੀਂ ਫਿਰ ਕਾਰ ਲੈ ਸਕਣਾ, ਨਾ ਘਰ ਲੈ ਸਕਣਾ, ਨਾ ਕੁਝ ਹੋਰ ਲੈ ਸਕਣਾ, ਨਾ ਕੋਈ ਲੋਨ ਮਿਲਣਾ, ਤਾਂ ਵੀ ਬਰਬਾਦ। ਰੈਕਡ ਖਰਾਬ ਹੋ ਗਿਆ, ਨਾ ਤੁਹਾਨੂੰ ਜੋਬ ਮਿਲਣੀ, ਨਾ ਕੋਈ ਬਿਜ਼ਨਸ ਕਰ ਸਕਦੇ ਤੁਸੀਂ, ਤਾਂ ਵੀ ਖਰਾਬ। ਸੋ ਜਦੋਂ ਕੋਈ ਇਹੋ ਜਿਹਾ ਕੰਮ ਕਰਦੇ ਫੜ ਜਾਂਦੇ ਆ, ਤੇ ਜਿਹੜੇ ਸ਼ੌਪਲਿਫਟਰ ਆ ਉਹਨਾਂ ਦੀ, ਚਾਹੇ ਵਾਲਮਾਰਟ ਆ, ਹੋਮ ਡੀਪੂ ਆ, ਜਾਂ ਕੋਈ ਵੀ ਜਿਹੜੇ ਕਾਸਕੋ ਆ, ਕੋਈ ਸ਼ੌਪਲਿਫਟਰ ਫੜਿਆ ਜਾਂਦਾ, ਉਹਨਾਂ ਦੀ ਫੋਟੋ ਲਾਉਂਦੇ ਬਾਹਰ। ਤੇ ਉਹ ਕਿੱਡੀ ਬਦਨਾਮੀ ਦੀ ਗੱਲ ਆ, ਕਿੱਡੀ ਬਦਨਾਮੀ ਦੀ ਗੱਲ ਆ। ਔਰ ਸ਼ੌਪਲਿਫਟਰ ਜਿਹੜੇ ਆ, ਫਿਰ ਮੈਨੂੰ ਕੋਈ ਬੰਦਾ ਦੱਸਦਾ ਸੀ, ਕਹਿੰਦਾ ਉਹ ਕਿਸੇ ਛੋਟੇ ਜਿਹੇ ਸ਼ਹਿਰ 'ਚ ਰਹਿੰਦਾ, ਕਹਿੰਦਾ ਉੱਥੇ ਇੱਕ ਆਪਣਾ ਬੰਦਾ ਸਰਦਾਰ ਸੀ, ਉਹ ਇਹੋ ਜਿਹਾ ਕੰਮ ਕਰਦਾ 2 ਵਾਰੀ ਫੜਿਆ ਗਿਆ। ਇੱਕ ਵਾਰੀ ਉਹਨਾਂ ਵਾਰਨਿੰਗ ਦਿੱਤੀ, ਫਿਰ ਦੂਜੀ ਵਾਰੀ ਜਦੋਂ ਫੜਿਆ ਗਿਆ ਤਾਂ ਫਿਰ ਉਹਨਾਂ ਉਹਦੀ ਫੋਟੋ ਲਾਤੀ ਉੱਤੇ। ਉਹ ਕਹਿੰਦਾ ਜਿੰਨਾ ਚਿਰ ਫੋਟੋ ਉੱਥੇ ਲੱਗੀ ਰਹੀ ਨਾ, ਮੈਂ ਉਸ ਵਾਲਮਾਰਟ 'ਚ ਉੱਥੇ ਕਹਿੰਦਾ ਮੇਰਾ ਹਿੰਮਤ ਹੀ ਨਹੀਂ ਪਈ ਕਿ ਮੈਂ ਉੱਥੇ ਸ਼ੋਪਿੰਗ ਕਰਨ ਜਾਵਾਂ। ਇੰਨੀ ਮੈਨੂੰ ਕਹਿੰਦਾ ਆਪਣੇ ਆਪ 'ਚ ਸ਼ਰਮ ਮਹਿਸੂਸ ਹੁੰਦੀ ਸੀ ਭਈ ਇਹਨਾਂ, ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਜਿਹੜੇ ਉਹ ਕਾਲੇ ਮੂਲ ਦੇ ਨੀਗਰੋ ਸਾਨੂੰ ਦੇਖਣ ਨੂੰ ਸਾਰੇ ਇੱਕੋ ਜਿਹੇ ਹੀ ਲੱਗਦੇ ਆ, ਇੱਦਾਂ ਇਹਨਾਂ ਨੂੰ ਵੀ ਸਰਦਾਰ ਸਾਰੇ ਇੱਕੋ ਜਿਹੇ ਹੀ ਲੱਗਦੇ ਆ। ਉਹ ਕਹਿੰਦਾ ਵੀ ਮੈਨੂੰ ਲੱਗੇ ਕਿ ਵੀ ਜੇ ਮੈਂ ਗਿਆ ਉੱਥੇ, ਪੱਗ ਤਾਂ ਮੈਂ ਬੰਨੀ ਹੋਵਾਂ, ਉੱਥੇ ਫੋਟੋ ਲੱਗੀ ਸੀ, ਭਈ ਇਹੋ ਹੀ ਸਮਝਣਗੇ ਵੀ ਇਹੋ ਹੀ ਬੰਦਾ ਆਇਆ ਉਹ। ਮਤਲਬ ਕਹਿੰਦਾ ਆਪਣੇ ਆਪ 'ਚ ਹੀ ਮੈਂ ਜਿੱਦਾਂ ਮਰ ਗਿਆ। ਇੱਕ ਵਾਰੀ ਗਿਆ ਸੀ ਕਹਿੰਦਾ, ਜਾ ਕੇ ਉਹਦੇ ਅੱਗੇ ਮੇਰਾ ਅੰਦਰ ਵੜਨ ਦਾ ਹਿੰਮਤ ਨਹੀਂ ਪਈ, ਬਾਹਰ ਮੁੜਿਆ। ਉਸ ਤੋਂ ਬਾਅਦ ਮੈਂ ਗਿਆ ਹੀ ਨਹੀਂ ਜਿੰਨਾ ਚਿਰ ਉਹ ਫੋਟੋ ਉੱਥੇ ਲੱਗੀ ਰਹੀ। ਤੇ ਉਤੋਂ ਵੀ ਕਿਤੇ 3-4 ਮਹੀਨੇ ਬਾਅਦ, ਮਤਲਬ ਇੱਕ ਬੰਦੇ ਦੀ ਕੀਤੀ ਤੇ ਕਿੰਨੇ ਲੋਕਾਂ ਨੂੰ ਇਹ ਜਿਹੜਾ ਇਹੋ ਜਿਹੀ ਸਫੋਕੇਸ਼ਨ ਕਹਿ ਲਓ ਝੱਲਣੀ ਪੈਂਦੀ ਹੈ। ਔਰ
ਹੋ ਸਕਦਾ ਕਈਆਂ ਨੂੰ ਸੁਸਾਇਟੀ ਦੇ ਵਿੱਚੋਂ ਤਾਨੇ ਵੀ ਸੁਣਨ ਨੂੰ ਮਿਲੇ। ਸੋ ਇਸ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਜਿੱਦਾਂ ਹੁਣ ਇੱਥੇ ਆਪਾਂ ਦੇਖਿਆ ਕਿ ਤੁਰੇ ਜਾਂਦੇ ਕੋਈ ਸੁੱਟ ਦੇਵੇ, ਨੈਪਕਿਨ ਸੁੱਟ ਦੇਵੇ, ਗੰਦ ਪਾ ਦੇਵੇ, ਜਾਂ ਕੌਫੀ ਪੀਤੀ ਆ ਤਾਂ ਜਿੱਥੇ ਪਾਰਕ 'ਚ ਉੱਥੇ ਸੁੱਟ ਦਿੱਤਾ। ਜਦ ਜਗ੍ਹਾ ਜਗ੍ਹਾ ਡਸਟਬਿਨ ਲੱਗੇ ਆਪਾਂ ਕਿਉਂ ਨਹੀਂ, ਕਿੰਨਾ ਕੁ ਫਰਕ ਪੈਂਦਾ। ਜਾਂ ਕਾਰ 'ਚੋਂ ਬਾਹਰ ਸੁੱਟ ਦੇਣਾ ਕੋਈ ਸਮਾਨ, ਇਹ ਕਿੰਨੀ ਗਲਤ ਗੱਲ ਹੈ। ਮਤਲਬ ਇੱਕ ਕੋਟ ਮੈਂ ਪੜ੍ਹੀ ਸੀ, ਕਹਿੰਦੇ ਹਮੇਸ਼ਾ ਕੋਈ ਵੀ ਕੰਮ ਪੋਜ਼ਿਟਿਵ ਜਾਂ ਨੈਗੇਟਿਵ ਬਹੁਤ ਸੋਚ ਸਮਝ ਕੇ, ਔਰ ਇਹ ਸੋਚ ਸਮਝ ਕੇ ਕਰੋ ਕਿ ਪਤਾ ਨਹੀਂ ਕਿੱਥੋਂ ਕੋਈ ਤੁਹਾਨੂੰ ਦੇਖ ਰਿਹਾ ਹੈ। ਤੁਸੀਂ ਤਾਂ ਤੁਰੇ ਜਾਂਦੇ ਹੋ, ਤੁਸੀਂ ਜਾ ਕੇ ਤੁਸੀਂ ਕਹਿੰਦੇ ਹੋ ਆ ਨੈਪਕਿਨ ਨੇ ਹੱਥ 'ਚ ਸਾਫ਼ ਕੀਤੇ, ਚਲ ਕੋਈ ਨਹੀਂ ਦੇਖਦਾ, ਅੱਖ 'ਚ ਬਚਾ ਕੇ ਸੁੱਟਦਾ। ਕੀ ਪਤਾ ਉੱਪਰ ਕੋਈ ਸ਼ੀਸ਼ੇ 'ਚ ਖਿੜਕੀ 'ਚ ਖੜਾ ਕੋਈ ਸ਼ੀਸ਼ੇ ਰਾਹੀਂ ਤੁਹਾਨੂੰ ਦੇਖ ਰਿਹਾ, ਕੀ ਪਤਾ ਕੋਈ ਗੱਡੀ 'ਚ ਬੈਠਾ ਤੁਹਾਨੂੰ ਵਾਚ ਕਰ ਰਿਹਾ, ਕੀ ਪਤਾ ਕਿੱਥੋਂ ਤੁਹਾਨੂੰ ਕੋਈ ਦੇਖ ਰਿਹਾ। ਉਹਦੀ ਨਜ਼ਰ 'ਚ ਤਾਂ ਤੁਸੀਂ ਗਏ, ਔਰ ਆਪਾਂ ਹੀ ਨਹੀਂ ਗਏ। ਜੇ ਆਪਾਂ ਸਿਰ ਤੇ ਪਗੜੀ ਬੰਨੀ ਹੈ ਜਾਂ ਆਪਣਾ ਰੰਗ ਬਣਾਉਣੇ ਆ ਤਾਂ ਫਿਰ ਤਾਂ ਸਾਰੀ ਕਮਿਊਨਿਟੀ ਨੂੰ ਅਗਲੇ ਸੋਚਦੇ ਵੀ ਇਦਾਂ ਦੇ ਲੋਕ ਆ। ਅੱਛਾ, ਦੂਜੀ ਗੱਲ, ਜਿਹੜਾ ਚੰਗਾ ਕੰਮ ਆ, ਚੰਗੇ ਕੰਮ ਲਈ ਵੀ ਇਹੋ ਹੀ ਆ। ਕਈ ਵਾਰੀ ਬੰਦਿਆਂ ਨੂੰ ਦਿਖਾਵੇ ਦੀ ਆਦਤ ਹੁੰਦੀ ਹੈ ਕਿ ਜੇ ਕੋਈ ਕਰਨੀ ਆ ਤੇ ਕਹਿਣਾ ਮਨ 'ਚ ਕਈ ਵਾਰੀ ਆਉਂਦਾ ਕਰਦੀ, ਕਹਿਣਾ ਕੋਈ ਦੇਖਦਾ ਤਾਂ ਹੈ ਨਹੀਂ। ਨਹੀਂ, ਚੰਗਾ ਕੰਮ ਕੀਤਾ ਨਾ ਤੁਸੀਂ, ਆਪਣਾ ਫਰਜ਼ ਨਿਭਾਉਂਦੇ ਰਹੋ। ਪਤਾ ਨਹੀਂ ਕੋਈ ਕਿੱਥੋਂ ਦੇਖ ਰਿਹਾ ਤੁਹਾਨੂੰ, ਕਿਹੜਾ ਕੋਈ ਕਿਸੇ ਨਜ਼ਰ 'ਚੋਂ ਦੇਖ ਲਿਆ, ਤੁਸੀਂ ਤੁਹਾਨੂੰ ਚੰਗਾ ਕੰਮ ਕਰਦੇ ਨੂੰ ਵੀ ਦੇਖ ਲਿਆ ਨਾ, ਉਹਨੇ ਆਸ਼ਾ ਸ਼ਿਕਾਰ ਉੱਠਣਾ ਵੀ ਇਹ ਲੋਕ ਬਹੁਤ ਚੰਗੇ ਆ। ਦੂਜੀ ਗੱਲ ਆ ਜਾਂਦੀ ਕਿ ਸਿਸਟਮ ਦੇ ਵਿੱਚ ਜਿਹੜਾ ਆਪਾਂ ਗੰਦ ਪਾਉਂਦੇ ਆ। ਹੁਣ ਕਈ ਟਰੱਕਰ ਵੀਰ ਆ, ਲੋਡ ਲਾਉਣ ਜਾਂਦੇ ਆ, ਲੋਡ ਲਾਉਣ ਗਏ, ਉੱਥੇ ਜੇ ਵੇਟਿੰਗ ਆ, ਉਹਨਾਂ ਨੇ ਕਹਿ ਦਿੱਤਾ ਵੀ ਘੰਟਾ 2 ਘੰਟੇ 3, ਉੱਥੇ ਬੰਦੇ ਕੀ ਕੋਸ਼ਿਸ਼ ਕਰਦੇ ਆ ਕਿ ਕਿਸੇ ਨੂੰ $10-20 ਦੇ ਕੇ, ਜਿਹੜੇ ਉੱਥੇ ਕੋਈ ਜਿਹੜੇ ਫੋਰਕਲਿਫਟ ਵਾਲੇ ਉਹਨੂੰ $10-20 ਦੇ ਕੇ ਵੀ ਮੇਰਾ ਲੋਡ ਪਹਿਲਾਂ ਲਾ ਦੇ। ਇਹ ਕੀ ਹੈ? ਰਿਸ਼ਵਤਖੋਰੀ ਹੈ, ਸਿਸਟਮ ਨੂੰ ਕਰਪਟ ਕਰਨਾ ਹੀ ਹੈ। ਆਪਾਂ ਇੰਡੀਆ ਤੋਂ ਆਏ ਕਿਉਂ ਇੱਥੇ? ਦੁਖੀ ਹੋ ਕੇ ਸੱਤ ਕੇ ਉੱਥੋਂ ਆਏ ਆ ਸਿਸਟਮ ਤੋਂ ਕਿ ਯਾਰ ਇੱਥੇ ਤਾਂ ਬੁਰਾ ਹਾਲ ਆ, ਬਿਨਾਂ ਰਿਸ਼ਵਤ ਕੋਈ ਕੰਮ ਹੀ ਨਹੀਂ ਹੁੰਦਾ ਯਾਰ। ਦੁਖੀ ਹੋ ਗਏ ਸਿਸਟਮ ਤੋਂ, ਅਸੀਂ ਇੱਥੇ ਰਹਿਣਾ ਹੀ। ਉਹ ਸਿਸਟਮ ਤੋਂ ਦੁਖੀ ਹੋ ਕੇ ਇੱਥੇ ਆਏ ਆ, ਤੇ ਇੱਥੇ ਆਏ ਚੰਗੇ ਭਲੇ ਸਿਸਟਮ 'ਚ ਆ, ਇਹਨੂੰ ਉਹਦੇ ਵਰਗਾ ਹੀ ਬਣਾਈ ਜਾਂਦੇ। ਫਿਰ ਮੰਨ ਲਓ ਛੋਟੀਆਂ ਛੋਟੀਆਂ ਰਿਸ਼ਵਤਖੋਰੀਆਂ ਜਿਹੜੀਆਂ ਇਹੋ ਹੀ ਸਿਸਟਮ ਨੂੰ, ਜਿੱਦਾਂ ਇੱਕ ਉਹ ਲਾਗ ਲੱਗਦੀ ਹੈ ਨਾ, ਫਿਰ ਅੱਗੇ ਵੱਧਦੀ ਜਾਂਦੀ ਹੈ। ਉਹ ਘੁਣ ਲਾ ਰਹੇ ਆਪਾਂ। ਮੈਨੂੰ ਕਿਸੇ ਬੰਦੇ ਨੇ, ਟਰੱਕਰ ਨੇ ਇਹੋ ਦੱਸਿਆ ਸੀ ਕਿ ਮੈਨੂੰ ਯਾਦ ਨਹੀਂ ਹੁਣ ਕਿਹੜਾ ਵੇਅਰ ਹਾਊਸ ਆ, ਤੇ ਉੱਥੇ ਆਪਣੇ ਟਰੱਕਰ ਵੀਰਾਂ ਨੇ, ਪੰਜਾਬੀ ਟਰੱਕਰਾਂ ਨੇ ਇੰਨਾ ਵਿਗਾੜ ਦਿੱਤਾ ਆ ਨਾ, ਆ ਪੈਸੇ ਵਾਲਾ ਸਿਸਟਮ ਦੇ ਕੇ, $10-20 ਦੇ ਕੇ ਲੋਡ ਲਹਾਉਣਾ ਜਾਂ ਲਗਾਉਣਾ। ਵੀ ਉਹ ਜੇ ਹੁਣ ਤੁਹਾਡਾ ਟਾਈਮ ਸਹੀ ਹੋਵੇ ਨਾ, ਕਿ ਰਾਈਟ ਵੀ ਤੁਹਾਡਾ ਉਤਰਨ ਵਾਲਾ ਹੋਵੇ ਲੋਡ, ਉਹ ਤਾਂ ਵੀ ਜਾਣ ਕੇ ਤੁਹਾਨੂੰ ਸਾਈਡ ਤੇ ਲਵਾਉਂਦੇ ਆ ਕਿ ਇਹਨੇ ਪੈਸੇ ਦੇ ਹੀ ਦੇਣੇ। ਉਹਨਾਂ ਨੂੰ ਆਦਤ ਪਾਤੀ, ਉਹਨਾਂ ਦੇ ਮੂੰਹ ਨੂੰ ਖੂਨ ਲਾਤਾ, ਉਹਨੂੰ ਪਤਾ ਪੈਸੇ ਦੇਊਗਾ ਤਾਂ ਫੇਲ ਹੋਣੇ। ਫਰਕ ਕਿੰਨਾ ਕੁ ਪੈਂਦਾ, ਮਤਲਬ ਘੰਟਾ 2 ਘੰਟੇ ਵੇਟ ਵੀ ਕਰਨੀ ਪੈਗੀ ਤਾਂ ਕੀ ਜਾਨ ਨਿਕਲਦੀ ਹੈ। ਕਿਤੇ ਰਾਹ 'ਚ ਜਦੋਂ ਕੋਈ ਹੈਪਨ ਹੋ ਜਾਂਦਾ, ਫਿਰ 5-5 ਘੰਟੇ ਖੜੇ ਰਹਿੰਦੇ ਆ, ਫਿਰ ਵੀ ਤਾਂ ਵੇਟ ਕਰਦੇ ਹੀ ਆ, ਲੋਡ ਨਾ ਮਿਲੇ ਫਿਰ ਵੀ ਖੜੇ ਰਹਿੰਦੇ ਆ। ਉੱਥੇ ਕਿੰਨੀ ਕੁ ਜਾਨ ਨਿਕਲਦੀ ਹੈ ਵੀ ਹੁਣੇ ਦੇ ਕੇ ਪੈਸੇ। ਚਲੋ ਠੀਕ ਹੈ, ਤੁਸੀਂ ਰਿਕੁਐਸਟ ਕਰ ਲਓ, ਕੋਈ ਮਜਬੂਰੀ ਹੈ ਤਾਂ ਕਰ ਲਓ, ਪਰ ਪੈਸੇ ਦੇ ਕੇ ਕਰਨ ਵਾਲਾ ਤਾਂ ਬਹੁਤ ਗਲਤ ਕੰਮ ਆ। ਕਿਉਂ ਆਪਾਂ ਇਹ ਗਲਤ ਕੰਮ ਕਰ ਰਹੇ, ਕਿਉਂ ਸਿਸਟਮ ਨੂੰ ਕਰਪਟ ਕਰ ਰਹੇ ਹਾਂ? ਇਹ ਮੁੜ ਕੇ ਇਹੋ ਸਾਡੀ ਜੜੀ ਬੈਠਣਾ, ਫਿਰ ਇਹੋ ਸਿਸਟਮ ਮੂਹਰੇ ਆ ਕੇ। ਇੰਡੀਆ 'ਚ ਇੱਦਾਂ ਹੀ ਕੰਮ ਸ਼ੁਰੂ ਹੋਇਆ ਹੋਊਗਾ ਸ਼ੁਰੂ ਦਾ, ਕਿ ਬੰਦਿਆਂ ਨੇ ਥੋੜ੍ਹੇ ਬਹੁਤੇ ਪੈਸੇ ਦੇ ਕੇ ਆਪਣੇ ਜਿਹੜੇ 2 ਨੰਬਰ ਦੇ ਕੰਮ ਉਹ ਕਰਾਉਣੇ ਸ਼ੁਰੂ ਕੀਤੇ ਹੋਣਗੇ। ਹੌਲੀ ਹੌਲੀ ਗੰਦ ਇੱਥੋਂ ਤੱਕ ਪੈ ਗਿਆ ਕਿ ਉਹ ਹੁਣ ਸਹੀ ਕੰਮ ਦੇ ਵੀ ਪੈਸੇ ਮੰਗਦੇ ਆ। ਪਹਿਲਾਂ ਤਾਂ ਗਲਤ ਕੰਮ ਕਰਾਉਣ ਲਈ ਸੀ, ਹੁਣ ਸਹੀ ਕੰਮ ਕਰਦੇ ਤਾਂ ਵੀ ਪੈਸੇ ਦਿਓ। ਹੁਣ ਤਾਂ ਬਲਕਿ ਇਹ ਹਾਲ ਆ ਕਿ ਉਹ ਤੁਹਾਡਾ ਸਹੀ ਕੰਮ ਲਟਕਾ ਦਿੰਦੇ ਆ ਕਿ ਤੁਸੀਂ ਪੈਸੇ ਦਿਓਗੇ ਤਾਂ ਫਿਰ ਅੱਗੇ ਵਧਾਓਗੇ। ਮੰਨ ਲਓ ਉਹ ਇੱਦਾਂ ਹੀ ਵੱਧਦਾ ਕੰਮ ਵਧਿਆ ਨਾ, ਤੇ ਜਦ ਸਾਨੂੰ ਪਤਾ ਹੈ ਵੀ ਇਹ ਜਿੱਦਾਂ ਗੰਦ ਪੈਂਦਾ ਕਿੱਦਾਂ ਪਿਆ, ਤਾਂ ਇਹ ਸਿਸਟਮ ਨੂੰ ਕਿਉਂ ਖਰਾਬ ਕਰਦੇ ਅਸੀਂ? ਸਿਸਟਮ ਰੱਖੀਏ ਕਿ ਜੇ ਲੋਕ ਦੇਖੋ, ਆਪਣਾ ਜਿਹੜਾ ਖਾਣਾ ਬਣਿਆ ਇੰਡੀਅਨ ਖਾਣਾ, ਪੰਜਾਬੀ ਖਾਣਾ ਲੋਕ ਬਹੁਤ ਪਸੰਦ ਕਰਦੇ। ਇੱਥੇ ਦੇ ਮੈਕਸੀਕਨ ਤਾਂ ਖਾਸ ਕਰਕੇ, ਕਿਉਂਕਿ ਸਪਾਈਸੀ ਹੁੰਦਾ ਆਪਣਾ ਖਾਣਾ, ਤੇ ਗੋਰੇ ਵੀ ਖਾਂਦੇ ਆ ਕਾਫੀ, ਆਉਂਦੇ ਵੀ ਹੈ ਸਾਰਾ ਕੁਛ। ਤੇ ਉਹ ਕਈ ਵਾਰੀ
ਜਿੱਦਾਂ ਸਿਰਫ ਇਸ ਗੱਲ ਦੇ ਉੱਤੇ ਹੁੰਦੇ, ਉਹ ਕਹਿੰਦੇ ਖਾਣਾ ਟੇਸਟ ਸਾਰਾ ਕੁਝ ਵਧੀਆ ਆ, ਪਰ ਥੋੜਾ ਜਿਹਾ ਕਿਉਂਕਿ ਇਹਨਾਂ ਲੋਕਾਂ ਨੇ ਬਹੁਤ ਨੀਟ ਐਂਡ ਕਲੀਨ ਸਾਰਾ ਐਟਮੋਸਫੀਅਰ ਆਸੇ ਪਾਸੇ ਦਾ ਦੇਖਿਆ ਆ। ਇਹਨਾਂ ਨੇ ਉੱਦਾਂ ਦੇ ਹੋਟਲ ਜਿੱਥੇ ਪੂਰਾ ਖਿਆਲ ਰੱਖਿਆ ਜਾਂ ਉੱਥੇ ਜਾਂਦੇ, ਫਿਰ ਉਹ ਛੋਟੀ ਜਿਹੀ ਗੱਲ ਦੇ ਪਿੱਛੇ ਹੀ ਨਾ ਉਹ ਭਾਵੇਂ ਸਵਾਦ ਜਿੰਨਾ ਮਰਜ਼ੀ ਹੋਵੇ, ਉਹ ਮੰਨ ਲਓ ਆਪਣੀ ਇੱਕ ਤਰ੍ਹਾਂ ਦੇ ਗਾਹਕ ਟੁੱਟ ਜਾਂਦੇ ਆ। ਤੇ ਇੱਕ ਸਟੋਰ ਦੀ ਮੈਂ ਗੱਲ ਦੱਸਦਾ, ਇੱਥੋਂ ਇੱਕ ਦੂਰ ਆ ਪ੍ਰਿਜ਼ਨੋਂ ਤੋਂ ਥੋੜਾ ਕਸਬਾ। ਇੱਕ ਫੋਨ ਕਾਲ ਆ ਰਹੀ ਹੈ ਜੀ, ਪਹਿਲਾਂ ਫੋਨ ਕਾਲ ਲੈ ਲਈਏ, ਫਿਰ ਆਪਾਂ ਅੱਗੇ ਗੱਲ ਵਧਾਉਂਦੇ ਹਾਂ ਜੀ। ਹੈਲੋ 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 ਹਾਂਜੀ, ਤੁਸੀਂ ਆਨ 에ਅਰ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਹਾਂਜੀ ਜਸਵਿੰਦਰ ਸਿੰਘ ਜੀ, ਕੀ ਹਾਲ ਜੀ? ਹਾਂ ਥੈਂਕ ਯੂ, ਓਕੇ। ਇਹ ਟੌਪਿਕ ਵਧੀਆ ਹੁੰਦੇ ਆ ਕਿ ਕਿੱਦਾਂ? ਵਧੀਆ ਲੱਗਦੇ ਟੌਪਿਕ ਤੁਹਾਨੂੰ ਜਿਹੜੇ ਮੈਂ ਚੁਣਦੇ ਆ? ਪਰ ਮੈਨੂੰ ਅੱਛਾ, ਪਰ ਇੱਕ ਜਸਵਿੰਦਰ ਜੀ ਮੈਂ ਦੇਖਿਆ ਕਿ ਰਿਸਪੌਂਸ ਨਹੀਂ ਆਉਂਦਾ, ਕਿ ਕੋਈ ਪਤਾ ਨਹੀਂ ਤਾਂ ਲੋਕ ਡਿਸਕਸ਼ਨ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ, ਜਾਂ ਕਿ ਇਸ ਵੇਲੇ ਵਿਹਲੇ ਨਹੀਂ ਹੁੰਦੇ। ਕੋਈ ਫੋਨ ਕਾਲ ਬੜੀਆਂ ਘੱਟ ਆਉਂਦੀਆਂ ਤੇ ਅੱਛਾ ਠੀਕ ਹੈ ਜੀ, ਚਲੋ। ਅੱਛਾ, ਇਹਦੇ ਬਾਰੇ ਕੀ ਵਿਚਾਰ ਹੈ ਜੀ, ਜਿਹੜਾ ਆਪਾਂ ਅੱਜ ਦਾ ਵਿਸ਼ਾ ਆ ਵੀ ਆਪਣੇ ਲੋਕ ਜਿਹੜੇ ਇੱਥੇ ਆ ਕੇ ਸਿਸਟਮ ਦੇ ਵਿੱਚ ਕੁਛ ਇੱਕ ਲੋਕ ਜਿਹੜਾ ਖਰਾਬ ਕਰ ਰਹੇ, ਇਹਦੇ ਬਾਰੇ ਕੀ ਕਹਿਣਾ? ਅੱਛਾ ਜੀ, ਅੱਛਾ, ਹੂੰ, ਠੀਕ ਹੈ, ਓਕੇ, ਬਿਲਕੁਲ ਬਿਲਕੁਲ। ਹਾਂ, ਕਿਸੇ ਨੇ ਤਾਂ ਇਹ ਰੀਤ ਸ਼ੁਰੂ ਕੀਤੀ ਹੈ ਨਾ, ਜਿਹੜਾ ਉਹ ਸਾਰਿਆਂ ਨੂੰ ਫਿਰ ਹੱਥ ਪਾਉਣ ਲੱਗ ਪਏ ਆ। ਤੇ ਦੇਖੋ, ਜੇ ਤੁਸੀਂ ਦੇ ਦਿੰਦੇ ਤਾਂ ਸ਼ਾਇਦ ਲਾਉਣ ਨੂੰ ਤਾਂ 10 ਮਿੰਟ ਪਹਿਲਾਂ ਲਾਉਂਦੇ, ਉਹ ਅੱਧੇ ਘੰਟੇ ਬਾਅਦ ਲਾਤਾ। ਤੇ ਚੰਗੀ ਗੱਲ ਆ, ਆਪਾਂ ਇਹੋ ਜਿਹੀਆਂ ਗੱਲਾਂ ਨੂੰ ਅਵੋਇਡ ਕਰੀਏ, ਵਧੀਆ ਗੱਲ ਆ। ਜੇ ਤੁਸੀਂ ਕੀਤਾ, ਸਾਰਿਆਂ ਨੂੰ ਇੱਦਾਂ ਸਟੈਂਡ ਲੈਣਾ ਚਾਹੀਦਾ ਕਿ ਜੇ ਕੋਈ ਮੰਗਦਾ ਵੀ ਆ ਤਾਂ ਉਹਨੂੰ ਕਹਿ ਦਿਓ ਕਿ ਨਹੀਂ, ਕੋਈ ਨਹੀਂ, ਮੈਂ ਵੇਟ ਹੀ ਕਰ ਲੈਣਾ। ਤੇ ਹਾਂਜੀ ਹਾਂ, ਹਾਂਜੀ ਬਿਲਕੁਲ ਬਿਲਕੁਲ, ਇਹ ਵੀ ਮਾੜੀ ਗੱਲ ਆ। ਇੱਕ ਹੋਰ ਆਪਣੀ ਜਸਵਿੰਦਰ ਜੀ, ਇੱਕ ਹੋਰ ਗੱਲ ਬਹੁਤ ਮੈਂ ਦੇਖਿਆ ਕਿ ਆਪਣੇ ਲੋਕਾਂ ਨੂੰ ਨਾ ਇੱਥੇ ਦੇਖ ਕੇ ਵੀ ਨਹੀਂ ਫੇਰ ਸਮਝ ਆਉਂਦੀ, ਕਿ ਜਿੱਦਾਂ ਹੁਣ ਲੋਕੀ ਪੰਪਾਂ ਦੇ ਉੱਤੇ, ਪਤਾ ਇੱਥੇ ਸਾਰੇ ਰਸ਼ ਹੁੰਦਾ, ਹਰੇਕ ਨੂੰ ਕਾਹਲੀ ਹੁੰਦੀ ਹੈ, ਖਾਸ ਕਰ ਜੋ ਉਹਦੀ ਈਐਲਡੀਆਂ ਇਲੈਕਟ੍ਰੋਨਿਕ ਲੱਗ ਗਈਆਂ, ਕਿ ਹਰੇਕ ਨੇ 10-15 ਮਿੰਟ ਲਾ ਕੇ ਆਪਣਾ ਤੇਲ ਪਾ ਕੇ ਜਾਣਾ ਹੁੰਦਾ। ਉਹ ਬੰਦੇ ਨਾ ਪੰਪਾਂ ਦੇ ਵਿੱਚ ਤੇਲ ਪਵਾ ਕੇ ਫਿਰ ਬਾਅਦ ਵਿੱਚ ਅੰਦਰ ਟਾਇਲਟ ਯੂਜ਼ ਕਰਨ ਚਲੇ ਜਾਂਦੇ, ਜਾਂ ਖਾਣਾ ਲੈਣ ਚਲੇ ਜਾਂਦੇ, ਕਈ ਉੱਥੇ ਬੈਠ ਕੇ ਖਾਣਾ ਖਾਣ ਲੱਗ ਪੈਂਦੇ ਆ, ਤੇ ਉਹ ਤੋਂ ਬੜੇ ਖਿੱਚਦੇ ਆ। ਉਹ ਚੀਜ਼ ਜਿਹੜੀ ਹੈ ਨਾ, ਉਹ ਆਪਣੇ ਮਤਲਬ ਬੜੀ ਇਮੇਜ ਖਰਾਬ ਕਰਦੀ ਹੈ, ਗੋਰੇ ਖਿੱਚਦੇ ਆ। ਬਾਅਦ ਚ ਫਿਰ ਕਈ ਰੋਂਦੇ ਆ ਜੀ, ਸਾਡੀਆਂ ਪਾਈਪਾਂ ਕੱਟ ਗਿਆ ਕੋਈ। ਹੁਣ ਜੇ ਤੂੰ ਉੱਥੇ ਲਾ ਕੇ ਦਾ ਅੱਧਾ ਘੰਟਾ ਅੰਦਰ ਜਾ ਵੜਿਆ, ਤਾਂ ਕਿਸੇ ਨੇ ਪਾਈਪਾਂ ਹੀ ਕੱਟਣੀਆਂ। ਹਾਂ ਬਿਲਕੁਲ ਬਿਲਕੁਲ, ਪਾਰਕਿੰਗ ਜਾ ਕੇ ਪਾਓ, ਹੋਰ ਕਰੋ, ਮੰਨ ਲਓ ਦੂਜਿਆਂ ਵੱਲ ਦੇਖ ਕੇ ਮੈਨਰ ਸਿੱਖ ਲੈਣੇ ਚਾਹੀਦੇ, ਜੇ ਆਪਣੇ ਆਪ ਨਹੀਂ ਆਉਂਦੇ ਤਾਂ। ਤੇ ਸੋ ਬਹੁਤ ਧੰਨਵਾਦ ਜੀ ਤੁਹਾਡਾ ਜਸਵਿੰਦਰ ਜੀ, ਫੋਨ ਕਰ ਲਈ। ਹਾਂਜੀ ਠੀਕ ਹੈ ਜੀ, ਹਾਂ ਥੈਂਕ ਯੂ ਜੀ, ਇੱਦਾਂ ਹੀ ਸਾਂਝ ਪਾਉਂਦੇ ਰਿਹਾ ਕਰੋ। ਥੈਂਕ ਯੂ ਜਸਵਿੰਦਰ ਜੀ, ਧੰਨਵਾਦ, ਓਕੇ। ਸੋ ਇਹ ਗੱਲ ਠੀਕ ਹੈ, ਇਹਨਾਂ ਦੱਸੀ ਜੋ ਜਸਵਿੰਦਰ ਜੀ ਨੇ, ਕਿ ਲੋਕ ਨਾ ਸਬਰ ਨਹੀਂ ਕਰਦੇ ਥੋੜਾ ਵੀ, ਕਿ ਜੇ ਕਿਤੇ ਥੋੜੀ ਵੇਟਿੰਗ ਕਰਨੀ ਪੈ ਗਈ ਤਾਂ ਉੱਥੇ ਬਸ ਆਪਣੇ ਤੋਂ ਬਾਹਰ ਹੋ ਜਾਣਾ, ਜਾਂ ਕੋਈ ਅਨਫੇਅਰ ਮੀਨਸ ਯੂਜ਼ ਕਰਕੇ ਸੱਜੇ ਖੱਬੇ ਕਿਸੇ ਤਰ੍ਹਾਂ ਵੀ ਮੇਰਾ ਕੰਮ ਨਿਕਲ ਜੇ। ਬਾਅਦ ਵਿੱਚ ਭਾਵੇਂ ਉੱਥੋਂ, ਹੁਣ ਕਈ ਬੰਦੇ ਲਾਉਣ ਲਈ ਤਾਂ ਕਾਹਲੇ ਹੁੰਦੇ ਆ ਕਿ ਛੇਤੀ ਮੇਰਾ ਲੋਡ ਉਤਰ ਜਾਏ, ਉੱਥੇ $10-20 ਵੀ ਦੇ ਦੇਣੇ ਆ, ਫਿਰ ਆ ਕੇ ਭਾਵੇਂ 3 ਘੰਟੇ ਫੇਸਬੁੱਕ ਤੇ ਲੱਗਾ ਰਵੇ ਕਿਤੇ। ਮਤਲਬ ਜੇ ਉਹ ਉੱਥੋਂ ਲਾਹ ਆ ਕੇ ਉਹਦੀ ਸਲੀਪ ਪੂਰੀ ਕਰਨੀ, ਉਹ 'ਚ 2-3 ਘੰਟੇ ਫੇਸਬੁੱਕ ਤੇ, ਵਟਸਐਪ ਤੇ, ਸੋਸ਼ਲ ਮੀਡੀਆ ਤੇ ਲਾ ਦੇਣੇ ਆ, ਪਰ ਉੱਥੇ ਬੜੀ ਕਾਹਲੀ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ। ਸੋ ਮੈਂ ਗੱਲ ਕਰਨ ਲੱਗਾ ਸੀ ਕਿ ਇੱਕ
ਸਟੋਰ ਦੀ ਮੈਂ ਗੱਲ ਕਰਦਾ, ਮੈਂ ਉੱਥੇ ਬੰਦਾ ਕੰਮ ਕਰਦਾ ਸੀ ਸਟੋਰ ਦੇ ਉੱਤੇ, ਫਿਰ ਉਹਨੂੰ ਥੋੜਾ ਦੂਰ ਪੈਂਦਾ ਕਸਬਾ, ਉੱਥੇ ਦੀ ਗੱਲ ਆ। ਉਹ ਕਹਿੰਦਾ ਉੱਥੇ ਇੱਕ ਸਟੋਰ ਤਾਂ ਆਪਣੇ ਬੰਦੇ ਦਾ ਸੀ, ਦੇਸੀ ਦਾ, ਜਿਹਦੇ ਕੋਲ ਉਹ ਕੰਮ ਕਰਦਾ ਸੀ, ਤੇ ਦੂਜਾ ਸਟੋਰ, ਦੋ ਹੀ ਸਟੋਰ ਸੀ ਉੱਥੇ, ਉਹ ਕਿਸੇ ਗੋਰੇ ਦਾ ਸੀ। ਉਹ ਕਹਿੰਦਾ ਗੋਰੇ ਦਾ ਹਿਸਾਬ ਕਿਤਾਬ ਤਾਂ ਇਹ ਸੀ ਕਿ ਉਹਨੇ ਜਿਹੜਾ ਅੱਜ ਬਣਾਇਆ ਨਾ ਕੋਈ ਵੀ ਫੂਡ, ਉਹ 12 ਵਜੇ ਤੱਕ ਰੱਖਣਾ। ਉਹ 24 ਆਵਰ ਚੱਲਦੇ ਸੀ। 12 ਵਜੇ ਬਜਾਏ ਬਲਕਿ ਜਦੋਂ 11:45 ਹੋਣ ਲੱਗਣੇ ਤਾਂ ਉਹਨੇ ਆਪਣੀ ਘੜੀ ਦੇਖਣ ਲੱਗ ਪੈਣਾ, ਜਿੱਦਾਂ ਹੀ 12 ਵਜੇ, ਮਤਲਬ ਪੂਰਾ ਅਸੂਲ ਰੱਖਿਆ ਸੀ 12 ਵਜੇ ਉਹਨੂੰ ਕਹਿਣਾ ਸਾਰਾ ਟਰੈਸ਼ ਵਿੱਚ ਸੁੱਟ ਦਿਓ, ਸਾਰਾ ਜਿੰਨਾ ਬਣਿਆ ਸੁੱਟ ਦਿਓ, ਕੋਈ ਨਹੀਂ ਰੱਖਣਾ, ਫਰੈਸ਼ ਦੇਣਾ। ਬਾਕੀ ਉਸ ਤੋਂ ਬਾਅਦ ਜਿੰਨਾ ਵਿਕਿਆ ਵਿਕਿਆ, ਰਹਿ ਗਿਆ 12 ਵਜੇ ਸੁੱਟ ਦਿਓ। ਕਹਿੰਦੇ ਯਾਰ ਸਾਡੇ ਬੰਦੇ ਸੀ, ਇਹਨਾਂ ਦਾ ਕੰਮ ਇਹ ਸੀ ਕਿ ਜਿਹੜਾ ਉਹ ਕਰ ਲਿਆ, ਫਿਰ ਉਹ ਬਚ ਗਿਆ, ਜਿੰਨਾ ਵਿਕਿਆ ਵਿਕਿਆ, ਜਿਹੜਾ ਬਚ ਗਿਆ ਉਹਨੂੰ ਰੱਖ ਲਓ ਇੱਕ ਪਾਸੇ ਕੱਢ ਕੇ, ਫਿਰ ਉਹ ਗਰਮ ਕਰਕੇ ਜਿੰਨੀ ਦੇਰ ਤੱਕ ਵਿਕਿਆ, ਜੇ ਫਿਰ ਵੀ ਕੁਝ ਬਚ ਗਿਆ ਅਗਲੇ ਦਿਨ ਡੀਲ ਲਾ ਦੇਣੀ ਹੈ। ਮੰਨ ਲਓ ਜੇ $2 ਦਾ ਇੱਕ ਹੈ, ਫਿਰ 2 ਦੇ 2 ਲਾ ਕੇ ਦੇ ਦੇਣੀ ਆ। ਹੁਣ ਫਾਰਮਾਂ 'ਚ ਕੰਮ ਕਰਨ ਵਾਲੇ ਬੰਦੇ ਹੁੰਦੇ, ਉਹਨਾਂ ਨੂੰ ਚੱਕ ਕੇ ਉਹ ਫੜਾ ਦੇਣੀ ਹੈ। ਤੇ ਜੇ ਉਹ ਤੋਂ ਵੀ ਬਚ ਗਿਆ ਤੇ ਫਿਰ ਮਾਲਕ ਨੇ ਕਹਿਣਾ ਵੀ ਹਾਂ ਹੁਣ ਉਹਨੂੰ ਸੁੱਟ ਦਿਓ। ਉਹ ਕਹਿੰਦਾ ਉਸ ਤੋਂ ਬਾਅਦ ਜਿੱਦਾਂ ਦਾ ਫਿਰ ਮਾਲਕ ਹੁੰਦਾ ਉੱਦਾਂ ਦੇ ਵਰਕਰ ਹੋ ਜਾਂਦੇ ਆ। ਉਸ ਤੋਂ ਬਾਅਦ ਵਰਕਰਾਂ ਦਾ ਇਹ ਹਾਲ ਸੀ ਕਿ ਉਹਨਾਂ ਨੇ, ਉਹ ਮਾਲਕ ਨੇ ਕਹਿ ਦੇਣਾ ਸੁੱਟ ਦੇ, ਫੇਰ ਵੀ ਰੱਖ ਲੈਣਾ। ਉਹ ਕੋਈ ਉੱਥੇ ਹੋਮਲੈਸ ਜਾਂ ਕੋਈ ਹੋਰ ਇਦਾਂ ਦਾ ਬੰਦਾ ਆ ਗਿਆ, ਉਹਨੂੰ ਦੇਖ ਕੇ ਕਹਿਣਾ ਵੀ ਹੁਣ ਤੂੰ ਜਿਹੜਾ ਸਾਡਾ ਬਾਹਰਲਾ ਹੈਗਾ ਯਾਰਡ ਸਾਫ਼ ਕਰ ਦੇ। ਮਤਲਬ ਇਹੋ ਜਿਹਾ ਹਿਸਾਬ ਕਿਤਾਬ। ਤੇ ਉੱਦਾਂ ਉਹਨੂੰ ਇਹ ਦੱਸਿਆ, ਕਹਿੰਦਾ ਬੜੇ ਪੁਰਾਣੇ ਸਟੋਰ ਆ ਦੋਨੇ ਹੀ, ਤੇ ਲਗਭਗ ਸਾਲ 2 ਸਾਲ ਦੇ ਵਕਫੇ ਨਾਲ ਸ਼ੁਰੂ ਹੋਈ ਸੀ। ਵੀ ਜਿਹੜਾ ਸਾਡੇ ਵਾਲਾ ਬੰਦਾ ਚੱਲਦਾ ਤਾਂ ਸਟੋਰ ਇਹਦਾ ਵੀ ਕਾਫੀ ਹੈ, ਇੱਕੋ ਹੀ ਆ। ਉਹ ਗੋਰੇ ਨੇ 9 ਸਟੋਰ ਬਣਾ ਲਏ। ਮਤਲਬ ਜੇ ਆਪਾਂ ਕਹੀਏ ਵੀ ਇਹ ਆਪਾਂ ਕਰਕੇ ਬੜੀਆਂ ਬਚਤਾਂ, ਹੇਰਾ ਫੇਰੀਆਂ, ਉਧਰ ਕੁਝ ਬਣਾਉਂਦੇ ਨਹੀਂ ਹੈਗੇ, ਗਵਾਉਂਦੇ ਹੀ ਆ। ਹੁਣ ਉਹ ਜਿਹੜਾ ਬੰਦਾ, ਜੇ ਆਪਾਂ ਕਹੀਏ ਉਹ ਤਾਂ ਬੜਾ ਨੁਕਸਾਨ ਕਰ ਲੈਂਦਾ ਪੂਰਾ, 12 ਵਜੇ ਸਾਰੇ ਸਟਾਂ ਦਾ, ਤੇ ਇਹ ਬੰਦਾ ਤਾਂ ਕਮਾਈ ਜਾਂਦਾ ਇਹਦਾ, ਉਹ ਫੇਰ ਵੇਚ ਦਿੰਦਾ, ਦੂਜੇ ਦਿਨ ਤੱਕ ਵੇਚ ਦਿੰਦਾ। ਤੇ ਉਹ ਇੱਕ ਸਟੋਰ ਤੇ ਖੜਾ, ਗੋਰੇ ਦੇ 9 ਸਟੋਰ ਆ ਇਸ ਵੇਲੇ। ਇੱਦਾਂ ਦੀ ਇੱਕ ਕਹਾਣੀ ਤੁਹਾਨੂੰ ਮੈਂ ਹੋਰ ਦੱਸਦਾ। ਕੋਈ ਬੰਦਾ ਸੀ, ਚਲੋ ਨਾਂ ਨਹੀਂ ਲੈਣਾ ਚਾਹੀਦਾ, ਬਿਲਕੁਲ ਖਾਲੀ ਹੱਥ ਇੰਡੀਆ ਤੋਂ ਆਇਆ ਸੀ ਇੱਥੇ ਅਮਰੀਕਾ। ਇੱਥੇ ਆ ਕੇ ਬੜੀ ਉਹਨੇ ਮਿਹਨਤ ਮੁਸ਼ੱਕਤ ਕੀਤੀ, ਪਹਿਲਾਂ ਜੌਬ ਕੀਤੀ, ਜੌਬ ਕਰਦਿਆਂ ਕਰਦਿਆਂ ਇੱਕ ਸਟੋਰ ਬਣਾਇਆ। ਉਹ ਸਟੋਰ ਤੋਂ ਬਾਅਦ ਦੂਜਾ ਸਟੋਰ ਖੋਲ੍ਹ ਲਿਆ, ਫਿਰ ਤੀਜਾ ਖੋਲ੍ਹ ਲਿਆ, ਫਿਰ ਚੌਥੇ 'ਚ ਹਿੱਸਾ ਪਾ ਲਿਆ, ਫਿਰ ਇੱਕ 5ਵੇਂ 'ਚ ਹਿੱਸਾ ਪਾ ਲਿਆ, ਫਿਰ ਹਿੱਸਾ ਪਾ ਕੇ ਉਹ ਖਰੀਦ ਲਏ। ਮਤਲਬ 5 ਸਟੋਰਾਂ ਦਾ ਮਾਲਕ ਬੰਦਾ ਬਣ ਗਿਆ। ਪਰ ਕੰਮ ਉਹੀ ਸੀ ਕਿ ਜੇ ਕਿ ਡੇਟ ਲੰਘ ਗਈ ਹੈ ਤਾਂ ਉੱਤੋਂ ਉਹਨੂੰ ਐਕਸਪਾਇਰੀ ਡੇਟ ਮਿਟਾ ਦੇਣੀ, ਤੇ ਜਿਹੜਾ ਦੁੱਧ ਐਕਸਪਾਇਰ ਹੋਇਆ ਸਟੋਰਾਂ ਵਾਲਿਆਂ ਨੇ ਸੁੱਟਣਾ ਹੁੰਦਾ ਸੀ, ਉਹ ਲਿਆ ਕੇ ਉਹਦੀ ਬਰਫੀ ਬਣਾ ਲੈਣੀ। ਮਤਲਬ ਇਹੋ ਜਿਹੇ ਕੰਮ ਕਰਕੇ ਬੰਦੇ ਨੂੰ ਲੱਗਦਾ ਸੀ ਮੈਂ ਬੜਾ ਬੱਚਤ ਕਰਕੇ ਤਾਂ ਬੜੇ ਬਣਾ ਰਿਹਾ ਪੈਸੇ। ਚਲੋ ਚੱਲਦਾ ਰਿਹਾ, ਪਰ ਦੇਖੋ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਨਾ, 1 ਜਾਂ 2 ਇੰਸੀਡੈਂਟ ਹੀ ਆਪਣੀ ਖਰਾਬ ਕਰ ਦਿੰਦੇ ਟੋਟਲ ਇਮੇਜ। ਇੱਕ ਮਿੰਟ ਆਪਾਂ ਗੱਲ ਜਾਰੀ ਰੱਖਾਂਗੇ, ਇੱਕ ਫੋਨ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਕਿੱਥੋਂ ਬੋਲ ਰਹੇ ਤੁਸੀਂ? ਓਕੇ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ, ਜਿਹੜਾ ਇਹ ਟੌਪਿਕ ਅੱਜ ਦਾ? ਅੱਛਾ। ਮਤਲਬ ਇਹੋ ਜਿਹਾ ਕੰਮ ਚੱਲਦਾ ਹੈਗਾ ਸਟੋਰਾਂ ਤੇ ਨਾ? ਮਤਲਬ ਜਿੱਦਾਂ ਐਕਸਪਾਇਰੀ ਡੇਟ ਮਿਟਾ ਦਿੱਤੀ, ਜਾਂ ਖਰਾਬ ਸਮਾਨ ਵੇਚ
ਜਾਂ ਉਹ ਜਿੱਦਾਂ ਪੁਰਾਣਾ ਜਿੱਦਾਂ ਹੁੰਦਾ ਸੀ ਬਣੀਆਂ ਸਬਜ਼ੀਆਂ ਉਹ ਟਰੱਕਾਂ ਵਾਲਿਆਂ ਨੂੰ ਜਿੱਦਾਂ ਨਵੇਂ ਤੜਕੇ ਲਾ ਲਾ ਕੇ ਦੇਈ ਜਾਂਦੀਆਂ। ਜਾਂ ਉਹ ਦੁਆਰਾ ਚਾਸ਼ਣੀ ਚ ਕੱਢ ਕੇ ਮਠਿਆਈ ਨੂੰ ਕਿੱਦਾਂ ਕਹਿੰਦੇ ਹੁੰਦੇ, ਦੁਆਰਾ ਚਾਸ਼ਣੀ ਚ ਕੱਢ ਦੇਣਾ, ਕੁਛ ਇਦਾਂ ਦਾ ਵੀ ਸੁਣਿਆ ਸੀ ਮੈਂ ਕਿਸੇ ਤੋਂ। ਹੂੰ ਜਿਹੜੀਆਂ ਜਿਹੜੀਆਂ ਸੁੱਕੀਆਂ ਮਠਿਆਈਆਂ ਜਿੱਦਾਂ ਜਿਹੜੀਆਂ ਨਹੀਂ ਵਿਕੀਆਂ ਹੂੰ ਉਹਨਾਂ 'ਚ ਹੋਰ ਕਲਰ ਪਾ ਕੇ ਥੋੜਾ ਜਿਹਾ ਨਵਾਂ ਮਟੀਰੀਅਲ ਪਾ ਕੇ ਹੂੰ ਤੇ ਪੂਰੀਆਂ ਬਣਾ ਕੇ ਜਿੱਦਾਂ ਕਰ ਦਿੰਦੇ ਆ। ਹੂੰ ਤੇ ਬਹੁਤ ਜ਼ਿਆਦਾ ਹੇਰਾਫੇਰੀ ਚੱਲ ਰਹੀ ਸੀ ਆਪਣੇ ਪੰਜਾਬੀਆਂ 'ਚ, ਇਹ ਆਦਤ ਨਹੀਂ ਲੱਗਦਾ ਜਾ ਰਹੀ। ਨਹੀਂ, ਸੁਧਰਨਾ ਚਾਹੀਦਾ। ਚਲੋ ਥੈਂਕ ਯੂ ਜੀ, ਤੁਹਾਡਾ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਸੋਹਣਾ ਪ੍ਰੋਗਰਾਮ ਹੈ, ਬਹੁਤ ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਗੱਲ ਠੀਕ ਹੈ ਦੋਸਤੋ ਕਿ ਇਹ ਕੰਮ, ਹਾਲਾਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਇਹ ਕੰਮ ਕਰਦੇ, ਕੁਝ ਪਰਸੈਂਟ ਹੁੰਦੇ, ਕੁਝ ਇੱਕ ਹੁੰਦੇ ਆ। ਔਰ ਮੈਂ ਤਾਂ ਇਹ ਵੀ ਦੇਖਿਆ ਥੋੜੀ ਦੇਰ ਬਾਅਦ ਐਕਸਪੋਜ਼ ਵੀ ਹੋ ਜਾਂਦੇ ਆ। ਜਦੋਂ ਐਕਸਪੋਜ਼ ਹੋ ਜਾਂਦੇ ਆ ਤਾਂ ਫਿਰ ਬਸ ਫਿਰ ਉਹ ਜਿੱਦਾਂ ਹੁੰਦਾ ਵੀ ਡੁੱਬਣੇ ਵਾਲੀ ਆ, ਆਪ ਵੀ ਡੁੱਬਦੇ ਆ ਤਾਂ ਬਿਜ਼ਨਸ ਨੂੰ ਵੀ ਲੈ ਡੁੱਬਦੇ ਆ, ਤੇ ਨਾ ਵੀ ਕਮਿਊਨਿਟੀ ਦਾ ਲੈ ਡੁੱਬਦੇ ਆ, ਫਿਰ ਤਾਂ ਡੁੱਬਣ ਵਾਲੀ ਗੱਲ ਹੁੰਦੀ ਆ। ਸੋ ਮੈਂ ਉਹ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਸੀ ਕਿ ਬੰਦੇ ਨੇ ਮਿਹਨਤ ਕਰਕੇ 5 ਸਟੋਰ ਤਾਂ ਬਣਾ ਲਏ ਸੀ, ਤੇ ਲੱਗਦਾ ਸੀ ਮੈਂ ਬੜੇ ਬਚਾ ਰਿਹਾ ਡਾਲਰ ਇੱਦਾਂ ਕਰਕੇ। ਫਾਈਨਲੀ ਜਿੱਦਾਂ ਜਿੱਦਾਂ ਸਟੋਰ ਖੜੇ ਕੀਤੇ ਸੀ ਇੱਕ ਇੱਕ ਕਰਕੇ ਉਦਾਂ ਹੀ ਜਾਣ ਲੱਗ ਪਏ, ਕਿਉਂਕਿ ਜਦੋਂ ਰੈਪੂਟੇਸ਼ਨ ਜਾਂਦੀ ਰਹਿੰਦੀ ਹੈ ਨਾ, ਬਿਜ਼ਨਸ ਜਿਹੜੇ ਹੁੰਦੇ ਰੈਪੂਟੇਸ਼ਨ ਦੇ ਉੱਤੇ ਚੱਲਦੇ। ਰੈਪੂਟੇਸ਼ਨ ਤੁਹਾਡੀ ਖਰਾਬ ਹੋ ਗਈ ਇੱਕ ਵਾਰ, ਕਸਟਮਰ ਨੇ ਮੁੜ ਕੇ ਮੂੰਹ ਨਹੀਂ ਕਰਨਾ, ਚਾਹੇ ਸੋਨੇ ਦੇ ਬਣ ਕੇ ਦਿਖਾ ਦਿਓ। ਹੁਣ ਕਿਤੇ ਆਪਾਂ ਨੂੰ ਪਤਾ ਲੱਗੇ ਕਿ ਉੱਥੇ ਜਿਹੜੀ ਗਰੋਸਰੀ ਵਿਕਦੀ ਆ, ਜਾਂ ਕਿਤੇ ਉਹ ਖਾਣ ਪੀਣ ਵਾਲਾ ਸਮਾਨ ਦਿੰਦੇ, ਜਾਂ ਕੁਝ ਹੋਰ ਜਿਹੜਾ ਆ ਵੀ ਉਹ ਸਬ ਸਟੈਂਡਰਡ ਹੁੰਦਾ, ਵਧੀਆ ਨਹੀਂ ਹੁੰਦਾ, ਮਾੜਾ ਹੁੰਦਾ, ਆਪਾਂ ਨੂੰ ਇੱਕ ਵਾਰੀ ਪਤਾ ਲੱਗ ਜੇ। ਤੁਸੀਂ ਆਪ ਸੋਚੋ ਵੀ ਆਪਾਂ ਕਰਾਂਗੇ ਹੀ ਆ ਉੱਥੇ ਜਾਣ ਦਾ, ਭਾਵੇਂ ਕੋਈ ਕਿੰਨਾ ਆਪਣਾ ਬ੍ਰੇਨ ਵਾਸ਼ ਕਰ ਦੇਵੇ ਵੀ ਨਹੀਂ ਉਹ ਪਹਿਲਾਂ ਹੁੰਦਾ ਸੀ ਹੁਣ ਇਹ, ਪਰ ਨਾ, ਉਹ ਗੱਲ ਬਣਦੀ ਨਹੀਂ। ਸੋ ਲੌਂਗ ਰਨ ਦੇ ਵਿੱਚ ਬਿਜ਼ਨਸ ਜਿਹੜੇ ਆ ਨਾ ਉਹ ਡੁੱਬ ਜਾਂਦੇ ਬਾਅਦ 'ਚ। ਤੇ ਉਹ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਸੀ ਕਿ ਬੰਦੇ ਨੇ ਸਟੋਰ ਬਣਾ ਲਿਆ, ਸਾਰਾ ਕੁਝ ਹੋ ਗਿਆ, ਇੱਕ ਇੱਕ ਕਰਕੇ ਸਟੋਰ ਹੱਥੋਂ ਨਿਕਲਣੇ ਗਏ, ਨਿਕਲਦੇ ਗਏ, ਅਖੀਰ ਉਹ ਬੰਦਾ ਮੁੜ ਕੇ ਫਿਰ ਜੌਬ 'ਤੇ ਹੀ ਆ ਗਿਆ। ਮਤਲਬ ਕੀਤਾ ਸਾਰਾ ਕੁਝ, ਬੜਾ ਅੰਪਾਇਰ ਖੜਾ ਕੀਤਾ 5 ਸਟੋਰਾਂ ਦਾ, ਕਰਨ ਤੋਂ ਬਾਅਦ ਮੁੜ ਕੇ ਬੰਦਾ ਉੱਥੇ ਹੀ ਆ ਗਿਆ। ਕਿਉਂਕਿ ਇਹ ਕੰਮ ਜਿਹੜੇ ਆ ਨਾ ਬਿਜ਼ਨਸ, ਤੁਸੀਂ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਆ ਜਿਹੜੀਆਂ, ਜਿਵੇਂ ਮਲਟੀਨੇਸ਼ਨਲ ਕੰਪਨੀਆਂ ਆ, ਆਪਣੀ ਇਮੇਜ ਸੁਧਾਰਨ ਲਈ ਕਿੰਨਾ ਘਾਟਾ ਸਹਿ ਲੈਂਦੀਆਂ, ਕਿੰਨਾ ਪੈਸਾ ਖਰਚ ਕਰਦੀਆਂ ਆਪਣੀ ਇਮੇਜ ਬਣਾਉਣ ਦੀ। ਮਤਲਬ ਏਸ਼ੀਅਨ ਕੰਪਨੀਆਂ ਦੀ ਤਾਂ ਛੱਡੋ, ਜਿਹੜੀਆਂ ਇੱਥੇ ਦੀਆਂ ਕੰਪਨੀਆਂ ਆ, ਯੂਰਪੀਅਨ ਆ, ਅਮਰੀਕਨ ਕੰਪਨੀਆਂ ਆ, ਇਹ ਕੋਈ ਪ੍ਰੋਡਕਟ ਦੇ ਵਿੱਚ ਛੋਟਾ ਮੋਟਾ ਨੁਕਸ ਆ ਜਾਏ, ਸਾਰਾ ਪ੍ਰੋਡਕਟ ਹੀ ਰੀਕਾਲ ਕਰ ਲੈਂਦੇ, ਸਾਰਾ ਹੀ ਚੁੱਕ ਲੈਂਦੇ। ਕਿਤੇ ਕੋਈ ਡਿਫੈਕਟ ਆ ਜਾਏ ਫ੍ਰੀ ਆਫ ਕੋਸਟ ਸਹੀ ਕਰਕੇ ਦਿੰਦੇ ਆ। ਕਿਉਂ? ਰੈਪੂਟੇਸ਼ਨ ਬਣੀ ਰਹੇ। ਇਹ ਨਹੀਂ ਵੀ ਜਿਹੜਾ ਸਮਾਨ ਬਣ ਗਿਆ ਤੇ ਹੁਣ ਇਹ ਤੱਕ ਦੋ ਮਾਰਕੀਟ। ਇੱਕ ਵਾਰੀ ਗਲਤ ਸਮਾਨ ਤੁਹਾਡਾ ਬਣਿਆ, ਡਿਫੈਕਟਡ ਕੋਈ ਮਾਰਕੀਟ ਚਲ ਗਿਆ, ਕੰਪਨੀ ਦੀ ਰੈਪੂਟੇਸ਼ਨ ਗਈ, ਮੁੜ ਕੇ ਉਹਨੂੰ ਤੁਸੀਂ ਗੇਨ ਨਹੀਂ ਕਰ ਸਕਣਾ। ਸੋ ਇੱਥੋਂ ਚਲੋ ਛੋਟੇ ਬਿਜ਼ਨਸ ਛੋਟੇ ਹੁੰਦੇ ਆ, ਇਹਨਾਂ ਦੇ ਏਡੇ ਬਜਟ ਨਹੀਂ ਹੁੰਦੇ ਕਿ ਅਸੀਂ ਉਹਨਾਂ ਜਿੰਨਾ ਪੈਸਾ ਖਰਚ ਕਰ ਸਕੀਏ, ਪਰ ਸੋਚਣਾ ਤਾਂ ਚਾਹੀਦਾ ਨਾ ਕਿ ਅਸੀਂ ਵੀ ਰੈਪੂਟੇਸ਼ਨ ਘੱਟੋ ਘੱਟ ਬਣਾ ਕੇ ਰੱਖੀਏ, ਬਿਜ਼ਨਸ ਉਹਦੇ ਸਿਰ 'ਤੇ ਹੀ ਚੱਲਣਾ। ਹੁਣ ਇਹ ਤਾਂ ਚਲੋ ਆਪਣੇ ਸਟੋਰਾਂ ਦੀ ਲਾ ਲਓ, ਸਟੋਰਾਂ ਦੇ ਵਿੱਚ ਇੰਨਾ ਕੁਛ ਜਿੱਦਾਂ ਗਲਤ ਮਲਤ ਹੁੰਦਾ ਆ, ਉੱਥੇ ਆਪਾਂ ਦੇਖ ਲੈਂਦੇ ਹਾਂ ਵੀ ਜਿੱਦਣ ਕੋਈ ਚੈਕਿੰਗ ਹੋਣੀ ਆ ਉੱਦਣ ਸੱਜੇ ਖੱਬੇ ਕਰਕੇ ਸਾਰ ਲਿਆ ਕੁਛ। ਜਿਹੜੇ ਹੁਣ ਟਰੱਕਿੰਗ, ਆਪਣੇ ਮੋਸਟਲੀ ਬੰਦੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਅਤੇ ਟਰੱਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਅੱਜ ਕੱਲ੍ਹ ਰੌਲਾ ਪਿਆ ਕਿ ਆਪਣੇ ਬੰਦੇ ਇਸ ਹੱਦ ਤੱਕ ਕਰੀ ਜਾਂਦੇ ਆ ਕਿ ਜਾਂ ਤਾਂ ਉਹਨਾਂ ਨੂੰ ਬਿਜ਼ਨਸ ਮਾਈਂਡਡ ਹੀ ਹੈ ਨਹੀਂ ਗੇ, ਉਹਨਾਂ ਨੂੰ ਪਤਾ ਹੀ ਨਹੀਂ ਬਿਜ਼ਨਸ ਕਿੱਦਾਂ ਕਰਨਾ, ਜਾਂ ਲਾਲਚ ਦੇ ਵਿੱਚ, ਪਰ ਬਿਜ਼ਨਸ ਦਾ ਬੇੜਾ ਗਰਕ ਕਰੀ ਜਾਂਦੇ ਆ ਕਿ ਇੰਨਾ ਵਧੀਆ ਸਿਸਟਮ ਉਹਨੂੰ ਆਪਾਂ ਖਰਾਬ ਕਰਨ 'ਤੇ ਤੁਲੇ ਹਾਂ, ਅਤੇ ਫਿਰ ਬਾਅਦ ਵਿੱਚ ਅਸੀਂ ਆਪ ਹੀ ਬਿਲਕਦੇ ਹਾਂ। ਜਦੋਂ ਕੋਈ ਸਖਤੀ ਹੁੰਦੀ ਆ, ਐਡਮਿਨਿਸਟ੍ਰੇਸ਼ਨ ਅਥਾਰਟੀ, ਕੋਈ ਡਿਪਾਰਟਮੈਂਟ ਕੋਈ ਸਖਤ ਕਦਮ ਚੁੱਕ ਲੈਂਦਾ, ਸਾਡੇ ਵਿਰਸੇ 'ਚ, ਸਾਡੇ ਸੱਭਿਆਚਾਰ 'ਚ ਚੰਗੀਆਂ ਗੱਲਾਂ ਆ, ਉਹਨਾਂ ਨੂੰ ਉਭਾਰਨਾ ਚਾਹੀਦਾ ਕਿ ਕਿੱਦਾਂ ਅਸੀਂ ਦੂਜਿਆਂ ਦੀ ਹੈਲਪ ਲਈ ਅੱਗੇ ਆਉਂਦੇ ਆ, ਅਤੇ ਕਿੱਦਾਂ ਜਿਹੜੀ ਕੋਈ ਵੀ ਚੰਗੀਆਂ ਗੱਲਾਂ, ਕਿਉਂਕਿ ਕਿਸੇ ਟਾਈਮ ਬਹੁਤ ਪੁਰਾਣੀਆਂ ਗੱਲਾਂ, ਜਿਹੜੇ ਪੁਰਾਣੇ ਬੰਦਿਆਂ ਨੂੰ ਕਿਤੇ ਸੁਣੋ ਕਿ ਉਸ ਟਾਈਮ ਜਿਹੜੇ ਬੰਦੇ ਆਪਣੇ ਇੱਥੇ ਆਉਂਦੇ ਸੀ
ਲੇਡੀਜ਼ ਜੈਂਟ ਉਹ ਉੱਥੇ ਦੇ ਜਿਹੜੇ ਕੱਪੜੇ ਵੀ ਪਾਉਂਦੇ ਸੀ ਨਾ, ਜਿੱਦਾਂ ਲੇਡੀ ਸੂਟ ਪਾਉਂਦੀਆਂ ਸੀ, ਜਾਂ ਇੱਥੇ ਦੇ ਬੰਦੇ ਉਹ ਕੁੜਤੇ ਪਜਾਮੇ ਪਾਉਂਦੇ ਸੀ ਕਿ ਬਾਕੀ ਦਿਨ ਤਾਂ ਕੰਮ ਤੇ ਠੀਕ ਹੈ, ਜਿੱਦਾਂ ਕੋਈ ਵੀਕਐਂਡ ਦੇ ਉੱਤੇ ਕੱਪੜੇ ਕੁੜਤੇ ਪਜਾਮੇ ਦਾ। ਤੇ ਇਹ ਇੱਥੇ ਦੇ ਲੋਕ ਜਿਹੜੇ ਚੰਗੇ ਨਹੀਂ ਸਮਝਦੇ, ਕਈ ਬੰਦੇ ਤਾਂ ਰੋਕ ਟੋਕ ਦਿੰਦੇ ਸੀ ਸ਼ਰੇਆਮ ਰੋਕ ਕੇ ਵੀ ਇਹ ਤੂੰ ਕੀ ਤੈਨੂੰ ਵੈਲ ਡਰੈਸ ਕਿਉਂ ਨਹੀਂ, ਤੈਨੂੰ ਡਰੈਸ ਅਪ ਹੋਣਾ ਨਹੀਂ ਆਉਂਦਾ ਕਿ ਇਹ ਕੀ ਡਰੈਸ ਪਾਈ ਆ। ਤੇ ਸਾਡੀ ਸੁਸਾਇਟੀ ਦੇ ਅਕੋਰਡਿੰਗਲੀ ਡਰੈਸ ਅਪ ਵੈਲ ਡਰੈਸ ਅਪ ਹੋ ਕੇ ਰਿਹਾ, ਇਹ ਵਧੀਆ ਲੋਕਾਂ ਦੀ ਸੁਸਾਇਟੀ ਹੈ। ਮਤਲਬ ਇਹੋ ਜਿਹੀ ਕਿਤੇ ਪੁਰਾਣੀਆਂ ਲਿਟਰੇਚਰ ਦੀਆਂ ਕਿਤਾਬਾਂ ਇਹਦੇ ਜਿਹੜੇ ਪ੍ਰਵਾਸੀ ਲੇਖਕਾਂ ਦੀਆਂ ਉਹ 'ਚ ਇਹ ਚੀਜ਼ਾਂ ਹੈਗੀਆਂ ਸੀ। ਚਲੋ ਹੌਲੀ ਹੌਲੀ ਸੁਸਾਇਟੀ ਜਿਹੜੀ ਹੈ ਲਿਬਰਲ ਹੁੰਦੀ ਗਈ, ਹੁਣ ਕੋਈ ਸ਼ਰੇਆਮ ਤਾਂ ਨਹੀਂ ਟੋਕਦਾ, ਪਰ ਮਨ 'ਚ ਤਾਂ ਉਹਨਾਂ ਦੇ ਆਉਂਦੀ ਹੈ ਨਾ ਕਿ ਲੋਕੀ ਸਟੋਰਾਂ ਤੇ ਜਾਂਦੇ ਆ, ਜਾਂ ਕਿ ਟਰੱਕ ਸਟਾਪਾਂ ਤੇ ਵੀ ਦੇਖਿਆ ਕਿ ਮਤਲਬ ਕਸੀਆਂ ਟੁੱਟੀਆਂ ਜਿਹੀਆਂ ਚੱਪਲਾਂ ਪਾਈਆਂ ਹੋਣਗੀਆਂ ਤੇ ਨਕੰਮਾ ਜਿਹਾ ਲੋਅਰ ਉੱਦਾਂ ਦੀ, ਮਤਲਬ ਇੰਨਾ ਜਲੂਸ ਕੱਢਿਆ ਹੁੰਦਾ ਉਹਨੂੰ ਦੇਖ ਕੇ ਲੱਗਦਾ ਨਹੀਂ ਵੀ $5-7 ਹਜ਼ਾਰ ਮਹੀਨੇ ਦਾ ਤਾਂ ਹਰੇਕ ਡਰਾਈਵਰ ਕਮਾ ਹੀ ਲੈਂਦਾ। ਕੋਈ ਡਰੈਸ ਤਾਂ ਚੰਗੀ ਪਾਓ, ਜੇ ਕਿਤੇ ਚੱਲੇ ਵੈਲ ਡਰੈਸ ਅਪ ਹੋ ਕੇ ਜਾਓ। ਦੇਖਿਆ ਨਹੀਂ ਸਟੋਰਾਂ ਦੇ ਟਰੱਕ ਸਟਾਪਾਂ ਦੇ ਗੋਰੇ ਆਉਂਦੇ ਕਿੱਦਾਂ ਵੈਲ ਡਰੈਸ ਅਪ ਹੁੰਦੇ ਆ, ਉਹਨਾਂ ਨੇ ਬੂਟ ਪਾਏ ਹੁੰਦੇ ਆ ਬਕਾਇਦਾ। ਪਹਿਲੀ ਤਾਂ ਗੱਲ ਆਪਣਾ ਜਿਹੜੀ ਟਰੱਕਿੰਗ ਹੈਗੀ ਆ, ਟਰੱਕਿੰਗ ਜਿਹਦੇ ਕੋਲ CDL ਲਾਇਸੈਂਸ ਹੈ ਕਮਰਸ਼ੀਅਲ ਦਾ, ਉਹ ਅਲਾਉ ਹੀ ਨਹੀਂ ਕਰਦਾ ਤੁਸੀਂ ਚੱਪਲਾਂ ਪਾ ਕੇ ਟਰੱਕ 'ਚ ਚੜੋ ਜਾਂ ਟਰੱਕ ਚਲਾਓ। ਤੁਸੀਂ ਤੁਹਾਡੀ ਅੱਡੀ ਢੱਕੀ ਹੋਣੀ ਚਾਹੀਦੀ, ਬੂਟ ਪਾਏ ਹੋਣੇ ਚਾਹੀਦੇ। ਬਾਕੀ ਚਲੋ ਡਰੈਸ ਤਾਂ ਆਪਾਂ ਆਪ ਆਪਣੇ ਲਈ ਪਾਉਣੀ, ਆਪਣੀ ਇਮੇਜ। ਹੁਣ ਬੰਦਾ ਦੇਖਣ ਨੂੰ ਇੱਦਾਂ ਲੱਗੇ ਵੀ ਜਿੱਦਾਂ ਭਿਖਾਰੀ ਜਿਹਾ ਮੰਗਦਾ ਹੈ, ਤੁਰਿਆ ਫਿਰੇ, ਕੀ ਇਮੇਜ ਬਣਦੀ ਹੈ। ਪਿੱਛੇ ਉਹ ਵੀਡੀਓ ਵੀ ਸੀ, ਉਹ ਜੱਗ ਮੁੰਡਾ ਸੀਗਾ, ਉਹਨੇ ਨਾਲ ਉਹਦਾ ਨੰਗੇ ਸਿਰ ਵਾਲ ਲੈ ਕੇ DMV ਫਿਰਦਾ ਸੀ, ਉਹਨੂੰ ਫਿਰ ਕਿਸੇ ਨੇ ਟੋਕਿਆ। ਸੋ ਇਹ ਵੀ ਬੜਾ ਵੱਡਾ ਹੈ ਕਿ ਆਪਣੇ ਲੋਕ ਚਾਹੇ ਕਾਸਕੋ ਜਾਣਾ, ਵਾਲਮਾਰਟ ਜਾਣਾ, ਉੱਦਾਂ ਹੀ ਚੱਕ ਕੇ ਤੁਰ ਪੈਂਦੇ ਆ, ਬੈਂਕ ਜਾਣਾ ਚੱਪਲਾਂ ਪਾ ਕੇ ਤੁਰ ਪੈਂਦੇ ਆ। ਯਾਰ ਥੋੜ੍ਹਾ ਬਹੁਤਾ ਤਾਂ ਰੱਖੋ, ਥੋੜ੍ਹਾ ਬਹੁਤਾ ਡੈਕੋਰਮ ਬਣਾ ਕੇ ਰੱਖੋ ਵਧੀਆ। ਕਿੰਨਾ ਕੁ ਫਰਕ ਪੈਂਦਾ ਯਾਰ, ਚੱਪਲਾਂ ਦੀ ਜਗ੍ਹਾ ਬੂਟ ਪਾ ਲਓ। ਸਾਰਿਆਂ ਕੋਲ ਚੰਗੇ ਕੱਪੜੇ ਇੱਥੇ ਯਾਰ ਕਮਾਉਂਦੇ ਆ, ਕਿਤੇ ਇਹ ਤਾਂ ਨਹੀਂ ਵੀ ਸਾਰੇ ਕਿਤੇ ਟੁੱਟੇ ਫੁੱਟੇ ਕੱਪੜਿਆਂ ਨਾਲ ਹੀ ਗੁਜ਼ਾਰਾ ਕਰਦੇ। ਚੰਗੇ ਵੈਲ ਡਰੈਸ ਅਪ ਹੋ ਕੇ ਜਾਓ ਜਿੱਥੇ ਵੀ ਜਾਣਾ, ਕੋਈ ਤੁਹਾਡਾ ਚੰਗਾ ਇੰਪ੍ਰੈਸ਼ਨ ਪਵੇ। ਸੋ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਆਪਾਂ ਜਦੋਂ ਸ਼ਾਪਿੰਗ ਕਰਨ ਜਾਣਾ, ਬਾਹਰ ਜਾਣਾ, ਟਰੱਕ ਸਟਾਪਾਂ ਦੇ ਉੱਤਰਨਾ, ਉੱਥੇ ਆਪਣਾ ਚੰਗਾ ਇੰਪ੍ਰੈਸ਼ਨ ਦਈਏ, ਵਧੀਆ ਕੱਪੜੇ ਪਾ ਕੇ, ਵਧੀਆ ਜਿਹੜਾ ਆਪਣਾ ਬਣ ਠਣ ਕੇ ਜਾਈਏ। ਐਵੇਂ ਜਲੂਸ ਨਹੀਂ ਕਢਾਉਣ ਦੀ ਲੋੜ ਹੁੰਦੀ। ਮੈਨੂੰ ਤਾਂ ਕਿਸੇ ਬੰਦੇ ਨੇ ਗੱਲ ਦੱਸੀ, ਹੁਣ ਹੈ ਤਾਂ ਇਹੋ ਜਿਹੀ ਦੱਸਦੇ ਸ਼ਰਮ ਵੀ ਆਉਂਦੀ ਹੈ, ਕਹਿੰਦਾ ਕੋਈ ਬੰਦਾ ਉਤਰਿਆ ਟਰੱਕ 'ਚੋਂ, ਉਤਰ ਕੇ ਤੇ ਜਾ ਕੇ ਜਿਹੜੇ ਉਹ ਚੱਪਲਾਂ ਪਾਈਆਂ ਸੀ ਉਹਨੇ ਵਾਸ਼ ਬੇਸਨ ਦੇ ਵਿੱਚ ਜਾ ਕੇ ਆਪਣਾ ਉੱਪਰ ਪੈਰ ਰੱਖ ਕੇ ਧੋਣ ਲੱਗ ਪਿਆ। ਵਿੱਚ ਵਾਰੀ ਪਹਿਲਾਂ ਉਹ ਪੈਰ ਰੱਖਿਆ, ਫਿਰ ਉਹ ਪੈਰ ਰੱਖਿਆ। ਚਲੋ ਉਸ ਵੇਲੇ ਕਹਿੰਦਾ ਕੋਈ ਨਹੀਂ ਸੀ ਉੱਥੇ, ਜਦੋਂ ਮੈਂ ਆਇਆ ਇੱਕਦਮ ਤਾਂ ਮੈਨੂੰ ਦੇਖ ਕੇ ਦਵਾ ਦਵਾ ਉਹਨੇ ਕਰ ਲਿਆ, ਤਾਂ ਉਸ ਤੋਂ ਬਾਅਦ ਇੱਕਦਮ ਹੋਰ ਗੋਰੇ ਵੀ ਆਏ। ਹੁਣ ਉਹਨੇ ਸਾਰਾ ਹੀ ਨਾਲੇ ਪਾਣੀ ਥੱਲੇ ਖਿਲਾਰਤਾ, ਸਲਿੱਪਰੀ ਕਰਤੀ, ਤੇ ਮੁੜ ਕੇ ਕਹਿੰਦਾ ਦੰਦ ਕੱਢ ਕੇ ਸਾਰ ਦਿੱਤਾ। ਉਸ ਤੋਂ ਬਾਅਦ ਅਗਲਾ ਕੰਮ ਕੀ ਕੀਤਾ, ਕਹਿੰਦਾ ਕਿ ਉਹ ਡੋਰ ਨਾਲ ਨਾ ਬੰਨ੍ਹ ਕੇ ਤੇ ਉਹ ਪੂਣੀ ਕਰਨ ਲੱਗ ਪਿਆ। ਸਾਰੇ ਕਹਿੰਦਾ ਜਿਹੜੇ ਲੰਘਣ ਕੋਲ ਦੀ ਸਿਰ ਮਾਰ ਕੇ ਲੰਘਣ ਕੇ ਬੰਦਾ ਕੀ ਕਰਦਾ, ਪਰ ਉਸ ਬੰਦੇ ਕਹਿੰਦਾ ਕੋਈ ਅਸਰ ਨਹੀਂ ਹੋਇਆ। ਹੱਸ ਕੇ ਉਹਨੇ ਉਹ ਕੱਛ 'ਚ ਲਈ ਲੈ ਕੇ ਤੇ ਉੱਦਾਂ ਹੀ ਬਲੇਡ ਦਾ ਬਾਹਰ ਨੂੰ ਤੁਰ ਪਿਆ। ਮਤਲਬ ਇਹ ਕੰਮ ਆਪਾਂ ਕਿਉਂ ਕਰਦੇ ਹਾਂ? ਆਪਾਂ ਵੈਲ ਡਰੈਸ ਅਪ ਹੋ ਕੇ ਨਿਕਲੀਏ। ਜੇ ਇਹ ਕਰਨਾ ਹੀ ਆ, ਪੈਰ ਧੋਣ ਵਾਲੇ ਆ, ਪੱਗ ਬੰਨਣੀ ਆ, ਟਰੱਕਾਂ ਵਾਲਿਆਂ ਕੋਲ ਤਾਂ ਫ੍ਰੀ ਦੇ ਸ਼ਾਵਰ ਹੁੰਦੇ ਆ, $10-12 ਦਾ ਸ਼ਾਵਰ ਆ, ਟਰੱਕਾਂ ਫ੍ਰੀ ਮਿਲਦੇ ਆ ਤੇਲ ਪਾਉਣ ਦੇ ਬਦਲੇ। ਉਹ ਸ਼ਾਵਰ ਲੈ ਲਓ, ਸ਼ਾਵਰ ਦੇ ਵਿੱਚ ਜਾ ਕੇ ਜੋ ਮਰਜ਼ੀ ਧੋਵੋ, ਜੇ ਨਹੀਂ ਵੀ ਨਹਾਉਣਾ ਪੈਰ ਧੋ ਲਓ, ਪੱਗ ਬੰਨ ਲਓ, ਉੱਥੋਂ ਹੋ ਕੇ ਆ ਜਾਓ। ਫ੍ਰੀ ਦੇ ਵਿੱਚ ਤਾਂ ਮਿਲਦੇ ਆ, ਉਹਦੇ 'ਚ ਕੀ ਦਿੱਕਤ ਹੈ? ਮਤਲਬ ਪਤਾ ਨਹੀਂ ਕਿਹੜੀ ਚੀਜ਼ ਦੀ ਕਾਹਲੀ ਹੁੰਦੀ, ਹਰ ਵੇਲੇ ਕਾਹਲੀ ਤੇ ਫਿਰ ਮੁੜ ਕੇ ਇਹੋ ਜਿਹੇ ਕੰਮ ਕਰ ਰਹੇ। ਤੇ ਦੂਜੀ ਗੱਲ ਇੱਕ ਹੋਰ, ਆਪਣੇ ਪਿੱਛੇ ਜੇ ਉਹ ਵੀਡੀਓ ਵਾਇਰਲ ਹੋਈ ਸੀਗੇ, ਆਪਣਾ ਹੀ ਕੋਈ ਬੰਦਾ ਸਰਦਾਰ ਭਾਈ ਟਰੱਕ ਲਾ ਕੇ ਵਿੱਚ ਫਿਊਲ ਆਈਲੈਂਡ ਦੇ ਆਪ ਅੰਦਰ ਨੂੰ ਚਲ ਗਿਆ, ਪਿੱਛੇ ਵੀ ਕੋਈ ਪੰਜਾਬੀ ਸੀ, ਉਹ ਦੇਖਦਾ ਰਿਹਾ ਉਹਨੂੰ, ਆਇਆ ਆ ਕੇ ਗਲਤੀ ਮੰਨਣ ਦੀ ਬਜਾਏ ਉਹਨਾਂ ਲੜਨ ਲੱਗ ਪਿਆ ਕਿ ਕਰ ਲਾ ਜਦੋਂ ਕੀ ਗੱਲ। ਦੱਸੋ ਕਿੱਡਾ ਗਲਤ ਐਟੀਟਿਊਡ ਹੈ।
ਉਹ ਕਹਿੰਦਾ ਬੰਦੇ ਨੇ ਤੇਲ ਵੀ ਨਹੀਂ ਪਾਇਆ, ਸਿਰਫ ਸ਼ੀਸ਼ੇ ਸਾਫ਼ ਕੀਤੇ ਤੇ ਟਰੱਕ ਉੱਥੇ ਹੀ ਖੜਾ ਕਰਕੇ ਅੰਦਰ ਚਲੇ ਗਿਆ। ਮਤਲਬ ਕਈ ਬੰਦੇ ਇਹ ਵੀ ਦੱਸਦੇ ਆ ਵੀ ਤੇਲ ਪਵਾ ਲਿਆ, ਅੰਦਰੋਂ ਜਾ ਕੇ ਲੈ ਆਇਆ ਤੇ ਸੈਂਡਵਿਚ ਸੀਟ ਤੇ ਬੈਠ ਕੇ ਖਾਣ ਲੱਗ ਪੈਂਦੇ ਆ। ਉਹਨਾਂ ਜੇ ਟਰੱਕ ਅੱਗੇ ਨਹੀਂ ਕਰਨਾ ਜਿੰਨੀ ਦੇਰ ਆ ਕੇ ਪਿਛਲੇ ਕਿਸੇ ਡਰਾਈਵਰ ਨੇ ਉਹਨੂੰ ਨੌਕ ਨਹੀਂ ਕਰਨਾ, ਤੇ ਫਿਰ ਉਹ ਨੌਕ ਵੀ ਜਿੱਦਾਂ ਕਰਦੇ ਗੁੱਸੇ ਦੇ ਵਿੱਚ ਮਾਰਦੇ ਪੂਰੇ ਹੱਥ, ਵੀ ਤੈਨੂੰ ਸੈਂਸ ਨਹੀਂ ਪਿੱਛੇ ਬੰਦਾ ਖੜਾ ਤਾਂ ਤੂੰ ਟਰੱਕ ਅੱਗੇ ਕਰ ਲਾ। ਬਾਕੀ ਤੁਸੀਂ ਦੇਖੋ ਨਾ, ਹੋਰ ਬੰਦੇ ਆ ਜਿਹੜੇ ਭਾਵੇਂ ਪਿੱਛੇ ਟਰੱਕ ਨਾ ਵੀ ਖੜਾ ਹੋਵੇ, ਉਹ ਆਪਣਾ ਟਾਈਮ ਜਿੰਨਾ ਲੱਗਦਾ ਲਾ ਕੇ ਉੱਥੋਂ ਟਰੱਕ ਅੱਗੇ ਕਰਕੇ ਫੇਰ ਅੰਦਰ ਜਾਂਦੇ ਆ, ਤੇ ਜੇ ਉਹਨੂੰ ਲੱਗਦਾ ਜ਼ਿਆਦਾ ਟਾਈਮ ਲੱਗਣਾ ਤੇ ਪਾਰਕਿੰਗ 'ਚ ਲਾ ਲੈਂਦੇ ਆ। ਤੇ ਆਪਾਂ ਇਹ ਕੰਮ ਕਿਉਂ ਕਰਦੇ ਆ? ਇਸ ਤੋਂ ਇਲਾਵਾ ਦੂਜੇ ਪਾਸੇ ਆ ਜਾਓ, ਪਹਿਲਾਂ ਪੇਪਰ ਵਾਲੀਆਂ ਸੀਗੀਆਂ ਲੌਗ ਬੁੱਕਾਂ, ਫਿਰ ਇਹ ਦੂਜੀਆਂ ELD ਆ ਗਈਆਂ ਇਲੈਕਟ੍ਰੋਨਿਕ। ਪੇਪਰ ਬੁੱਕ ਦੇ ਵਿੱਚ ਵੀ ਇਹੋ ਹੀ ਸੀ ਵੀ ਪਾੜ ਦਿਓ, ਪਾੜ ਕੇ ਸੁੱਟ ਕੇ ਨਵੀਂ ਬਣਾ ਲਓ ਤੇ ਅੱਗੇ ਚੱਲ ਜਾਓ, ਫਿਰ ਪਾੜ ਕੇ ਸੁੱਟ ਦਿਓ, ਬਣਾ ਦਿਓ ਤੇ ਅੱਗੇ ਚਲੇ ਜਾਓ। ਫਿਰ ਇਸੇ ਕਰਕੇ ਉਹਨਾਂ ਨੇ ਉਦੋਂ ELDਆਂ ਲਾਈਆਂ ਸੀ, ਇਲੈਕਟ੍ਰੋਨਿਕ ਲੌਗ ਬੁੱਕ। ਉਦੋਂ ਆਪਣੇ ਲੋਕਾਂ ਨੇ ਬੜਾ ਵਿਰੋਧ ਕੀਤਾ ਵੀ ELDਆਂ ਨਹੀਂ ਲੱਗਣੀਆਂ ਚਾਹੀਦੀਆਂ। ਤੇ ਉਹ ਸਵਾਲ ਜਿਹੜੇ FMCS ਵਾਲੇ ਜੋ ਹੋਰ ਪੁੱਛਦੇ ਸੀ ਵੀ ਅਸੀਂ ਕਿਹੜਾ ਕੋਈ ਲਾ ਚੇਂਜ ਕਰ ਰਹੇ ਹਾਂ, ਲਾ ਤਾਂ ਉਹੀ ਆ, ਕੋਈ ਨਵੀਂ ਅਮੈਂਡਮੈਂਟ ਨਹੀਂ ਕੀਤੀ, ਇਹਦੇ ਵਿੱਚ ਨਵਾਂ ਕਾਨੂੰਨ ਨਹੀਂ ਲਿਆਂਦਾ। ਜਿਹੜਾ ਲਾ ਆਲਰੇਡੀ ਚੱਲ ਰਿਹਾ ਆ ਉਹਨੂੰ ਪੇਪਰ ਦੀ ਜਗ੍ਹਾ ਇਲੈਕਟ੍ਰੋਨਿਕ ਕਰ ਰਹੇ, ਤੁਸੀਂ ਵਿਰੋਧ ਕਿਉਂ ਕਰ ਰਹੇ ਹੋ? ਪਰ ਹੁਣ ਕੁਝ ਸਿੱਧਾ ਦੱਸਦਾ ਤਾਂ ਹੈ ਨਹੀਂ ਵੀ ਉਹਦੇ ਵਿੱਚ ਹੇਰਾਫੇਰੀ ਹੋ ਜਾਂਦੀ ਸੀ, ਇਹਦੇ ਵਿੱਚ ਹੇਰਾਫੇਰੀ ਨਹੀਂ ਹੋਣੀ। ਲੇਕਿਨ ਹੁਣ ਜਿਸ ਹੱਦ ਤੱਕ ਹੁਣ ਜਾ ਕੇ ਅਸੀਂ ਹੇਰਾਫੇਰੀ ਕਰ ਰਹੇ ਨਾ, ਇਹ ਬੜੀ ਘਾਤਕ ਹੈ। ਕਿਉਂਕਿ ਪਹਿਲਾਂ ਕੀ ਕਰਦੇ ਸੀ, ਜਦੋਂ ELDਆਂ ਸਟਾਰਟ AOBRD ਸੀ, ਉਦੋਂ ਉਹਦੇ 'ਚ ਕਹਿੰਦੇ ਸੀ ਇਹ 'ਚ ਹੇਰ ਫੇਰ ਹੋ ਜਾਂਦਾ, ਐਡਿਟ ਹੋ ਜਾਂਦੀ, ਹਾਲਾਂਕਿ ਉਹ ਐਡਿਟ ਹੋਈ ਵੀ ਫੜੀ ਜਾਂਦੀ ਹੈ। ਪਤਾ ਲੱਗ ਜਾਂਦਾ ਉਹਨਾਂ ਨੂੰ, ਜੇ ਕੱਢਣਾ ਚਾਹੋ ਪਤਾ ਲੱਗ ਜਾਂਦਾ ਕਿੱਥੋਂ ਕਿੱਥੋਂ ਐਡਿਟ ਕੀਤੇ। ਪਰ ਕਹਿੰਦੇ ਕਿ ਚਲੋ ਐਡਿਟ ਹੋ ਜਾਂਦੀ ਸੀ, ਕਈ ਵਾਰੀ ਬੰਦਾ ਕੋਈ ਜ਼ਿਆਦਾ ਬਰੀਕੀ ਨਾਲ ਨਹੀਂ ਦੇਖਦਾ। ਹੁਣ ਜਦੋਂ AOBRD ਤੋਂ ਸਵਿਚ ਹੋਈ ELD ਨੂੰ, ਤਾਂ ਉਹ ਐਡਿਟ ਹੋਣੋਂ ਹਟ ਗਈ। ਫਿਰ ਕੀ ਕੰਮ ਕੀਤਾ ਆਪਣੇ ਬੰਦਿਆਂ ਨੇ ਕਿ ਪਹਿਲਾਂ ਜਿੰਨੀ ਚਲਾਉਣੀ ਸੀ ਉਹ ਚਲਾ ਲਈ, ਡਰਾਈਵ ਕਰ ਲਈ, ਉਸ ਤੋਂ ਅੱਗੇ ਕਿਸੇ ਦੀ ID ਪਾਤੀ, ਕਿਸੇ ਹੋਰ ਦੀ ID ਪਾ ਦਿੱਤੀ, ਉਹਦੇ ਤੇ ਟਰੱਕ ਚਲਾ ਲਿਆ। ਤੇ ਜੇ ਬਾਅਦ ਵਿੱਚ ਕਿਸੇ ਨੇ ਪੁੱਛਿਆ ਤੇ ਕਹਿਣਾ ਕਿ ਉਹ ਬੰਦਾ ਉਹ ਡਰਾਈਵ ਕਰਦਾ ਸੀ, ਉਹ ਪਿੱਛੇ ਸਟਾਪ ਤੇ ਉਤਰ ਗਿਆ। ਹੁਣ ਦੇਖੋ, ਜੇ ਤੁਸੀਂ ਆਪਣੀ ID ਦੇ ਉੱਤੇ ਚਲਾਉਣੇ ਆ ਟਰੱਕ ਤੇ ਤੁਹਾਡੀ ਡਰਾਈਵ ਪੂਰੀ ਹੋ ਗਈ ਆ, ਤੁਸੀਂ ਨਹੀਂ ਰੁਕਿਆ, ਤਾਂ ਤੁਹਾਨੂੰ ਜਸਟ ਇੱਕ ਟਿਕਟ ਮਿਲ ਜੂ ਵੀ ਤੂੰ ਓਵਰ ਡਰਾਈਵ ਕਰ ਰਿਹਾ। ਲੇਕਿਨ ਜੇ ਕਿਸੇ ਦੀ ID ਤੇ ਚਲਾਉਂਦੇ ਫੜੇ ਗਏ ਤਾਂ ਸਿੱਧਾ ਲਾਇਸੈਂਸ ਹੋਲਡ ਹੋਣਾ। 6 ਮਹੀਨੇ ਲਈ, 3 ਮਹੀਨੇ ਲਈ ਅਫਸਰ ਦੀ ਮਰਜ਼ੀ ਇਨਕੁਆਇਰੀ ਹੋਊਗੀ, ਉਸ ਤੋਂ ਬਾਅਦ ਧੱਬਾ ਵੀ ਲੱਗਣਾ, ਤੁਹਾਡੇ ਉਹ ਜਿਹੜੀ ਐਂਟਰੀ ਹੋ ਜਾਣੀ ਆ ਰੈਕਡ ਦੇ ਵਿੱਚ, ਉਹ ਛੇਤੀ ਜਾਣੀ ਨਹੀਂ। ਦੇਖੋ, ਇਹ ਜਿਹੜਾ ਹੈ ਨਾ ELD ਦਾ ਕ੍ਰਾਈਮ, ਇਹ ਫੈਡਰਲ ਕ੍ਰਾਈਮ ਆ। ਦੂਜਾ ਜਿਹੜਾ ਹੈ ਕੋਈ ਸਪੀਡਿੰਗ ਦਾ, ਦੂਜਾ ਇਹ ਸਟੇਟ ਦਾ। ਜਿਹੜਾ ਇਹ ਕਰਦੇ ਨਾ ELD ਦਾ, ਇਹ ਫੈਡਰਲ ਕ੍ਰਾਈਮ ਗਿਣਿਆ ਜਾਂਦਾ ਔਰ ਬੜਾ ਖਤਰਨਾਕ ਹੈ। ਸ਼ਾਇਦ ਤੁਹਾਨੂੰ ਪਤਾ ਹੋਊਗਾ ਕਿ ਵਾਲਮਾਰਟ ਜਾਂ ਹੋਰ ਇਹੋ ਜਿਹੀਆਂ ਰਿਪਿਊਟਡ ਕਾਸਕੋ, ਹੋਰ ਇੱਦਾਂ ਦੀਆਂ ਜਿਹੜੀਆਂ ਕੰਪਨੀਆਂ ਹੈ ਨਾ, ਇਹ ਜੋਬ ਦੇਣ ਵੇਲੇ ਇਹ ਦੇਖਦੀਆਂ ਵੀ ਜੇ ਕਿਸੇ ਨੂੰ ਸਪੀਡਿੰਗ ਦੀਆਂ 2 ਟਿਕਟਾਂ ਵੀ ਮਿਲੀਆਂ ਉਹਨੂੰ ਜੋਬ ਦੇ ਦਿੰਦੇ ਆ। ਲੇਕਿਨ ਕਿਸੇ ਨੇ ELD ਦੀ 1 ਟਿਕਟ ਵੀ ਮਿਲੀ ਹੋਵੇ, ਜੋਬ ਨਹੀਂ ਦਿੰਦੇ ਉਹ ਕਹਿੰਦੇ ਮਤਲਬ ਬੰਦੇ ਦਾ ਜਿਹੜਾ ਜੋਬ ਪ੍ਰਤੀ ਇਹਦਾ ਰਵੱਈਆ ਠੀਕ ਨਹੀਂ ਹੈਗਾ, ਇਹਦੇ ਮਾਈਂਡ ਦੇ ਵਿੱਚ ਹੈਗੀ ਆ ਗਲਤ ਹੇਰਾਫੇਰੀ ਵਾਲੀ। ਸਪੀਡਿੰਗ ਤਾਂ ਚਲੋ ਬਾਈ ਚਾਂਸ ਹੋ ਗਈ, ਇਹ ਤਾਂ ਸਪੀਡਿੰਗ ਨੂੰ ਆਪਾਂ ਜ਼ਿਆਦਾ ਮੰਨਦੇ ਹਾਂ ਵੀ ਸਪੀਡਿੰਗ ਦੀ ਬੜੀ ਵੱਡੀ ਗੱਲ ਆ। ਸਪੀਡਿੰਗ ਦੀ ਜਗ੍ਹਾ ਇਹਨੂੰ ਜ਼ਿਆਦਾ ਖਤਰਨਾਕ ਉਹ ਮੰਨਦੇ ਆ। ਬੜੀ ਪੁਰਾਣੀ ਕਹਾਣੀ ਯਾਦ ਆ, ਕਾਫੀ ਪੁਰਾਣੀ ਆ। ਉਹ ਬੰਦੇ ਬਾਹਰ ਆਏ ਸੀ, ਇੱਕੋ ਪਿੰਡ ਦੇ 2 ਬੰਦੇ। ਉਹਨਾਂ ਨੇ ਜਦੋਂ ਕਿਤੇ ਜਾਣਾ ਵਾਪਸ ਨਾ ਇੰਡੀਆ, ਤੇ ਉਹਨਾਂ ਨੇ ਸਟੋਰੀਆਂ ਸੁਣਾਉਣੀਆਂ ਉੱਥੇ ਦੀਆਂ ਤੇ ਅਸੀਂ ਉੱਥੇ ਕਿੱਦਾਂ ਹੇਰਾਫੇਰੀ ਕਰਕੇ ਕੰਮ ਤੋਂ ਬਚਦੇ ਹਾਂ, ਜਾਂ ਅਸੀਂ ਕਿੱਦਾਂ ਪੈਸੇ ਬਣਾ ਲੈਂਦੇ ਹਾਂ, ਕੀ ਕੁਝ ਕਰ ਲੈਂਦੇ ਹਾਂ। ਉਹ ਬੰਦਾ ਕਹਿੰਦਾ ਕਿ
ਜਿੱਥੇ ਅਸੀਂ ਕੰਮ ਕਰਦੇ ਸੀ ਉੱਥੇ ਮਾਲਕ ਤਨਖਾਹ ਤਾਂ ਬਹੁਤ ਵਧੀਆ ਦਿੰਦਾ ਸੀ, ਪਰ ਕੰਮ ਵੀ ਪੂਰਾ ਲੈਂਦਾ ਸੀ। ਤੇ ਉਹ ਕਹਿੰਦੇ ਫਿਰ ਇੱਕ ਕੋਈ ਤੁਰਕੀ ਮਿਲਿਆ ਮੈਨੂੰ, ਤੁਰਕੀ ਨੇ ਮੈਨੂੰ ਦੱਸ ਦਿੱਤਾ ਨੁਕਤਾ ਵੀ ਕਿੱਦਾਂ ਇਹ ਤੋਂ ਬਚਣਾ ਕੰਮ ਤੋਂ। ਉਹ ਕਹਿੰਦਾ ਵੀ ਤੇਰੇ ਕਿਤੇ ਕੋਈ ਪੁਰਾਣੀ ਸੱਟ ਲੱਗੀ ਹੋਵੇ ਨਾ, ਉਹਦੇ ਉੱਤੇ ਨਿੰਬੂ ਮਲ ਕੇ ਤੇ ਉਹ ਪਤਾ ਨਹੀਂ ਕੋਈ ਉੱਥੇ ਪਾਊਡਰ ਮਿਲਦਾ ਹੋਊਗਾ, ਉਹ ਉੱਤੇ ਲਾ ਕੇ ਉਹਨੂੰ ਹੀਟ ਜਿਹੜੀ ਆ ਵਾਲ ਸੁਕਾਉਣ ਵਾਲੀ ਹੀਟ ਮਾਰ ਕੇ ਤੇ ਉਹਦੇ ਉੱਤੇ ਗਰਮ ਪੱਟੀ ਬੰਨ੍ਹ ਕੇ ਸੌਂ ਜੀ, ਰਾਤ ਨੂੰ ਸਵੇਰ ਨੂੰ ਸੁੱਜ ਜਾਂਦਾ ਪੁਰਾਣਾ ਜ਼ਖਮ ਵੀ। ਤੇ ਜਾ ਕੇ ਮੁੜ ਕੇ ਕਹਿੰਦਾ ਉੱਥੇ ਕੰਮ ਤੇ ਦੱਸਦਾ ਵੀ ਮੇਰੇ ਤਾਂ ਪਤਾ ਨਹੀਂ ਕੀ ਹੋਇਆ, ਸੁੱਜ ਗਿਆ, ਤੇ ਤੈਨੂੰ 1 ਵੀਕ ਦੀ ਆਰਾਮ ਨਾਲ ਮਿਲ ਜਾਣੀ ਆ ਵਿਦ ਪੇ ਛੁੱਟੀ, ਤੇ ਬਸ ਐਸ਼ ਕਰ। ਉਹ ਕਹਿੰਦਾ ਬਸ ਇਦਾਂ ਹੀ ਉਹ ਤਰੀਕਾ ਲੱਭ ਲਿਆ ਅਸੀਂ, ਜਿੱਦਾਂ ਹਰ ਮਹੀਨੇ 1.5 ਮਹੀਨੇ ਬਾਅਦ ਤਰੀਕਾ ਵਰਤ ਲੈਣਾ ਕਰਕੇ, ਕਦੀ ਹਫਤੇ ਦੀ ਛੁੱਟੀ, ਹਫਤੇ ਬਾਅਦ ਜਾ ਕੇ ਫੇਰ ਉਹੀ ਚੋਪੜ ਚਾਪੜ ਕੇ ਉਹ ਸੋਚ ਜੀ ਕਰ ਲੈਣੀ, ਦਿਖਾਲ ਕੇ ਫੇਰ ਕਹਿਣਾ ਨਹੀਂ ਠੀਕ ਨਹੀਂ, ਫੇਰ ਹਫਤੇ ਦੀ ਵੀਕ ਲੈ ਲੈਣੀ ਵਿਦ ਪੇ। ਤੇ ਇਦਾਂ ਕਹਿੰਦੇ ਅਸੀਂ ਕੰਮ ਚਲਾਉਂਦੇ ਸੀ, ਬੜਾ ਖੁਸ਼ ਹੋਣਾ ਪਏ ਸੀ ਇਦਾਂ ਕਰ। ਜਾਂ ਫਿਰ ਉਹ ਦੂਜੇ ਨੇ ਕਹਿਣਾ ਭਈ ਅਸੀਂ ਤੇ ਹੋਰ ਕੰਮ ਕਰੀਦਾ, ਭਈ ਕਾਰ ਜਿਹੜੀ ਨਾ ਜੇ ਪੈਸਿਆਂ ਦੀ ਲੋੜ ਹੋਵੇ, ਪੈਸੇ ਕਿਤੇ ਫਨ ਕਰ ਲਈ, ਕਿਤੇ ਵੀਕਐਂਡ ਤੇ ਫੇਰ ਪਾਰਟੀ ਕਰਨੀ ਆ, ਤਾਂ ਉਹ ਕਾਰ ਨੂੰ ਨਾ ਕਿਸੇ ਆਪਣੇ ਘਰ ਦੇ ਹੀ ਕੰਧ 'ਚ ਜਾਂ ਕਿਸੇ ਖੰਭੇ ਦੇ ਵਿੱਚ ਇਦਾਂ ਮਾਰ ਕੇ ਤੇ ਉਹਦਾ ਤੋੜ ਲੈਣਾ, ਬੰਪਰ ਜਿਹਾ ਜਾਂ ਕੋਈ ਚੀਜ਼ ਮੂਹਰੇ ਤੋੜ ਲੈਣੀ। ਅੱਛਾ, ਉਦੋਂ ਪੁਰਾਣੀਆਂ ਗੱਲਾਂ, ਉਦੋਂ ਜਿਹੜੇ ਇੰਸ਼ੋਰੈਂਸ ਕੰਪਨੀ ਵਾਲੇ ਆ ਉਹ ਸਿੱਧਾ ਹੀ ਪੈਸੇ ਦੇ ਦਿੰਦੇ ਸੀ। ਮੰਨ ਲਓ ਉਹਨੂੰ ਕਹਿਣਾ ਐਸਟੀਮੇਟ ਬਣਵਾ ਲਿਆ ਤੇ ਉਹਨੂੰ ਸਿੱਧਾ ਹੀ ਚੈੱਕ ਦੇ ਦੇਣਾ ਉਹਦੇ ਨਾਂ ਦਾ, ਪੇਮੈਂਟ ਕਰ ਦੇਣੀ, ਇਹ ਹਾਲੇ ਤੂੰ ਜਾ ਕਰਾ ਠੀਕ ਕਰਾ ਲੈ। ਕਹਿੰਦਾ ਬਸ ਇਦਾਂ ਬੜੇ ਪੈਸੇ ਬਣਾ ਲਈਦੇ ਅਸੀਂ। ਉਹ ਫਾਈਨਲੀ ਹੌਲੀ ਹੌਲੀ ਕੰਮ ਕੀ ਹੋਇਆ, ਜਿੱਦਾਂ ਕਹਿੰਦੇ ਵੀ ਉਹ ਇਹ ਨੇਚਰ ਕਹਿ ਲਓ ਜਾਂ ਰੱਬ ਕਹਿ ਲਓ, ਇਹ ਵੀ ਦੇਖਦਾ ਤੁਹਾਨੂੰ ਕਿ ਤੁਸੀਂ ਕਰ ਕੀ ਰਹੇ ਆ। ਉਹ ਨੀਤ ਨੂੰ ਮੁਰਾਦਾਂ ਵਾਲੀ ਗੱਲ ਨਾ ਉੱਥੇ ਆ ਜਾਂਦੀ ਆ। ਉਹ ਜਿਹੜੇ ਉਹ ਇਹ ਕੰਮ ਕਰਦੇ 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 ਅਖੀਰ ਉਹ ਇਹ ਹੋਇਆ ਕਿ ਉਹ ਇੱਕ ਬੰਦੇ ਨੂੰ, ਉਸ ਬੰਦੇ ਨੂੰ ਨਾ, ਉਹਨਾਂ 'ਚ ਇੱਕ ਬੰਦੇ ਨੂੰ ਇਹੋ ਜਿਹੀ ਸਮੱਸਿਆ ਆ ਗਈ ਕਿ ਉਹ ਬੈੱਡ ਤੇ ਹੀ ਪੈ ਗਿਆ। ਮਤਲਬ ਜਿਹੋ ਜਿਹੀ ਨੀਤ ਹੋਵੇ ਉਹੋ ਜਿਹੀ ਮੁਰਾਦ ਮਿਲ ਜਾਂਦੀ ਹੈ। ਸੋ ਇਹ ਜਿਹੜੀਆਂ ਆਪਾਂ ਵੀ ਇਹੋ ਜਿਹੇ ਕੰਮ ਕਰਦੇ ਆ ਨਾ, ਵੀ ਉਹ ਇੰਸ਼ੋਰੈਂਸ ਕਰਾ ਕੇ ਉਹ ਫਾਇਦਾ ਚੱਕ ਲਿਆ, ਕੋਈ ਚੀਜ਼ ਯੂਜ਼ ਕਰ ਲਈ ਫਿਰ ਮੁੜ ਕੇ ਮੋੜ ਦਿੱਤੀ, ਐਂ ਕਰ ਲਈ। ਦੇਖੋ ਇਹ ਜਿਹੜੇ ਸਿਸਟਮ ਇਹ ਬਣਾਏ ਆ, ਇੱਥੇ ਹੈਲਪ ਲਈ ਬਣਾਏ ਆ, ਲੋਕਾਂ ਦੀ ਲਈ, ਨਾ ਕਿ ਹੇਰਾ ਫੇਰੀਆਂ ਲਈ। ਤੇ ਜੇ ਕੋਈ ਇਦਾਂ ਦਾ ਕਰਦਾ ਫਿਰ ਉਹ ਬੰਦੇ ਨੂੰ ਅਖੀਰ ਘੁਮਾ ਕੇ ਨਾ ਉਹ ਕੁਦਰਤ ਨੂੰ ਉੱਥੇ ਕੀ ਲਿਆਉਂਦੀ ਹੈ। ਉਹ ਬੰਦਾ ਫਾਈਨਲੀ ਹੈ ਤਾਂ ਚਲੋ ਬੜਾ ਅਫਸੋਸ ਹੈ ਉਹਦੇ ਲਈ ਕਿ ਜਿਹਦੇ ਨਾਲ ਵੀ ਇਹ ਹੋਇਆ, ਤੇ ਉਹ ਮੁੜ ਕੇ ਬੈੱਡ ਤੇ ਹੀ ਪੈ ਗਿਆ। ਜਿੱਦਾਂ ਉਹ ਉਹਨੂੰ ਕਹਿਤਾ ਵੀ ਰੱਬ ਨੇ ਵੀ ਠੀਕ ਹੈ, ਜੇ ਤੂੰ ਹੁਣ ਇਹੋ ਹੀ ਚਾਹੁੰਦਾ ਨਾ ਵੀ ਤੈਨੂੰ ਬੈਠੇ ਨੂੰ ਮਿਲੇ, ਆ ਲੈ ਫਿਰ ਇੱਥੇ ਜੋਗਾ ਹੀ, ਇੰਨੇ ਜੋਗਾ ਹੀ ਰਹਿ ਗਿਆ। ਉਹ ਹੈਂਡ ਟੂ ਮਾਊਥ ਹੋ ਗਿਆ। ਤੇ ਹੁਣ ਜੇ ਮਿਹਨਤ ਕੀਤੀ ਹੁੰਦੀ ਤਾਂ ਜ਼ਰੂਰ ਕਿਤੇ ਵੱਧਦਾ, ਕਿਤੇ ਪਹੁੰਚਦਾ ਬੰਦਾ। ਜਿਹੜੇ ਹੁਣ ਮਿਹਨਤਾਂ ਕਰਕੇ ਉੱਚੇ ਅਹੁਦਿਆਂ ਤੇ ਪਹੁੰਚਦੇ ਆ, ਕੀ ਲੱਗਦਾ ਵੀ ਉਹ ਹੇਰਾ ਫੇਰੀਆਂ ਕਰਕੇ ਪਹੁੰਚਦੇ ਆ? ਜਾਂ ਜਿਹਨਾਂ ਨੇ ਬੜੇ ਬੜੇ ਬਿਜ਼ਨਸ ਸੈੱਟ ਕੀਤੇ, ਐਡੇ ਅੰਪਾਇਰ ਖੜੇ ਕੀਤੇ ਆ, ਕਿ ਉਹ ਇਹਨਾਂ ਹੇਰਾ ਫੇਰੀਆਂ, ਇਹਨਾਂ ਚਲਾਕੀਆਂ ਨਾਲ ਉਹ ਅੱਗੇ ਵਧੇ ਆ? ਉਹ ਸਖਤ ਮਿਹਨਤ, ਇਮਾਨਦਾਰੀ ਦੇ ਸਿਰ ਤੇ ਵਧੇ ਆ। ਦੇਖੋ ਇੰਡੀਆ, ਏਸ਼ੀਆ, ਉੱਥੇ ਦੀ ਆਪਾਂ ਹੋ ਸਕਦਾ ਉੱਥੇ ਕੋਈ ਬੇਈਮਾਨੀ ਹੇਰਾ ਫੇਰੀ ਨਾਲ ਵੱਧਦਾ ਹੋਊਗਾ। ਇਹ ਜਿਹੜਾ ਸਿਸਟਮ ਹੈ ਨਾ, ਇੱਥੇ ਦੇ ਹਾਰਡ ਵਰਕ ਔਰ ਓਨੈਸਟਲੀ ਤੁਸੀਂ ਅੱਗੇ ਵੱਧ ਸਕਦੇ ਆ। ਦੂਜੀ ਤਰ੍ਹਾਂ ਤੁਸੀਂ ਵਧੋਗੇ ਤਾਂ ਜਿੰਨੀ ਸਪੀਡ ਨਾਲ ਵਧੋਗੇ ਉਦੋਂ ਦੁੱਗਣੀ ਸਪੀਡ ਨਾਲ ਥੱਲੇ ਆਓਗੇ। ਆਪਣੇ ਆਸੇ-ਪਾਸੇ ਮਿਸਾਲਾਂ ਦੇਖ ਲਓ ਕਿ ਜਿਹੜੇ ਬੰਦੇ ਹੈਗੇ ਆ ਫਾਈਨਲੀ ਉਹ ਕਨਕਲੂਜ਼ਲੀ ਕਿੱਥੇ ਪਹੁੰਚੇ ਹੋ। ਸੋ ਇਹ ਇੱਥੇ ਦਾ ਜੋ ਹਿਸਾਬ ਕਿਤਾਬ ਹੈ ਨਾ, ਉਹਦੇ ਅਕੋਰਡਿੰਗਲੀ ਸਾਨੂੰ ਚੱਲਣ ਦੀ ਲੋੜ ਆ। ਹੁਣ ਦੇਖੋ ਸੋਸ਼ਲ ਸਿਕਿਉਰਿਟੀ ਆ ਜਾਂ EBT ਆ, ਹੋਰ ਜਿਹੜੇ ਆ ਕਿ ਬੰਦਾ ਕੋਈ ਨਹੀਂ ਰਿਹਾ ਕੰਮ ਕਰਨ ਦੇ ਯੋਗ, ਉਹਨੂੰ ਏਡ ਦੇਣ ਲਈ ਆ। ਮੰਨ ਲਓ ਕਿ ਇਦਾਂ ਦਾ ਇਹ ਲੰਗਰ ਕਹਿ ਲਓ ਵੀ ਸਾਰਿਆਂ ਕੋਲੋਂ ਥੋੜਾ ਥੋੜਾ ਪੈਸਾ ਇਕੱਠਾ ਕਰਦੇ ਆ, ਫਿਰ ਇੱਕ ਜਿਹੜਾ ਬੰਦਾ ਸੁਸਾਇਟੀ ਦੇ ਵਿੱਚ ਵੀਕ ਆ ਕੰਮ ਕਰਦੇ ਲੈ ਕੇ ਨਹੀਂ, ਉਹਨੂੰ ਦਿੰਦੇ ਆ। ਲੇਕਿਨ ਉਹਨੂੰ ਜੇ ਧੰਦਾ ਕੋਈ ਬਣਾ ਲਵੇ ਉਹ ਤਾਂ ਬਹੁਤ ਮਾੜੀ ਗੱਲ ਹੈ। ਇਸ ਕੰਮ ਲਈ ਤਾਂ ਨਹੀਂ ਸੀ ਬਣੀ। ਹੁਣ ਇੰਸ਼ੋਰੈਂਸ ਹੈ ਇੱਥੇ, ਜੇ ਬਹੁਤੇ ਬੰਦੇ ਇਹ ਕੰਮ ਕਰਦੇ ਆ, ਫੋਨ ਲੈ ਲਿਆ, ਫੋਨ ਲੈ ਕੇ ਉਹਦੀ ਇੰਸ਼ੋਰੈਂਸ ਲੈ ਲੈਣੀ $10 ਦੀ, ਮੁੜ ਕੇ ਫੋਨ ਇੰਡੀਆ ਭੇਜ ਦੇਣਾ ਕਿਸੇ ਨੂੰ, ਤੇ ਇੱਥੇ ਕਹਿ ਦੇਣਾ ਗਵਾਚ ਗਿਆ, ਉਹਨਾਂ ਚੱਕ ਕੇ ਨਵਾਂ ਦੇ ਦੇਣਾ। ਹੁਣ ਜੇ ਦੇਖਿਆ ਜਾਵੇ ਤਾਂ ਕਿ ਕਿਤੇ ਗੋਰਿਆਂ ਨੂੰ ਇਹ ਕੰਮ ਆਉਂਦੇ ਨਹੀਂ, ਜਿਨ੍ਹਾਂ ਦਾ ਇਹ ਮੁਲਕ ਆ,
ਉਹਨਾਂ ਨੂੰ ਇਹ ਕੰਮ ਨਹੀਂ ਕਰਨੇ ਆਉਂਦੇ, ਪਰ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਆ ਇਹ ਇਸ ਕੰਮ ਲਈ ਨਹੀਂ ਇਹ ਸਿਸਟਮ ਬਣਾਇਆ। ਇਹ ਸਿਰਫ ਤਾਂ ਬਣਾਇਆ ਕਿ ਸੱਚੀ, ਹੁਣ ਫਰਜ਼ ਕਰ ਲਓ ਸੱਚਮੁੱਚ ਹੀ ਕਿਸੇ ਨੇ $600-700 ਦਾ ਖਰੀਦਿਆ, ਉਹਦਾ ਚੋਰੀ ਹੋ ਗਿਆ, ਡਿੱਗ ਗਿਆ, ਟੁੱਟ ਗਿਆ, ਖਰਾਬ ਹੋ ਗਿਆ, ਤੇ ਉਹਦੇ ਲਈ ਲੋੜ ਆ ਕਿ ਐਟ ਏ ਟਾਈਮ ਹੋਰ $700 1000 ਖਰਚੇ, ਜਾਂ ਕੋਈ ਵੀ ਚੀਜ਼ ਆ ਵੱਡੀ ਜਾਂ ਛੋਟੀ, ਸਿਸਟਮ ਉਹਦੇ ਲਈ ਸੀ, ਨਾ ਕਿ ਇਹਦੇ ਲਈ ਇਹਨਾਂ ਹੇਰਾ ਫੇਰੀਆਂ ਲਈ। ਪਰ ਇਹ ਆਪਣੇ ਬੰਦਿਆਂ ਨੂੰ ਇਹ ਆਦਤ ਆ ਵੀ ਜਦੋਂ ਇੰਡੀਆ ਨੂੰ ਜਾਣਾ 5-7 ਮੋਬਾਈਲ ਲੈ ਲੈਣੇ ਆ, ਉਹਨਾਂ ਦੀ ਫਿਰ ਇੰਸ਼ੋਰੈਂਸ ਲੈ ਲੈਣੀ ਆ, ਉਹ ਜਾ ਕੇ ਇੰਡੀਆ ਦੇ ਆਉਣੇ ਆ, ਇੱਥੇ ਆ ਕਹਿਣਾ ਇੰਡੀਆ ਸਾਡੇ ਕੋਲ ਖਰਾਬ ਹੋ ਗਏ ਆ, ਸੌਰੀ ਗੁਆਚ ਗਏ ਆ ਕੇ ਚੱਕ ਕੇ ਨਵੇਂ ਚੱਕ ਲੈਣੇ ਆ। ਮਤਲਬ ਨੀਅਤ ਮਾੜੀ ਨਾਲ ਕੰਮ ਨਾ ਕਰੋ, ਨੀਤਾਂ ਨੂੰ ਮੁਰਾਦਾਂ ਲੱਗਦੀਆਂ, ਜੇ ਮਾੜੀਆਂ ਨੀਤਾਂ ਨਾਲ ਕੰਮ ਕਰੋਗੇ ਉਹ ਸਾਹਮਣੇ ਹੁਣ ਤਰੱਕੀ ਨਹੀਂ ਕਰ ਸਕਦੇ, ਵੱਧ ਨਹੀਂ ਸਕਦੇ, ਤੁਸੀਂ ਵੱਧ ਵੀ ਜਾਓਗੇ ਫਾਈਨਲੀ ਫਿਰ ਮਨ ਦੀ ਸ਼ਾਂਤੀ ਨਹੀਂ, ਫਿਰ ਮਤਲਬ ਜਿੱਦਾਂ ਕੀ ਕਹਿ ਲਓ ਵੀ ਇੱਥੇ ਇੱਕ ਔਰੰਜ ਕੋਵ ਦੀ ਗੱਲ ਆ ਇੱਥੇ ਕਾਉਂਟੀ ਦੀ, ਮੈਂ ਦੱਸਿਆ ਬੰਦੇ ਨੇ ਬੜੀ ਮਿਹਨਤ ਕੀਤੀ, ਮਿਹਨਤ ਕਰਕੇ ਇੱਕ ਮੋਟਲ ਤੋਂ 2 ਤੋਂ 3 5-6 ਮੋਟਲ ਬਣਾ ਲਿਆ ਉਹਨੇ, ਪਰ ਉਹ ਜਿੱਦਾਂ ਕੰਮ ਹੀ ਕੰਮ ਤੇ ਕੰਮ ਹੀ ਕੰਮ, ਸੱਜਿਓਂ ਖੱਬਿਓਂ ਜਿੱਦਾਂ ਕਿੱਦਾਂ ਕਰਕੇ ਬਸ ਫਿਰ ਪੈਸਾ ਪੈਸਾ ਤੇ ਪੈਸਾ। ਉਹ ਫਾਈਨਲੀ ਕਹਿੰਦੇ ਉਹਦੀ ਵਾਈਫ ਦੀ ਜਿੱਦਾਂ ਡੈਥ ਹੋ ਗਈ ਸੀ, 2 ਬੱਚੇ ਸੀ, ਬੇਟਾ ਬੇਟੀ, ਤੇ ਉਹਨੇ ਹਫਤੇ ਦੇ 7 ਦਿਨ ਕੰਮ ਤੇ, ਕਿਤੇ ਆਇਆ ਇੱਕ ਵਾਰੀ ਘਰ ਤੇ ਆਉਣਾ, ਤੇ ਕਦੇ ਲੋੜ ਪੈ ਗਈ ਅੱਧੀ ਰਾਤ ਨੂੰ ਦੌੜ ਜਾਣਾ, ਮੈਂ ਹਰ ਪਾਸੇ ਹੋ ਕੇ ਜਿੱਦਾਂ ਆਪਣੀ ਮਸ਼ੀਨ ਬਣ ਜਾਂਦੀ ਨਾ, ਫਿਰ ਡਾਲਰ ਹੀ ਡਾਲਰ ਚਾਹੀਦੇ ਆ। ਤੇ ਫਿਰ ਜਦੋਂ ਬੱਚਿਆਂ ਨੇ ਦੇਖਿਆ, ਬੱਚੇ ਜਦੋਂ ਵੱਡੇ ਹੋ ਗਏ ਤੇ ਸਾਡੇ ਫਾਦਰ ਨੂੰ ਤਾਂ ਸਾਡੀ ਕੇਅਰ ਹੀ ਕੋਈ ਨਹੀਂ, ਉਹਨੇ ਆਪਣੇ ਤੌਰ ਤੇ ਦੇਖਿਆ, ਜਿੱਥੇ ਉਹਨਾਂ ਨੂੰ ਮਿਲਿਆ ਕੋਈ ਐਜੂਕੇਸ਼ਨ ਲਈ ਚੰਗਾ ਸਕੋਪ, ਉਧਰ ਨਿਕਲ ਗਏ ਯੂਨੀਵਰਸਿਟੀ 'ਚ। ਉਹ ਬੰਦੇ ਨੂੰ ਕਹਿੰਦੇ ਮਹੀਨੇ 2 ਮਹੀਨੇ ਬਾਅਦ ਪਤਾ ਲੱਗਾ ਕਿ ਮੇਰੇ ਬੱਚੇ ਕਿੱਥੇ ਆ। ਫਿਰ ਪਤਾ ਕੀਤਾ, ਉਹ ਕਹਿੰਦੇ ਜੀ ਇੱਕ ਤਾਂ ਕੋਈ ਉਧਰ ਨਿਊਯਾਰਕ ਚਲੇ ਗਿਆ, ਇੱਕ ਕੋਈ ਸੈਨ ਫਰਾਂਸਿਸਕੋ ਕੁੜੀ ਪੜ੍ਹਨ ਚਲੇ ਗਈ। ਤੇ ਫਿਰ ਚਲੋ ਪਤਾ ਕਰਕੇ 2-4 ਮਹੀਨੇ ਲੱਗੇ ਉਹਨੂੰ, ਕਿਹੜੇ ਕਿੱਥੇ ਆ ਰਹਿੰਦੇ ਕੋਈ ਪਤਾ ਨਹੀਂ, ਪਰ ਉਸ ਕੰਮ 'ਚ ਇੰਨਾ ਕਹਿੰਦੇ ਬਿਜ਼ੀ ਹੋ ਗਿਆ। ਫਿਰ ਉਧਰ ਜਾ ਕੇ ਉਹਨਾਂ ਨੂੰ ਲੱਭਿਆ, ਲੱਭ ਕੇ ਤੇ ਉਹਨਾਂ ਨੂੰ ਕਹਿੰਦਾ ਵੀ ਸਾਰਾ ਕੁਝ ਤੇ ਤੁਹਾਡਾ ਹੈ ਤੇ ਤੁਸੀਂ ਮੈਨੂੰ ਬਿਨਾਂ ਦੱਸੇ ਚਲੇ ਗਏ। ਉਹ ਕਹਿੰਦੇ ਤੂੰ ਸਾਨੂੰ ਪੁੱਛਦਾ ਕਦੋਂ, ਤੂੰ ਤੇ ਆਪਣੇ ਕੰਮ 'ਚ ਹੀ ਉਧਰ ਹੀ ਬਿਜ਼ੀ ਹੋਇਆ ਜਿੱਦਾਂ ਸਾਰਾ ਕੁਝ ਹੋ ਹੀ ਹੁੰਦਾ। ਫਿਰ ਜਦੋਂ ਉਹ ਕੰਮ ਕਰਦਾ ਰਿਹਾ, ਉਹ ਬੱਚੇ ਪੜ੍ਹ ਕੇ ਆਪਣੇ ਉਹਨਾਂ ਨੇ ਕਰ ਲਈ ਸਟੱਡੀ ਪੂਰੀ, ਉਹ ਕਹਿੰਦਾ ਵੀ ਹੁਣ ਤੁਸੀਂ ਸੰਭਾਲੋ। ਉਹ ਕਹਿੰਦੇ ਡੈਡ ਤੇਰੀ ਹੈਡਿੰਗ ਤੂੰ ਸਾਂਭ, ਸਾਨੂੰ ਨਹੀਂ ਲੈਣਾ ਦੇਣਾ, ਅਸੀਂ ਜਿੱਥੇ ਹੈਗੇ ਆ, ਅਸੀਂ ਜੋ ਸਟੱਡੀ ਕੀਤੀ ਸਾਨੂੰ ਜੌਬਾਂ ਬੜੀਆਂ ਵਧੀਆ ਮਿਲੀਆਂ, ਅਸੀਂ ਪੀਸਫੁਲੀ ਲਾਈਫ ਗੁਜ਼ਾਰਦੇ ਆ, ਇੱਥੇ ਅਸੀਂ ਆਪਣੇ ਲਾਈਫ ਪਾਰਟਨਰ ਲੱਭ ਲਏ ਆ, ਅਸੀਂ ਤੇ ਇੱਥੇ ਸੈਟਲ ਹੋਣ ਹੋ ਜਾਣਾ ਇਹਨਾਂ ਸਿਟੀਆਂ 'ਚ, ਅਸੀਂ ਨਹੀਂ ਜਾਣਾ। ਉਹ ਤੇਰੀ ਹੈਡਿੰਗ ਹੈ, ਉਹਨੂੰ ਤੂੰ ਜੋ ਮਰਜ਼ੀ ਕਰ। ਉਹ ਬੰਦਾ ਕਹੇ ਮੈਂ ਇੰਨੇ ਔਖੇ ਹੋ ਕੇ ਬਣਾਏ ਆ, ਮੈਂ ਖਰੇ ਕਿਹੜੀਆਂ ਉੱਪਰ ਥੱਲੀਆਂ ਕੀਤੀਆਂ, ਸੱਜੇ ਖੱਬੇ ਕਿੰਨਾ ਕੁਝ ਕੀਤਾ, ਦਿਨ ਰਾਤ ਕਰਕੇ ਬਣਾਏ ਤੁਹਾਡੇ ਲਈ, ਤੇ ਤੁਸੀਂ ਕਹਿੰਦੇ ਵੀ ਸਾਨੂੰ ਲੋੜ ਨਹੀਂ। ਕਹਿੰਦੇ ਹਾਂ ਸਾਨੂੰ ਲੋੜ ਨਹੀਂ। ਉਹ ਕਹਿੰਦੇ ਅਸੀਂ ਦੇਖਦੇ ਆ, ਬੱਚੇ ਉਹਦੇ ਕਹਿੰਦੇ ਵੀ ਜਿਸ ਬਿਜ਼ਨਸ ਨੇ ਤੇਰੀ ਲਾਈਫ ਤਬਾਹ ਕਰ ਦਿੱਤੀ, ਅਸੀਂ ਤੈਨੂੰ ਕਹਿੰਦੇ ਜ਼ਿੰਦਗੀ 'ਚ ਕਦੇ ਇੰਜੋਏ ਕਰਦੇ ਨਹੀਂ ਦੇਖਿਆ, ਕਦੇ ਆਪਣੇ ਲਈ ਟਾਈਮ ਕੱਢਦੇ ਜਾਂ ਆਪਣੇ ਤੇ ਪੈਸਾ ਸਪੈਂਡ ਕਰਦੇ ਜਾਂ ਆਪਣੇ ਲਈ ਕੁਝ ਕਰਦੇ ਤੈਨੂੰ ਨਹੀਂ ਦੇਖਿਆ। ਤੇ ਉਹ ਕੀ ਲੈਣਾ ਕਹਿੰਦੇ ਇਹੋ ਜਿਹੇ ਬਿਜ਼ਨਸ ਤੋਂ ਜਿਹਨੇ ਤੈਨੂੰ ਦਿੱਤਾ ਹੀ ਕੁਝ ਨਹੀਂ, ਡਾਲਰ ਤਾਂ ਜ਼ਰੂਰ ਤੇਰੇ ਅਕਾਊਂਟ 'ਚ ਵੱਧ ਗਏ ਹੋਣ, ਕੀ ਫਾਇਦਾ। ਉਹ ਕਹਿੰਦੇ ਅਸੀਂ ਨਹੀਂ ਲੈਣਾ, ਆਪਣੀ ਹੈਡਿੰਗ ਆਪ ਸਾਂਭ। ਉਹ ਫਿਰ ਕਹਿੰਦੇ ਉਹ ਬੰਦਾ ਇੰਨਾ ਮਤਲਬ ਇਸ ਚੀਜ਼ ਤੋਂ ਡਿਪਰੈਸ ਹੋਇਆ, ਇੰਡੀਆ ਚਲੇ ਗਿਆ। ਤੇ ਉਹ ਇੰਡੀਆ ਜਾ ਕੇ ਉਹ ਕਹਿੰਦੇ ਵੀ ਲੋਕ, ਉਹ ਕਹਿੰਦੇ ਇੱਥੇ ਤਾਂ ਲੋਕਾਂ ਨੂੰ ਪੈਸਾ ਮਿਲਦਾ ਨਹੀਂ, ਤੇਰੇ ਨਿਆਣੇ ਸਾਂਭਦੇ ਨਹੀਂ, ਵੇਚ ਕੇ ਇੱਥੇ ਲਿਆ ਕੇ ਕੋਈ ਹਸਪੀਟਲ ਬਣਾ ਦੇ, ਸਕੂਲ ਬਣਾ ਦੇ, ਕੋਈ ਇੱਥੇ ਦਾ ਕੋਈ ਸਾਡਾ ਹੀ ਫਾਇਦਾ ਕਰਦੇ। ਤੇ ਫਿਰ ਫਾਈਨਲੀ ਕਹਿੰਦੇ ਉਹਨੇ ਸਾਰੀ ਆ ਕੇ ਉਹ ਸੇਲ ਤੇ ਲਾ ਦਿੱਤੇ ਕਿ ਮੈਨੂੰ ਕੋਈ ਫਾਇਦਾ। ਪਰ ਦੇਖੋ ਇੰਨਾ ਔਖਾ ਹੋ ਕੇ ਪਹਿਲਾਂ ਕਰਕੇ ਬਣਾਇਆ, ਖੜਾ ਕੀਤਾ ਐਮਪਾਇਰ, ਬੱਚੇ ਵੀ ਹੱਥ 'ਚੋਂ ਨਿਕਲ ਗਏ, ਆਪ ਵੀ ਜ਼ਿੰਦਗੀ 'ਚ ਕੋਈ ਸਕੂਨ ਨਹੀਂ ਲਿਆ, ਤੇ ਫਾਈਨਲੀ ਫਿਰ ਉਹ ਵੇਚਣ ਤੇ ਲਾਤਾ ਵੀ ਲੱਗੇ ਮੁੱਲ ਕੋਈ ਲੈ ਜਾਵੇ, ਮੇਰਾ ਖਹਿੜਾ ਛਡਾ ਦੇਵੇ। ਕੀ ਫਾਇਦਾ ਇਹੋ ਜਿਹੇ ਕੰਮਾਂ ਦਾ। ਸੋ ਕੰਮ ਜਿਹੜਾ ਕਰਨਾ ਕਰੋ, ਇਹ ਨਹੀਂ ਕਿ ਆਪਾਂ ਤਰੱਕੀ ਨਹੀਂ ਕਰਨੀ, ਅੱਗੇ ਨਹੀਂ ਵਧਣਾ, ਆਪਾਂ ਇੱਥੇ ਹੀ ਨਹੀਂ ਹੋ ਜਾਣਾ ਵੀ ਬਸ ਜੀ ਰੋਟੀ ਖਾਣ ਜੋਗੀ ਹੈ ਤੇ ਅਸੀਂ ਬਾਕੀ ਐਸ਼ ਕਰਨੀ, ਨਹੀਂ।
ਜਿੱਥੇ ਮੌਕਾ ਮਿਲਣਾ ਪੂਰਾ ਅੱਗੇ ਵਧਣਾ, ਮਿਹਨਤ ਕਰਨੀ ਆ, ਪਰ ਉਹਦੇ ਨਾਲ ਲਾਈਫ ਦਾ ਵੀ ਆਪਣੀ ਦਾ ਖਿਆਲ ਰੱਖਣਾ, ਲਾਈਫ ਵੀ ਆਪਣੀ ਫੈਮਿਲੀ ਦਾ ਵੀ ਖਿਆਲ ਰੱਖਣਾ। ਔਰ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਉਹ ਇੰਡੀਆ ਵਾਲੀਆਂ ਜਿਹੜੀਆਂ ਆਦਤਾਂ ਨਾ ਉਹ ਛੱਡ ਦਈਏ। ਵੀ ਜਿੱਦਾਂ ਕਿੱਦਾਂ ਉੱਪਰ ਥੱਲੇ ਕਰਕੇ, ਸੱਜੇ ਖੱਬੇ ਕਰਕੇ ਆਪਾਂ ਉੱਪਰ ਵੱਧ ਜਾਈਏ, ਉਹ ਕੋਈ ਚੰਗੀ ਗੱਲ ਨਹੀਂ। ਉਹ ਆਪਾਂ ਪੰਜਾਬ ਦਾ ਹਾਲ ਦੇਖ ਹੀ ਲਿਆ ਆ। ਪੰਜਾਬ ਦੇ ਵਿੱਚ ਸਾਰੇ ਹੀ ਸਿਆਣੇ ਆ, ਬਹੁਤ ਸਿਆਣੇ ਆ, ਪੰਚ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਸਾਰੇ ਕਹਿੰਦੇ ਅਸੀਂ ਬੜੇ ਸਿਆਣੇ ਆ, ਬੜੇ ਚਾਂਟੇ ਆ, ਸਾਨੂੰ ਬੜਾ ਕੁਛ ਆਉਂਦਾ। ਪਰ ਖੱਟਿਆ ਕੀ ਫਾਈਨਲੀ ਅਖੀਰ, ਜੇ ਸਾਰੇ ਨਤੀਜੇ ਤੇ ਆ ਕੇ ਰੁਕੀਏ, ਖੱਟਿਆ ਕੀ ਅੱਜ ਹਾਲ ਕੀ ਹੋਇਆ ਪੰਜਾਬ ਦਾ, ਕਿਉਂ ਛੱਡ ਭੱਜਦੇ ਆ। ਜੇ ਅਸੀਂ ਸਾਡੀ ਇਹ ਚਤਰਾਈਆਂ ਦੇਖੋ, ਇੱਕ ਹੁੰਦੀ ਆ ਸਿਆਣਪ, ਇੱਕ ਹੁੰਦੀ ਚਲਾਕੀ, ਇਹਨਾਂ 'ਚ ਬਹੁਤ ਫਰਕ ਆ। ਸਿਆਣਪ ਤੇ ਚਲਾਕੀ ਨੂੰ ਆਪਸ 'ਚ ਰਲਗੱਡ ਨਾ ਕਰੀਏ। ਜਿਹਨੂੰ ਅਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਅਸੀਂ ਬੜੇ ਸਿਆਣੇ ਆ, ਉਹ ਚਤਰਾਈਆਂ ਚਲਾਕੀਆਂ ਆ, ਉਹ ਕੁਛ ਨਹੀਂ ਖੱਟਦੀਆਂ। ਹੁਣ ਇੱਥੇ ਦਾ ਬੋਰਨ ਨਿਆਣਾ ਹੋਵੇ ਅਮਰੀਕਾ ਦਾ, ਉਹਨੂੰ ਉਧਰ ਇੰਡੀਆ ਦਾ ਬੋਰਨ ਨਿਆਣਾ ਉਹਦੇ ਸਾਹਮਣੇ ਖੜਾ ਕਰ ਦੋ, ਤਾਂ ਇੰਡੀਆ ਦਾ ਜੰਮਿਆ ਨਿਆਣਾ ਜਿਹੜਾ ਉਹ ਸਮਝ ਉਹ ਕਹੂ ਮੈਨੂੰ ਖੜੇ ਨੂੰ ਵੇਚ ਦੇਵਾਂ। ਬੁੱਧੂ ਸਮਝਦੇ ਵੀ ਇਹ ਤਾਂ ਝੁੱਡੂ ਹੀ ਆ, ਇਹਨੂੰ ਕੁਛ ਨਹੀਂ ਪਤਾ। ਪਰ ਜੇ ਕਿਤੇ ਇੰਟੈਲੀਜੈਂਸ ਦੀ ਗੱਲ ਆਵੇ, ਉੱਥੇ ਫਿਰ ਇਹ ਜਿਹੜਾ ਬੱਚਾ ਇੱਥੇ ਦਾ ਪੜ੍ਹਿਆ ਲਿਖਿਆ ਨਾ, ਉਹਦਾ ਇੰਟੈਲੀਜੈਂਟ ਕੋਸ਼ੈਂਟ, ਉਹਦੀ ਸੋਚ ਦਾ, ਸਿਆਣਪ ਦਾ ਪੱਧਰ ਉਹ ਕਿਤੇ ਉੱਚੇ ਆ। ਸੋ ਚਲਾਕੀ ਤੇ ਸਿਆਣਪ, ਚਤਰਾਈ ਤੇ ਸਿਆਣਪ ਵੱਖਰੀਆਂ ਗੱਲਾਂ ਆ। ਆਪਾਂ ਸਿਆਣਪ ਵਰਤ ਕੇ ਅੱਗੇ ਵਧਣਾ, ਚਲਾਕੀਆਂ ਨਾਲ ਨਹੀਂ ਵਧਣਾ। ਇਹ ਸੱਜੇ ਖੱਬੇ ਉੱਤੇ ਥੱਲੇ ਕਰਕੇ ਇਹ ਉੱਥੇ ਛੱਡ ਦਈਏ। ਇਹਨਾਂ ਨੇ ਆਪਣਾ ਕੁਛ ਨਹੀਂ ਸਵਾਰਿਆ। ਆਪਣੇ ਸਾਹਮਣੇ ਮਿਸਾਲ ਹੈ ਆਪਣੇ ਪੰਜਾਬ ਦੀ ਵੀ, ਆਪਣੇ ਇੰਡੀਆ ਦੀ ਵੀ, ਕਿ ਦਿਨੋਂ ਦਿਨ ਗਰਕ ਹੋ ਜਾ ਰਿਹਾ ਸਿਸਟਮ, ਕਿੱਥੇ ਤੱਕ ਆ ਗਿਆ। ਸਿੰਘ ਨਿੱਜਰ ਲੈ ਕੇ ਪ੍ਰੋਗਰਾਮ ਵੀਕਐਂਡ ਇਨਫੋਟੇਨਮੈਂਟ। ਸੋ ਆਪਾਂ ਗੱਲ ਕਰ ਰਹੇ ਸੀ ਆਪਣੇ ਲੋਕਾਂ ਦੀਆਂ ਜਿਹੜੀਆਂ ਇੱਥੇ ਬਦ ਅਖਲਾਕੀਆਂ ਕੀਤੀਆਂ ਜਾ ਰਹੀਆਂ, ਉਹਦੇ ਸੰਬੰਧ 'ਚ ਮੈਂ ਜਾਣਦਾ ਇੱਕ ਸੈਲਮਾ ਦੀ ਟਰੱਕਿੰਗ ਕੰਪਨੀ ਆ। ਉਹ ਨਾ ਉਸ ਬੰਦੇ ਨੇ ਇੱਕ ਟਰੱਕ ਤੋਂ ਸ਼ੁਰੂ ਕੀਤਾ ਸੀ ਕੰਮ। ਪਹਿਲਾਂ ਇੱਕ ਟਰੱਕ ਆਪ ਚਲਾਉਂਦਾ ਸੀ, ਉਹ ਤੋਂ ਮਿਹਨਤ ਕਰਕੇ ਉਹ ਕੰਮ ਵਧਾਉਣਾ ਸ਼ੁਰੂ ਕੀਤਾ। ਪਰ ਕੰਮ ਬਿਲਕੁਲ ਐਕੂਰੇਟ, ਅਕੋਰਡਿੰਗ ਟੂ ਲਾ, ਅਕੋਰਡਿੰਗ ਟੂ ਰੂਲ, ਕੋਈ ਹੇਰਾ ਫੇਰੀ ਨਹੀਂ, ਕੋਈ ਗਲਤ ਕੰਮ ਨਹੀਂ। ਨਾ ਆਪ ਗਲਤ ਟਰੱਕ ਚਲਾਇਆ, ਪਈ ਪਾੜ ਕੇ ਆਪਣੀਆਂ ELD ਦੀਆਂ ਬੁੱਕਾਂ ਤੇ ਹੋਰ ਹੇਰਾ ਫੇਰੀਆਂ ਕਰਕੇ ਜਾਂ ਟੈਕਸ ਬਚਾ ਕੇ, ਇੰਸ਼ੋਰੈਂਸਾਂ ਲੈ ਕੇ ਗਲਤ, ਕੋਈ ਇਦਾਂ ਦਾ ਕੰਮ ਨਹੀਂ ਕੀਤਾ। ਬਿਲਕੁਲ ਲੀਗਲੀ ਚੱਲਿਆ, ਲੀਗਲੀ ਕੰਮ ਕਰਕੇ ਉਹਨੇ ਆਪਣਾ ਉਹ ਕਾਰੋਬਾਰ ਇੱਕ ਟਰੱਕ ਤੋਂ 60-70 ਟਰੱਕਾਂ ਤੱਕ ਵਧਾਇਆ। ਤੇ ਹੁਣ ਵੀ ਬੰਦਾ ਬੜਾ ਵਧੀਆ ਉਸੇ ਤਰੀਕੇ ਨਾਲ ਕੰਮ ਕਰ ਰਿਹਾ। ਨਾ ਡਰਾਈਵਰ ਨੂੰ ਪੁਸ਼ ਕਰਦੇ ਆ ਉਹ ਜ਼ਿਆਦਾ ਟਰੱਕ ਚਲਾਉਣ ਲਈ ਜਾਂ ਜ਼ਬਰਦਸਤੀ ਲਾਉਣ ਲਈ, ਨਾ ਕਿਸੇ ਦੇ ਪੈਸੇ ਮਾਰਦੇ ਆ, ਨਾ ਲਾ ਦੇ ਅਗੇਂਸਟ ਜਾਂਦੇ ਆ। ਰੈਕਡ ਵਧੀਆ, ਕੰਪਨੀ ਦਾ ਸੋਹਣਾ ਕੰਮ ਚੱਲ ਰਿਹਾ ਆ। ਤੇ ਉਹਨਾਂ ਦਾ ਇੱਕ ਮੈਂ ਦੇਖਿਆ ਕਿ ਜਦੋਂ ਕਿਸੇ ਦੇ ਆਪਣੇ ਆਉਂਦੇ ਨਾ FMCSA ਵਾਲੇ ਜਾਂ CHP ਵਾਲੇ ਚੈਕਿੰਗ ਲਈ, ਤਾਂ ਜਾਨ ਨਿਕਲੀ ਹੁੰਦੀ ਹੈ ਵੀ ਕਿੱਦਾਂ ਪਾਸ ਕਰਨੀ ਆ। ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਅੱਬਲਾਂ ਤਾਂ ਦੇਖੋ, ਜੇ ਤੁਹਾਡਾ ਰੈਕਡ ਸਹੀ ਆ ਗੋਡਿਆਂ ਤੇ, ਤੁਹਾਡੇ ਉਹ ਚੈਕਿੰਗ ਕਰਨ ਲਈ ਆਉਂਦੇ ਹੀ ਨਹੀਂ। ਤੇ ਜੇ ਆ ਵੀ ਜਾਣ, ਦਿੱਕਤ ਕੀ ਹੈ? ਕੀ ਪਰਵਾਹ ਜਦ ਆਪਾਂ ਸਾਰਾ ਸਹੀ ਰੱਖਿਆ ਹੈ। ਉਹ ਬਿਲਕੁਲ ਨਿਸ਼ਚਿੰਤ ਦੇਖੇ। ਮੈਂ ਕਦੀ ਨਹੀਂ ਦੇਖਿਆ ਵੀ ਮੱਥੇ ਤੇ ਤਿਉੜੀ ਹੋਵੇ, ਚਿੰਤਾ ਹੋਵੇ ਕਿ ਕਿੱਦਾਂ ਹੋਊ, ਕਿੱਦਾਂ ਆਪਾਂ ਕੀ ਸ਼ੋਅ ਕਰਨਾ, ਕੀ ਨਹੀਂ ਕਰਨਾ। ਬਾਅਦ ਵਿੱਚ ਫੀਸਾਂ ਭਰਨੀਆਂ ਵੀ ਕੋਈ ਆਹ ਸੈਟਲ ਡਾਊਨ ਕਿੱਦਾਂ ਕਰਕੇ ਇਹਦੇ ਵਿੱਚੋਂ ਕਿਸ ਤਰ੍ਹਾਂ ਲੰਘਾ ਦੇ। ਸੋ
ਜੇ ਸਹੀ ਤਰੀਕੇ ਨਾਲ ਕੰਮ ਕਰਕੇ ਵੀ ਅੱਗੇ ਵਧਿਆ ਜਾ ਸਕਦਾ। ਬਹੁਤ ਬੰਦੇ ਆ ਰਾਤੋਂ ਰਾਤ ਅਮੀਰ ਹੋਣ ਵਾਲੇ ਬੰਦੇ, ਹੋ ਸਕਦਾ ਇਹ ਸ਼ਾਰਟਕਟ ਲੱਭ ਲੈਂਦੇ ਹੋਣਗੇ, ਪਰ ਤੁਸੀਂ ਟੋਟਲ ਪਰਸੈਂਟੇਜ ਕੱਢ ਕੇ ਦੇਖੋ ਕਿ ਕਿੰਨੇ ਕੁ ਅੱਗੇ ਨਿਕਲ ਸਕੇ। ਬਹੁਤੇ ਤਾਂ ਜਿੱਦਾਂ ਸ਼ੂਟ ਅਪ ਕੀਤੇ ਉੱਦਾਂ ਹੀ ਥੱਲੇ ਆ ਗਏ। ਇੱਥੇ ਦਾ ਸਿਸਟਮ ਨਹੀਂ ਅਲਾਉ ਕਰਦਾ। ਕਿਤੇ ਨਾ ਕਿਤੇ ਤੁਸੀਂ ਇਹੋ ਜਿਹੇ ਡਿੱਕੇ 'ਚ ਫਸਣਾ ਕਿ ਬਸ ਸਾਰਾ ਕੁਝ ਹੀ ਗਿਆ, ਤੇ ਜਾਂ ਫਿਰ ਦਿਨ ਰਾਤ ਦੀ ਚਿੰਤਾ, ਉਹ ਇਹਦੇ 'ਚ ਨਾ ਫਸ ਜਾਈਏ, ਉਸ ਚੱਕਰ 'ਚ ਨਾ ਫਸ ਜਾਈਏ। ਜਦੋਂ ਚੈਕਿੰਗ ਕਰਦੇ ਆ CHP ਵਾਲੇ, ਉਸ ਕਿਸੇ ਡਿੱਕੇ 'ਚ ਨਾ ਆ ਜਾਈਏ, ਕੋਈ ਇੱਦਾਂ ਨਾ ਹੋ ਜਾਏ, ਉੱਦਾਂ ਨਾ ਹੋ ਜਾਏ। ਫਿਰ ਜਾਂ ਕੋਈ ਸ਼ੂਗਰ, BP, ਡਿਪਰੈਸ਼ਨ, ਇਹ ਚੀਜ਼ਾਂ ਖੱਟ ਲੈਣੀਆਂ। ਫਿਰ ਉਹ ਜਿਹੇ ਬਿਜ਼ਨਸ ਦਾ ਵੀ ਕੀ ਫਾਇਦਾ ਖੱਟਿਆ ਕਿ ਉਹਦੇ ਵਿੱਚ ਜੇ ਆਪਣੀ ਆਪ ਹੀ ਗਵਾ ਲਿਆ, ਆਪਣੀ ਸਿਹਤ ਹੀ ਗਵਾ ਲਈ, ਪੀਸ ਆਫ ਮਾਈਂਡ ਹੀ ਗਵਾ ਲਈ। ਉਹ ਜਿਹਾ ਬਿਜ਼ਨਸ ਜੇ ਸੈੱਟ ਵੀ ਕਰ ਲਿਆ ਤਾਂ ਉਹਦਾ ਕੀ ਫਾਇਦਾ। ਸੋ ਬਜਾਏ ਇਹਦੇ ਕਿ ਆਪਾਂ ਦੇਖੋ, ਆਪਣੇ ਲੋਕ ਬਹੁਤ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ, ਉੱਥੇ ਆਪਾਂ ਹਰ ਕੰਮ ਲਈ ਇਹ ਚਾਹਣਾ ਕਿ ਜੇ ਡਰੱਗ ਟੈਸਟ ਪਾਸ ਕਰਨ ਵਾਲਾ ਉਹ ਵੀ ਕਿਸ ਤਰ੍ਹਾਂ ਸਾਰੀ ਜਾਵੇ। ਹਾਲਾਂਕਿ ਸਟਿਕਨੈਸ ਉਹ 'ਚ ਹੁੰਦਾ ਨਹੀਂ, ਪਰ ਹੁੰਦਾ ਵੀ ਹੈ, ਦੋਨੇ ਗੱਲਾਂ ਆ। ਤੇ ਡਰਾਈਵਰ ਨੂੰ ਵੀ ਕਿਸੇ ਤਰ੍ਹਾਂ ਕਹਿਣਾ ਵੀ ਤੂੰ ਹੇਰਾ ਫੇਰੀ ਕਰਕੇ ਲੋਡ ਲਾ ਹੀ ਦੇ ਕਿਸ ਤਰ੍ਹਾਂ। ਫਿਰ ਫਾਈਨਲੀ ਟੈਕਸ ਦੇਣ ਤੋਂ ਜਾਂ ਜਦੋਂ ਚੈਕਿੰਗ ਹੋਣੀ ਆ ਸਾਰੀ, ਉਹਦੇ ਤੋਂ ਵੀ ਤਰੀਕੇ ਲੱਭਣੇ ਸੱਜੇ ਖੱਬੇ ਹੋਣ ਦੇ। ਤੇ ਉਹਨਾਂ ਬੈਟਰ ਨਹੀਂ ਕਿ ਆਪਾਂ ਕੰਮ ਪਹਿਲਾਂ ਹੀ ਐਕੂਰੇਟ ਰੱਖੀਏ। ਹੋ ਸਕਦਾ ਆਪਾਂ ਨੂੰ ਸੈਟਲ ਹੋਣ ਨੂੰ ਸਾਲ 2 ਸਾਲ ਵੱਧ ਲੱਗ ਜਾਣ, ਪਰ ਜੇ ਇੱਕ ਵਾਰੀ ਡਿੱਗ ਪਏ ਥੱਲੇ, ਦੁਬਾਰਾ ਉੱਠਣ ਨੂੰ ਕਿੰਨਾ ਟਾਈਮ ਲੱਗਣਾ, ਇਹ ਗੱਲ ਵੀ ਤਾਂ ਧਿਆਨ 'ਚ ਰੱਖੀਏ। ਬਾਕੀ ਲੋਕੀ ਇੱਥੇ ਆਪਣੇ ਹੁਣ ਨਵੇਂ ਬੰਦੇ ਆਉਂਦੇ ਆ, ਇੱਕ ਨਾ ਉਹ ਰਿਵਾਜ ਜਿਹਾ ਬਣ ਗਿਆ ਕਿ ਕੋਈ ਨਵਾਂ ਬੰਦਾ ਆਇਆ, ਉਹਨੂੰ ਕਹਿਣਾ ਪਹਿਲਾਂ ਤਾਂ ਆਉਂਦੇ ਤੂੰ ਠੀਕ ਹੈ, ਬਸ ਅਪਾਰਟਮੈਂਟ 'ਚ ਚਲੇ ਜਾ ਤੇ ਸਟੋਰ 'ਤੇ ਕਦੇ ਕੰਮ ਕਰ ਲੈ। ਸਟੋਰ 'ਤੇ ਲੱਗ ਗਿਆ, ਸਟੋਰ ਤੋਂ ਲੱਗਣ ਤੋਂ ਬਾਅਦ ਫਿਰ ਉਹ ਬੰਦੇ ਨੂੰ ਕਹਿਣਾ, ਐਡਵਾਈਸ ਜੋ ਹੁੰਦੀ ਹੈ ਆਸੇ ਪਾਸਿਓਂ, ਵੀ ਹੁਣ ਤੂੰ ਛੇਤੀ ਟਰੱਕ ਦਾ ਲਾਇਸੈਂਸ ਲੈ ਲੈ। ਕਿਸੇ ਤਰ੍ਹਾਂ ਟਰੱਕ ਦਾ ਲਾਇਸੈਂਸ ਲੈ ਲਿਆ ਤੇ ਉਹ ਬੰਦਾ ਕਾਹਲਾ ਹੁੰਦਾ ਵੀ ਹੁਣ ਕਿਹੜੀ ਘੜੀ ਮੈਂ ਛੱਡਾਂ ਇੱਧਰੋਂ ਤੇ ਟਰੱਕ ਦਾ ਲਾਇਸੈਂਸ ਲੈ ਕੇ ਟਰੱਕ ਤੇ ਚੜਾ, ਉੱਧਰ ਪੈਸੇ ਜ਼ਿਆਦਾ ਬਣਦੇ। ਡਰਾਈਵਰੀ ਸ਼ੁਰੂ ਕਰਤੀ ਟਰੱਕ ਦੀ, ਉਸ ਤੋਂ ਅਗਲੀ ਉਹਨੂੰ ਐਡਵਾਈਸ ਮਿਲਦੀ ਆ ਕਿ ਹੁਣ ਟਰੱਕ ਆਪਣਾ ਲੈ ਲਾ। ਫਿਰ ਬੰਦਾ ਆਪਣਾ ਟਰੱਕ ਲੈਣ ਵਾਲੇ ਪਾਸੇ ਤੁਰ ਪੈਂਦਾ, ਫਿਰ ਉੱਧਰ ਇੱਕ ਕਰ ਲਿਆ, ਫਿਰ ਕਹਿਣਾ ਹੁਣ 2 ਕਰ ਲਾ। ਤੇ ਇਹੋ ਹੀ ਤਰੀਕਾ ਆ ਮੰਨ ਲਓ ਜਿਹੜਾ ਆਪਣਾ ਐਡਵਾਈਸ ਕਰਦੇ ਆ। ਚਲੋ ਇਹ ਵੀ ਬਿਜ਼ਨਸ ਮਾੜਾ ਨਹੀਂ, ਵਧੀਆ ਹੈ, ਪਰ ਸਾਰੇ ਪਾਸੇ ਜਾਣਾ ਚਾਹੀਦਾ ਬੰਦੇ ਨੂੰ। ਇੱਥੇ ਹੋਰ ਜੋਬਾਂ ਵੀ ਹੈ, ਵਧੀਆ ਜੋਬਾਂ ਹੈ। ਈਵਨ ਇਹ ਦੇਖਿਆ ਗਿਆ, ਜੇ ਤੁਸੀਂ ਜਿੰਨੇ ਕੁ ਬੰਦਿਆਂ ਨੂੰ ਮੈਂ ਮਿਲਿਆ, ਕਿ ਜਿਹੜੇ ਬੰਦੇ ਸਟੋਰਾਂ 'ਤੇ ਲੱਗੇ ਸੀ ਨਾ, ਉਹ ਬਾਅਦ 'ਚ ਇੱਕ ਜਾਂ 2 ਸਟੋਰਾਂ ਦੇ ਮਾਲਕ ਬਣ ਗਏ। ਜਿਹੜੇ ਬੰਦੇ ਫਾਰਮਾਂ 'ਤੇ ਆ ਕੇ ਲੱਗੇ ਸੀ, ਉਹ ਖੇਤਾਂ ਦੇ ਖੱਤਿਆਂ ਦੇ ਮਾਲਕ ਬਣ ਗਏ। ਜਿਹੜੇ ਟਰੱਕਾਂ 'ਤੇ ਲੱਗੇ ਸੀ, ਉਹ ਫਿਰ ਟਰੱਕਾਂ ਦੇ ਮਾਲਕ ਬਣ ਗਏ, ਚਾਹੇ ਇੱਕ ਦੇ 2 ਦੇ। ਆਪਾਂ ਨੂੰ ਹੱਥ ਤਾਂ ਅਜਮਾਉਣਾ ਚਾਹੀਦਾ ਸਾਰੇ ਪਾਸੇ, ਪਰ ਵਧਣ ਲਈ ਜਿਹੜੇ ਇਹ ਅਨਫੇਅਰ ਮੀਨਸ ਆ, ਇਹ ਨਹੀਂ ਅਪਣਾਉਣੇ ਚਾਹੀਦੇ। ਕੋਈ ਵੀ ਤਰੀਕਾ ਹੈ, ਚਾਹੇ DMV ਤੋਂ ਲਾਇਸੈਂਸ ਲੈਣਾ ਜਾਂ ਕੋਈ ਟੈਕਸ ਦਾ ਆ, ਕੋਈ ਹੋਰ ਆ, ਉਹ ਤੇ ਕਿਸੇ ਪਾਸੇ ਵੀ ਜਿਹੜੇ ਆਪਾਂ ਅਨਫੇਅਰ ਮੀਨ ਯੂਜ਼ ਕਰਦੇ ਆ, ਉਹ ਬਾਅਦ ਵਿੱਚ ਆਪਣੀ ਜੜੀ ਬਹਿ ਜਾਂਦੇ ਆ। ਫਿਰ ਆਪਾਂ ਬਹੁਤੇ ਬੰਦੇ ਬਿਜ਼ਨਸ ਲੂਜ਼ ਕਰ ਲੈਂਦੇ ਆ, ਜਾਂ ਫਿਰ ਪੀਸ ਆਫ ਮਾਈਂਡ ਜਿਹੜੀ ਆ ਉਹ ਲੂਜ਼ ਕਰ ਲੈਂਦੇ ਆ। ਕੁੱਲ ਮਿਲਾ ਕੇ ਆਪਾਂ ਘਾਟੇ 'ਚ ਹੀ ਰਹਿੰਦੇ ਹਾਂ। ਇੱਕ ਹੋਰ ਮੈਨੂੰ ਕਿਸੇ ਨੇ ਮੈਸੇਜ ਆਇਆ ਸੀ ਵੀ ਇਹਦੇ ਬਾਰੇ ਵੀ ਜ਼ਰੂਰ ਥੋੜ੍ਹਾ ਡਿਸਕਸ ਕਰਿਓ, ਕਿ ਪਿੱਛੇ ਜਿਹੇ ਇੱਕ ਮਸਲਾ ਉੱਠਿਆ ਸੀ, ਸ਼ੁਰੂ ਤਾਂ ਹੋਇਆ ਸੀ ਆਸਟ੍ਰੇਲੀਆ ਤੋਂ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉੱਥੇ ਪੰਜਾਬੀਆਂ ਤੇ ਹਰਿਆਣਵੀ ਨੌਜਵਾਨਾਂ ਦੇ ਵਿੱਚ ਟਸਲ ਹੋ ਗਈ। ਤੇ ਹੋਈ ਵੀ ਕੀ, 15 ਅਗਸਤ ਨੂੰ ਜਿਹੜੇ ਹਰਿਆਣਵੀ ਆ ਉਹ ਆਪਣਾ ਹਿੰਦੁਸਤਾਨ ਜਿੰਦਾਬਾਦ, ਹਰਿਆਣਾ ਜਿੰਦਾਬਾਦ ਕਰੀ ਜਾਂਦੇ ਸੀ, ਤੇ ਆਪਣੇ ਲੋਕ ਹਿੰਦੁਸਤਾਨ ਮੁਰਦਾਬਾਦ ਤੇ ਖਾਲਿਸਤਾਨ ਜਿੰਦਾਬਾਦ ਕਰੀ ਜਾਂਦੇ ਸੀ। ਇਸ ਗੱਲ ਨੂੰ ਲੈ ਕੇ ਪਹਿਲਾਂ ਟਸਲ ਹੋਈ, ਟਸਲ ਵੱਧ ਗਈ, ਫਿਰ ਟਾਈਮ ਪਾਉਣ ਤੇ ਗੱਲ ਆ ਗਈ,
ਫਿਰ ਟਾਈਮ ਪਾਉਣ ਤੋਂ ਬਾਅਦ ਲੜਾਈ ਵੀ ਹੋਈ। ਉੱਥੇ ਜਿਹੜਾ ਇਲਾਕਾ ਆ ਹੈਰਿਸ ਪਲਾਜ਼ਾ ਜਾਂ ਹੈਰਿਸ ਕਾਉਂਟੀ, ਆਈ ਡੋਂਟ ਨੋ, ਆਸਟ੍ਰੇਲੀਆ ਦਾ ਕੋਈ ਇਲਾਕਾ, ਉੱਥੇ ਲੜਾਈ ਵੀ ਹੋਈ ਉਹਨਾਂ ਦੀ, ਬਾਅਦ ਵਿੱਚ ਚੱਕਰ 'ਚ ਫਸੇ ਆ। ਅੱਛਾ, ਉਹ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆ ਗੱਲ ਬੜੀ ਛੇਤੀ ਅੱਗੇ ਤੋਂ ਅੱਗੇ ਫੈਲਦੀ ਹੈ, ਉੱਥੋਂ ਫੈਲਦੀ ਗੱਲ ਇੱਥੇ ਵੀ ਪਹੁੰਚ ਗਈ, ਕੈਨੇਡਾ ਅਮਰੀਕਾ। ਇੱਥੇ ਈਵਨ ਫਰੈਜ਼ਨੋ ਦੇ ਵਿੱਚ ਹਰਿਆਣਵੀ ਪੰਜਾਬੀਆਂ ਨੂੰ ਟਾਈਮ ਪਾਉਂਦੇ ਸੀ ਤੇ ਪੰਜਾਬੀ ਹਰਿਆਣਵੀਆਂ ਨੂੰ ਟਾਈਮ ਪਾਉਂਦੇ ਸੀ। ਦੇਖੋ, ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇੱਥੇ ਆ ਕੇ ਕਰਨ ਕੀ ਲੱਗੇ ਆ। ਚਾਹੇ ਪੰਜਾਬੀ ਹੈ ਚਾਹੇ ਹਰਿਆਣਵੀ ਹੈ, ਆਪਾਂ ਉਹ ਇੰਡੀਆ ਦੇ ਸਿਸਟਮ ਤੋਂ ਦੁਖੀ ਹੋ ਕੇ ਇੱਥੇ ਆਏ ਆ। ਸਾਨੂੰ ਉਹ ਨਾ ਉੱਥੇ ਦੀ ਸਰਕਾਰ ਨਾ ਮੌਕੇ ਦਿੰਦੀ ਸੀ ਵਧਣ ਦੇ ਅੱਗੇ, ਨਾ ਉਹ ਸਿਸਟਮ ਚੰਗਾ ਸੀ, ਉਹ ਤੋਂ ਦੁਖੀ ਹੋ ਕੇ ਇੱਥੇ ਆਏ ਆ। ਤੇ ਇੱਥੇ ਆ ਕੇ ਆਪਾਂ ਫਿਰ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਬਜਾਏ ਆਪਣਾ ਫਿਊਚਰ ਦੇਖਣ ਦੇ ਆਪਾਂ ਕਿਹੜੇ ਚੱਕਰ ਕਿਹੜੇ 'ਚ ਪੈ ਗਏ ਆਪਾਂ, ਕਿਹੜੇ ਆਪਾਂ ਹਿੰਦੁਸਤਾਨ ਦੀ ਜੈ ਕਰਦੇ ਆ। ਜੇ ਆਪਾਂ ਨੂੰ ਇੰਨਾ ਜ਼ਿਆਦਾ ਵਧੀਆ ਸੀ ਫਿਰ ਆਪਾਂ ਰਹਿੰਦੇ ਉੱਥੇ। ਦੂਜੀ ਗੱਲ ਹੈ, ਜੇ ਆਪਾਂ ਇੱਥੇ ਪੰਜਾਬ ਤੋਂ ਇੱਥੇ ਆ ਗਏ ਆ, ਹਰਿਆਣਾ ਪੰਜਾਬ ਪਹਿਲਾਂ ਤਾਂ ਇੱਕੋ ਹੀ ਸੀ, ਹੁਣ ਹੀ ਅਲੱਗ ਹੋਏ। ਇੱਥੇ ਮੈਂ ਤਾਂ ਜਿੰਨੇ ਕੁ ਪੰਜਾਬੀ ਆ ਆਪਣੇ ਹਰਿਆਣਵੀਆਂ ਨੂੰ ਜਿੰਨਾਂ ਨੂੰ ਜਾਣਦਾ, ਮੈਨੂੰ ਤਾਂ ਬੜੇ ਨਾਈਸ ਬੰਦੇ ਆ, ਕਦੀ ਉਹਨਾਂ ਦੇ ਮਨ 'ਚ ਕੋਈ ਗੱਲ ਇੱਦਾਂ ਦੀ ਦੇਖੀ ਨਹੀਂ। ਔਰ ਬਹੁਤੇ ਹਰਿਆਣਵੀ ਜਿਹੜੇ ਪੰਜਾਬੀਆਂ ਕੋਲ ਹੀ ਕੰਮ ਕਰਦੇ, ਚਾਹੇ ਸਟੋਰਾਂ ਤੇ ਚਾਹੇ ਟਰੱਕਾਂ ਦੇ ਕੰਮ ਕਰਦੇ ਆ, ਇੱਕ ਦੂਜੇ ਨਾਲ ਰਲੇ ਬਿਨਾਂ ਤਾਂ ਸਰਨਾ ਨਹੀਂ ਕਿਸੇ ਦਾ। ਫਿਰ ਇਹ ਲੜਾਈ ਝਗੜਾ ਕਰਦਾ। ਦੂਜੀ ਗੱਲ ਹੋ ਰਿਹਾ, ਚਾਹੇ ਹਰਿਆਣਵੀ ਚਾਹੇ ਪੰਜਾਬੀ, ਬਹੁਤੇ ਬੰਦਿਆਂ ਦੇ ਅਸੈਲਮ ਦੇ ਕੇਸ, ਹਰਿਆਣਵੀਆਂ ਦੇ ਵੀ ਤਾਂ ਬਹੁਤਿਆਂ ਦੇ ਲੱਗੇ, ਪੰਜਾਬੀਆਂ ਦੇ ਵੀ ਅਸੈਲਮ ਦੇ ਕੇਸ ਹੀ ਲੱਗੇ ਆ। ਹੁਣ ਉੱਥੇ ਜਿਹੜੀ ਇਹ ਆਪਣਾ ਇੱਥੇ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ, ਜੇ ਕਿਸੇ ਬੰਦੇ ਦਾ ਨਾਂ ਇਹਦੇ 'ਚ ਆ ਗਿਆ ਕਿ ਤੁਸੀਂ, ਪਹਿਲੀ ਤਾਂ ਗੱਲ ਹੈ ਜਿਹੜੇ ਉਹ ਵਾਇਲੈਂਸ ਵਾਲੇ ਚੱਕਰ 'ਚ ਫਸੇ ਉਹੀ ਉਲਟਾ ਫਸੋਗੇ। ਦੂਜਾ, ਇੱਥੇ ਜਦੋਂ ਤੁਹਾਡਾ ਕੇਸ ਲੱਗਣਾ ਹੈ ਨਾ, ਉਹ ਸਾਰਾ ਕੁਝ ਚੈੱਕ ਕਰਦੇ ਆ, ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਉਹ ਦੇਖਦੇ ਆ ਕਿ ਬੰਦਾ ਕਿਸ ਤਰ੍ਹਾਂ ਦਾ। ਔਰ ਇਹ ਰਾਈਟ ਜੱਜ ਨੂੰ ਦੇ ਦਿੱਤਾ ਕਿ ਜੇ ਜੱਜ ਨੂੰ ਲੱਗੇ ਕਿ ਇਹ ਕਰੈਕਟਰ ਪੱਖੋਂ ਨਹੀਂ ਲਾਇਕ ਸਾਡੀ ਕੰਟਰੀ ਸੋਸਾਇਟੀ ਦੇ, ਤਾਂ ਤੁਹਾਡਾ ਕੇਸ ਇਸੇ ਬੇਸ ਦੇ ਉੱਤੇ ਇਸੇ ਪਲੀ ਤੇ ਡਿਨਾਈ ਕਰ ਸਕਦਾ। ਤੇ ਜੇ ਉੱਥੇ ਇਹ ਮਤਲਬ ਸੈਂਸ ਬਣੇ ਜੋ ਤੁਸੀਂ ਕਰ ਰਹੇ ਆ ਹਰਿਆਣਵੀ ਪੰਜਾਬੀ, ਕਿ ਬੰਦਾ ਰਹਿੰਦਾ ਤੇ ਇੱਥੇ ਅਸੈਲਮ ਮੰਗਦਾ ਇੱਥੇ, ਕਿ ਮੈਨੂੰ ਖਤਰਾ ਆਇਆ ਉਸ ਮੁਲਕ ਤੋਂ, ਮੈਂ ਉੱਥੇ ਗਿਆ ਤਾਂ ਮੈਨੂੰ ਗੌਰਮੈਂਟ ਖਰਾਬ ਕਰੂ, ਜਾਂ ਉੱਥੇ ਸੋਸਾਇਟੀ ਤੋਂ ਮੈਨੂੰ ਖਤਰਾ ਆਇਆ, ਮੈਂ ਇੰਡੀਆ ਤੋਂ ਖਤਰਾ, ਤੇ ਮੈਂ ਨਹੀਂ ਉੱਥੇ ਜਾਣਾ, ਮੈਨੂੰ ਇੱਥੇ ਸ਼ਰਨ ਦਿਓ ਤੇ ਮੈਨੂੰ ਅਸੈਲਮ ਦਿਓ। ਤੇ ਬੰਦਾ ਜੈ ਜੈਕਾਰ ਉਸ ਕੰਟਰੀ ਦੀ ਕਰ ਰਿਹਾ, ਮੰਨ ਲਓ ਉਹ ਲਾਇਲਟੀ ਉੱਧਰ ਦਿਖਾ ਰਿਹਾ। ਉਹ ਚੀਜ਼ਾਂ ਜਿਹੜੀਆਂ, ਉਹ ਜਿਹੜੀ ਸੈਂਸ ਬਣਨੀ ਆ, ਉਹ ਤੁਹਾਡੇ ਹੱਕ 'ਚ ਨਹੀਂ ਜਾਣਾ। ਹਾਲਾਂਕਿ ਚਲੋ ਇਹ ਤਾਂ ਨਹੀਂ ਵੀ ਇਹਦੇ ਬੇਸ ਤੇ ਕੇਸ ਡਰਾਈ ਹੋ ਜਾਣੇ, ਪਰ ਇਹ ਚੀਜ਼ਾਂ ਨੈਗੇਟਿਵਲੀ ਜਾਣਗੀਆਂ ਕੇਸਾਂ ਦੇ ਵਿੱਚ। ਔਰ ਦੂਜੀ, ਚਾਹੇ ਜੇ ਆਪਾਂ ਪੰਜਾਬੀ ਆ ਇੱਥੇ ਟਾਈਮ ਪਾ ਕੇ ਕੀ ਕੱਢ ਕੇ ਲੈਣਾ। ਫਰਜ਼ ਕਰ ਲਓ ਕਿਤੇ ਪੰਜਾਬੀਆਂ ਨੇ ਇਕੱਠੇ ਹੋ ਕੇ ਮਾਰਤੀਆਂ 4 ਸੱਟਾਂ, ਫਿਰ ਕੀ ਨਾਂ ਬਣ ਜਾਣਾ? ਇੱਥੇ ਕਿਹਦਾ ਨਾਂ ਆ, ਕੌਣ ਜਾਣਦਾ? ਕਿਹੜੀ ਗੈਂਗ ਬਣਾਏ, ਕੀ ਗੈਂਗਸਟਰ ਬਣਾ ਲੈਣਾ? ਜਾਂ ਹਰਿਆਣਵੀਆਂ ਨੇ ਇਕੱਠੇ ਹੋ ਕੇ ਪੰਜਾਬੀਆਂ, ਤਾਂ ਉਹਨਾਂ ਦਾ ਕਿਹੜਾ ਨਾਂ ਬਣ ਜਾਣਾ? ਕੀ ਕੁਛ ਕਰ ਲੈਣਾ? ਕੋਈ ਨਾਂ ਨਹੀਂ ਬਣਨਾ, ਕੋਈ ਕੁਛ ਨਹੀਂ ਹੋਣਾ, ਕੁਛ ਖੱਟਿਆ ਨਹੀਂ ਜਾਣਾ। ਹੁਣ ਦੇਖੋ, ਕਈ ਬੰਦੇ ਕਹਿੰਦੇ ਉਹ ਵੈਸੇ ਹੀ ਗਏ ਸੀ, ਇਸ ਤੇ ਏਡੀ ਗੱਲ ਨਹੀਂ। ਵੈਸੇ ਇੱਥੇ ਗੱਲ ਸੀਨ ਕਦੋਂ ਵੱਡਾ ਕ੍ਰੀਏਟ ਹੋ ਜਾਣਾ ਪਤਾ ਨਹੀਂ ਲੱਗਣਾ। ਹੁਣ ਟਾਈਮ ਪਾਇਆ, ਤੁਸੀਂ ਨਾਲ ਚਲੇ ਗਏ, ਵੈਸੇ ਹੀ ਉੱਥੇ ਕਿਸੇ ਨੇ ਕੱਢ ਕੇ ਡੱਬ 'ਚੋਂ ਚਲਾਤਾ ਜਾਂ ਕਿਸੇ ਦੇ ਛੁਰਾ ਮਾਰਤਾ, ਸੀਨ ਤਾਂ ਬੜਾ ਵੱਡਾ ਹੋ ਜਾਣਾ। ਫਿਰ ਤੁਸੀਂ ਨਾਲ ਜਿਹੜੇ ਐਵੇਂ ਹੀ ਖੜਨ ਗਏ, ਉਹ ਸਾਰੇ ਫਸਣੇ। ਸੋ ਇਹ ਸਿਆਣਪ ਦੀ ਗੱਲ ਹੈ, ਪਿੱਛੇ ਕਰਦਿਆਂ ਵੱਲ ਨੂੰ ਦੇਖਣਾ ਚਾਹੀਦਾ ਕਿ ਆਪਾਂ ਆਏ ਕਿੱਦਾਂ। ਸਭ ਨੂੰ ਪਤਾ ਕੋਈ ਸੇਠ ਨਹੀਂ ਹੈਗਾ, ਸਾਰੇ ਕੋਈ ਪੈਸੇ ਵਿਆਜ ਤੇ ਚੱਕ ਕੇ ਆਇਆ, ਕੋਈ ਕਿੱਲਾ ਗਹਿਣੇ ਧਰ ਕੇ ਆਇਆ, ਕੋਈ ਕਿਸ ਤਰ੍ਹਾਂ ਆਇਆ, ਸੇਠ ਕੋਈ ਨਹੀਂ ਹੈਗਾ। ਇਹਨਾਂ ਚੀਜ਼ਾਂ ਤੋਂ ਬਚੋ। ਇਹ ਜਿਹੜੇ ਰੈਕਡ ਬਣ ਜਾਂਦੇ ਨਾ, ਫਿਰ ਜੜੀ ਬੈਠਦੇ ਪੂਰੀ ਤਰ੍ਹਾਂ। ਸੋ ਬੈਟਰ ਹੈ ਇਹਨਾਂ ਚੀਜ਼ਾਂ ਤੋਂ ਅਵੋਇਡ ਕੀਤਾ ਜਾਵੇ। ਉਹ ਬੰਦੇ ਦਾ ਟਰੱਕ ਟੋ ਹੋ ਰਿਹਾ ਸੀ ਤੇ ਉਹਨੇ ਸਟੀਅਰਿੰਗ ਛੱਡ ਕੇ ਤੇ ਪਿੱਛੇ ਜਾ ਕੇ ਬੰਕ ਦੇ ਵਿੱਚ ਵੀਡੀਓ ਬਣਾ ਲਈ, ਪਿਆ ਮੇਰਾ ਟਰੱਕ ਜਾ ਰਿਹਾ ਤੇ ਮੈਂ ਆਹ ਦੇਖੋ ਜੀ ਭੰਗੜਾ ਪਾ ਰਿਹਾ ਬੰਕ ਦੇ ਵਿੱਚ। ਉਹਨੂੰ ਦੇਖ ਕੇ ਕਈ ਹੋਰ ਮੂਰਖ ਉਹਦੇ ਐਨਕਰੇਜ ਹੋ ਗਏ। ਹੁਣ ਉਹਦਾ ਟੋ ਹੋਇਆ ਟਰੱਕ ਸੇਫ ਸੀ, ਉਹ ਜਾ ਰਿਹਾ ਸੀ, ਉਹਨੂੰ ਉੱਥੇ ਉਨੀ ਵੀਡੀਓ ਪਾਉਣ ਲਈ ਉਹ ਬਣਾ ਲਈ, ਤੇ ਦੂਜੇ ਬੰਦੇ ਉਹਨੂੰ ਦੇਖ ਕੇ ਉੱਦਾਂ ਦੀਆਂ ਵੀਡੀਓ ਬਣਾਉਣ ਲੱਗ ਪਏ। ਇਹ ਤੇ ਮਰਨ ਵਾਲੀ ਗੱਲ ਹੈ। ਫਿਰ ਕੋਈ ਉੱਪਰ ਲੱਤਾਂ ਰੱਖ ਕੇ, ਕੋਈ ਉੱਤੇ ਪੈਰਾਂ ਭਾਰ ਬਹਿ ਕੇ ਬਣਾਉਂਦਾ, ਪਿੱਛੇ ਕੋਈ ਗਾਣਾ ਪਾਉਂਦੇ ਆ, ਪਰ ਜਿੱਦਾਂ ਕਿ ਵੱਡੀ ਬੜਾ ਕਾਰਨਾਮਾ ਹੋਵੇ, ਬੜੀ ਵਧੀਆ ਤਗੜੀ ਗੱਲ ਹੋਵੇ ਕੋਈ।
ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਦੇਖੋ ਇਹ ਜਾਂਦੀਆਂ ਜਾਂਦੀਆਂ ਇਹ ਘੁੰਮਦੇ ਘੁਮਾਉਂਦੀਆਂ CHP ਕੋਲ ਵੀ ਜਾਂਦੀਆਂ, FMCSA ਕੋਲ ਵੀ ਪਹੁੰਚ ਹੀ ਜਾਂਦੀਆਂ। ਹੁਣ ਜੇ ਇੱਥੇ CHP ਉਹਦੇ ਵਿੱਚ ਆਪਣੀ ਕਮਿਊਨਿਟੀ ਦੇ ਮੁੰਡੇ ਕੰਮ ਕਰਦੇ ਹੀ ਆ, ਇਹੋ ਜਿਹੀ ਜੇ ਕੋਈ ਵੀਡੀਓ ਕਿਸੇ ਕੋ ਸਾਹਮਣੇ ਕਿਸੇ ਗੋਰੇ ਕੋ ਆਉਂਦੀ ਹੋਊਗੀ ਉਹ ਚੱਕ ਕੇ ਕਰ ਦਿੰਦਾ ਹੋਊਗਾ CHP ਨੂੰ ਪੋਸਟ। ਕੀ ਕਰਨ, ਕੀ ਔਖਾ, ਇੱਕ ਕਲਿੱਕ ਹੀ ਕਰਨਾ, ਚਲੇ ਜਾਣੀ। ਫਿਰ ਉਹਦੇ ਵਿੱਚ ਤੁਸੀਂ ਤੇ ਜਿਹੜੇ ਮਰਨਾ ਹੀ ਮਰਨਾ, ਨਾਲੇ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਹੋਣਾ ਕਿ ਇਹ ਬੰਦੇ ਸੇਫ ਡਰਾਈਵਰ ਨਹੀਂ ਹੈਗੇ। ਤੇ ਉਸ ਤੋਂ ਅਗਲੀ ਗੱਲ ਕਰਦੇ ਕਿ ਜਿਹੜੀ ਹਰ ਜਗ੍ਹਾ ਪੈਸੇ ਲੈ ਦੇ ਕੇ ਉੱਪਰ ਥੱਲੇ ਕਰਕੇ ਕੰਮ ਕਢਾਉਣ ਵਾਲੀ ਬਿਰਤੀ ਹੈ ਨਾ, ਇਹਨੂੰ ਛੱਡ ਦਿਓ। ਇਹ ਬਹੁਤ ਮਾੜੀ ਹੈ। ਸਿਸਟਮ ਨੂੰ ਖਰਾਬ ਨਾ ਕਰੀਏ। ਆਪਾਂ ਉੱਥੋਂ ਕਰਪਟ ਸਿਸਟਮ ਤੋਂ ਤੰਗ ਹੋ ਕੇ ਇੱਥੇ ਆਏ ਹਾਂ, ਤੇ ਇੱਥੇ ਹੁਣ ਇਹ ਚੰਗੇ ਭਲੇ ਸਿਸਟਮ ਨੂੰ ਖਰਾਬ ਨਾ ਕਰੀਏ। ਤੇ ਅਗਲੇ ਸ਼ਨੀਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਊਗੀ। ਸੋ ਜਾਂਦੇ ਜਾਂਦੇ ਇਹੋ ਹੀ ਹੱਥ ਜੋੜ ਕੇ ਸਾਰਿਆਂ ਅੱਗੇ ਬੇਨਤੀ ਹੈ, ਰਿਕੁਐਸਟ ਹੈ, ਪਲੀਜ਼ ਇੱਥੇ ਦੇ ਸਿਸਟਮ ਵਿੱਚ ਇਨਵੋਲਵ ਹੋਵੋ, ਪਰ ਇੱਥੇ ਦੇ ਸਿਸਟਮ ਨੂੰ ਖਰਾਬ ਨਾ ਕਰੋ।